ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਹਰ ਵੀਕ ਸਾਡਾ ਇੱਕ ਸੈੱਟ ਪ੍ਰੋਗਰਾਮ ਹੁੰਦਾ, ਅਸੀਂ ਜਿਹੜਾ ਹਰਿਮੰਦਰ ਸਾਹਿਬ ਅੱਜ ਸਵੇਰੇ ਵਾਕ ਆਇਆ ਉਹਦੇ ਬਾਰੇ ਕਲਾਸ ਦੇ ਨਾਲ ਸਾਂਝ ਪਾਵਾਂਗੇ। ਅੱਜ ਛੰਤ ਹੈ ਤੇ 4 ਪਦੇ ਨੇ, ਸੋ ਮੇਰੀ ਸੁਜੈਸ਼ਨ ਹੋਗੀ ਕਿ ਅਸੀਂ ਪਹਿਲੇ 2 ਪਦੇ ਕਲਾਸ ਵਿੱਚ ਡਿਸਕਸ ਕਰਾਂਗੇ। ਕਿਉਂਕਿ ਅੱਜ ਛੰਤ ਹੈ ਤੇ ਅਸੀਂ ਇਹ ਵੀ ਡਿਸਕਸ ਕਰਾਂਗੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਛੰਤਾਂ ਦੀ ਕੀ ਮਹੱਤਤਾ ਹੈ, ਕਿੰਨੇ ਕੁ ਛੰਤ ਨੇ ਗੁਰੂ ਸਾਹਿਬ ਨੇ, ਕਿਹੜੇ ਗੁਰੂ ਸਾਹਿਬ ਨੇ ਕਿੰਨੇ ਕੁ ਛੰਤ ਲਿਖੇ ਨੇ। ਪੰਜਵੀਂ ਪਾਤਸ਼ਾਹੀ ਦਾ ਫਿਰ ਸੋ ਅਸੀਂ ਪੰਜਵੀਂ ਪਾਤਸ਼ਾਹੀ ਦੇ ਬਾਰੇ ਕੁਝ ਚੀਜ਼ਾਂ ਜਿਹੜੀਆਂ ਉਹਨਾਂ ਦੀ ਬੇਸਿਕ ਲਾਈਫ ਦੀਆਂ ਨੇ ਉਹ ਡਿਸਕਸ ਕਰਾਂਗੇ। ਤੇ ਅਸੀਂ ਕਿਉਂਕਿ ਇੱਕ ਗੁਰੂ ਸਾਹਿਬ ਹੋਰ ਚੁਣਨੇ ਨੇ ਅੱਜ, ਤੇ ਗੁਰੂ ਹਰਗੋਬਿੰਦ ਸਾਹਿਬ ਦੇ ਬਾਰੇ ਅਸੀਂ ਡਿਸਕਸ ਕਰਾਂਗੇ। ਲੇਕਿਨ ਅੱਜ ਇੱਕ ਤੀਸਰੇ ਗੁਰੂ ਸਾਹਿਬ ਦੇ ਬਾਰੇ ਵੀ ਅਸੀਂ ਜ਼ਰੂਰ ਡਿਸਕਸ ਕਰਾਂਗੇ। ਉਹ ਹੈ ਕਿ ਅੱਜ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਹੈ ਆਫੀਸ਼ੀਅਲੀ, ਸੋ ਉਹਦੇ ਬਾਰੇ ਜ਼ਰੂਰ ਤੁਹਾਡੇ ਕੋਲੋਂ ਅਸੀਂ ਪੁੱਛਾਂਗੇ ਵੀ ਤੁਹਾਨੂੰ ਕਿੰਨੀ ਕੁ ਉਹਨਾਂ ਦੀ ਜੀਵਨ ਦੇ ਬਾਰੇ ਪਤਾ ਹੈ। ਜਿਹੜੀ ਚੀਜ਼ ਬਿਲਕੁਲ ਤੁਹਾਡੇ ਸਾਰਿਆਂ ਦੇ ਮਨ ਦੇ ਵਿੱਚ ਸਾਫ਼ ਹੋਣੀ ਚਾਹੀਦੀ ਹੈ, ਇਸ ਇਕੱਠ ਨੂੰ ਅਸੀਂ ਗੁਰਮਤਿ ਕਲਾਸ ਕਹਿੰਦੇ ਹਾਂ। ਗੁਰਮਤਿ ਕਲਾਸ ਦਾ ਬੜਾ ਸਿੱਧਾ ਜਿਹਾ ਮੀਨਿੰਗ ਹੈ, 2 ਮੀਨਿੰਗ ਹੋ ਹੀ ਨਹੀਂ ਸਕਦੇ। ਅਸੀਂ ਗੁਰਬਾਣੀ ਡਿਸਕਸ ਕਰਦੇ ਹਾਂ, ਸ਼ਬਦ ਡਿਸਕਸ ਕਰਦੇ ਹਾਂ, ਜਿੰਨੀ ਕੁ ਸਾਨੂੰ ਸਾਰਿਆਂ ਨੂੰ ਸਮਝ ਹੈ ਉਹਦੇ ਹਿਸਾਬ ਸਿਰ ਅਸੀਂ ਗੁਰਬਾਣੀ ਦੇ ਮੀਨਿੰਗ ਕਰਦੇ ਹਾਂ। ਇੱਕ ਦੂਜੇ ਦੇ ਨਾਲ ਕੋਲੋਂ ਜਿਹੜੀ ਚੀਜ਼ ਕਿਸੇ ਨੂੰ ਮੁਸ਼ਕਲ ਲੱਗਦੀ ਹੈ ਉਹ ਦੂਸਰੇ ਕੋਲੋਂ ਪੁੱਛਦਾ। ਜਿਸ ਤਰ੍ਹਾਂ ਕੋਈ ਵੀ ਯੂਨੀਵਰਸਿਟੀ, ਕੋਈ ਵੀ ਕਾਲਜ, ਕੋਈ ਵੀ ਹਾਇਰ ਐਜੂਕੇਸ਼ਨ ਦੇ ਵਿੱਚ ਕਲਾਸਾਂ ਲੱਗਦੀਆਂ, ਉਸ ਕਿਸਮ ਦਾ ਇਹ ਸਾਡਾ ਇਕੱਠ ਹੈਗਾ ਇੱਥੇ। ਅੱਜ ਜਿਤ ਸ੍ਰੀ ਰਾਗ ਵਿੱਚ ਸੋ ਮੈਂ ਅਗਰ ਨਤੀਜ ਨੂੰ ਕਹਾਂਗਾ ਕਿ ਸਿਰਫ ਹੈਡਿੰਗ ਦੱਸੇ ਸਾਨੂੰ ਅੱਜ ਦੇ ਵਾਕ ਦਾ ਹੈਡਿੰਗ ਕੀ ਹੈ। ਸੋ ਅੱਜ ਦੀ ਹੈਡਿੰਗ ਹੈਗੀ ਹੈ ਜੈਤ ਸ੍ਰੀ ਮਹੱਲਾ ਪੰਜਵਾਂ, ਘਰ ਦੂਜਾ ਛੰਤ। ਇਹਦੇ ਇਸ ਲਾਈਨ ਪੂਰੀ ਲਾਈਨ ਦਾ ਮਤਲਬ ਤੁਸੀਂ ਕਲਾਸ ਨੂੰ ਸਮਝਾਓਗੇ। ਜੈਤ ਸ੍ਰੀ ਦਾ ਕੀ ਮਤਲਬ ਹੈ? ਜੈਤ ਸ੍ਰੀ ਰਾਗ ਹੈ ਜਿਹੜਾ ਅੱਜ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 31 ਰਾਗ ਹੈਗੇ ਨੇ, ਉਹਨਾਂ ਵਿੱਚੋਂ ਇੱਕ ਰਾਗ ਹੈ ਜੈਤ ਸ੍ਰੀ, ਤੇ ਮਹੱਲਾ ਪੰਜਵਾਂ ਇਹ ਗੁਰੂ ਅਰਜਨ ਦੇਵ ਜੀ ਦੀ ਕੰਪੋਜੀਸ਼ਨ ਹੈਗੀ ਆ। ਤੇ ਘਰ ਦੂਜੇ ਦਾ ਮਤਲਬ ਹੋਇਆ ਕਿ ਇਹ ਜਿਹੜੀ ਤਾਲ ਹੈ, ਜਿਸ ਤਾਲ ਦੇ ਵਿੱਚ ਇਹ ਕੰਪੋਜੀਸ਼ਨ ਲਿਖੀ ਗਈ ਹੈ ਜਾਂ ਰਾਗੀਆਂ ਨੂੰ ਦੱਸਿਆ ਗਿਆ ਕਿ ਇਸ ਕਿਹੜੇ ਤਾਲ ਦੇ ਵਿੱਚ ਇਸ ਨੂੰ ਗਾਇਆ ਜਾਣਾ ਹੈ, ਉਹ ਘਰ ਦੂਜਾ ਹੈ। ਤੇ ਬਾਕੀ ਛੰਤ ਹੈਗਾ ਕਿ ਛੰਤ ਜਿਸ ਤਰ੍ਹਾਂ ਛੰਤ ਮਤਲਬ ਕਿ ਕੰਪੋਜੀਸ਼ਨ ਹੈ ਇਨ ਪ੍ਰੇਜ਼ ਆਫ ਗੋਡ, ਇਨ ਪ੍ਰੇਜ਼ ਆਫ ਵਾਹਿਗੁਰੂ। ਹੁਣ ਜਿਸ ਤਰ੍ਹਾਂ ਬਿਲਕੁਲ ਠੀਕ ਹੈ ਨਤੇਜ, ਆਲ ਯੂਰ ਐਕਸਪਲੇਨੇਸ਼ਨਸ ਆਰ ਐਬਸੋਲੂਟਲੀ ਕਰੈਕਟ। ਜਿਸ ਵੇਲੇ ਅਸੀਂ ਕਹਿੰਦੇ ਹਾਂ ਵੀ ਇਹ ਛੰਤ ਹੈ, ਕੋਈ ਕਲਾਸ ਵਿੱਚ ਮੈਨੂੰ ਇਹ ਦੱਸ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਵੀ ਅਗਰ ਅਸੀਂ ਰਾਗ ਚੁਣ ਲਈਏ ਤੇ ਉਹਦੇ ਵਿੱਚ ਜਿੰਨੀ ਵੀ ਬਾਣੀ ਉਸ ਰਾਗ ਵਿੱਚ ਲਿਖੀ ਗਈ ਹੈ ਉਹਦੀ ਕੋਈ ਨਾ ਕੋਈ ਡੈਫੀਨਿਟ ਤਰਤੀਬ ਹੈ, ਡੈਫੀਨਿਟ ਇੱਕ ਸੀਕੁਐਂਸ ਹੈ, ਔਰ ਅਸੀਂ ਆਪਣੇ ਹਿਸਾਬ ਸਿਰ ਉਹਨੂੰ ਹੌਰੀਜ਼ੌਂਟਲ ਤੇ ਵਰਟੀਕਲ ਸੀਕੁਐਂਸ ਕਹਿੰਦੇ ਹਾਂ। ਤੇ ਪੂਰੇ ਹੌਰੀਜ਼ੌਂਟਲ ਸੀਕੁਐਂਸ ਦੇ ਵਿੱਚ ਕਿਸ ਤਰ੍ਹਾਂ ਬਾਣੀ ਫਲੋ ਕਰਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇਹ ਕੋਈ ਦੱਸ ਸਕਦਾ ਵॉलंटियर? ਔਰ ਇਹ ਜ਼ਰੂਰ ਮੇਰੀ ਰਿਕੁਐਸਟ ਪਲੀਜ਼ ਮੰਨ ਲੈਣੀ, ਜਿਸ ਵੇਲੇ ਇੱਕ ਬੋਲ ਰਿਹਾ ਹੋਵੇ ਦੂਜਾ ਨਾ ਬੋਲੇ, ਜਿੰਨੇ ਵੀ ਬੋਲਣਾ ਹੈ ਉਹ ਹੱਥ ਖੜਾ ਕਰ ਦੇ, ਤੇ ਦੈਨ ਵਿਲ ਕਮ ਬੈਕ ਟੂ ਹਿਮ ਔਰ ਹਰ। ਸੋ ਗੁਰਦੀਪ ਦੱਸਣਾ ਚਾਹੁੰਦੇ ਨੇ ਵੀ ਹੌਰੀਜ਼ੌਂਟਲ ਸੀਕੁਐਂਸ ਜੇ ਅਸੀਂ ਵਰਡ ਯੂਜ਼ ਕਰਦੇ ਹਾਂ, ਇਹਦਾ ਮਤਲਬ ਹੈ ਫਲੋ ਆਫ ਕੰਪੋਜੀਸ਼ਨਸ ਇਨ ਅ ਪਰਟੀਕੂਲਰ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਹੈ। ਔਰ ਫਿਰ ਗੁਰਦੀਪ ਇਹ ਵੀ ਦੱਸੇਗਾ ਕਿ ਕੀ ਉਹ ਲਾਅ ਥਰੂ ਆਊਟ ਗੁਰੂ ਗ੍ਰੰਥ ਸਾਹਿਬ ਵਿੱਚ ਫਲੋ ਹੁੰਦਾ। ਹਾਂਜੀ ਗੁਰਦੀਪ। ਪਹਿਲਾਂ ਜਾਂਦੇ ਜੀ ਸ਼ਬਦ ਦੋ ਪਦਾ, 3 ਪਦਾ, 4, 5 ਤੇ 6 ਪਦੇ ਦੇ। ਫਿਰ ਜੀ ਆਉਂਦੇ ਜੀ ਅਸ਼ਟਪਦੀਆਂ, 8 ਪਦੇ ਦੇ ਸ਼ਬਦ। ਫਿਰ ਆਉਂਦੇ ਜੀ 16 ਪਦੇ ਦੇ ਸ਼ਬਦ। ਫਿਰ ਜੀ ਆਉਂਦੇ ਸਪੈਸ਼ਲਿਸਟ ਬਾਣੀ, ਟਾਈਟਲਡ ਐਂਡ ਅਨਟਾਈਟਲਡ। ਫਿਰ ਆਉਂਦੇ ਆ ਛੰਤ। ਫਿਰ ਆਉਂਦੇ ਸਪੈਸ਼ਲਿਸਟ ਬਾਣੀ, ਟਾਈਟਲਡ ਐਂਡ ਅਨਟਾਈਟਲਡ। ਫਿਰ ਆਉਂਦੇ ਜੀ ਵਾਰ। ਫਿਰ ਆਉਂਦੇ ਜੀ ਭਗਤਾਂ ਦੀ ਬਾਣੀ। ਵੈਰੀ ਗੁੱਡ, ਦੈਟ ਫਲੋ ਇਜ਼ ਤੁਹਾਡਾ ਐਕਸਪਲੇਨੇਸ਼ਨ ਬਿਲਕੁਲ ਠੀਕ ਹੈ।
ਇੱਕ ਪਾਰਟਿਕੂਲਰ ਸਟਾਈਲ ਆ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਸੈੱਟ ਕੀਤਾ ਕਿ ਪਹਿਲਾਂ ਸਾਰੇ ਸ਼ਬਦ ਆਉਣਗੇ ਜੋ ਗੁਰਦੀਪ ਨੇ ਦੱਸਿਆ, ਔਰ ਉਹ ਸ਼ਬਦ ਇੱਕ ਪਦੇ ਦਾ ਵੀ ਹੋ ਸਕਦਾ, 1 ਤੋਂ ਲੈ ਕੇ 6 ਤੱਕ। ਵੈਸੇ ਤੇ 8 ਪਦੇ ਦੇ ਵੀ ਸ਼ਬਦ ਨੇ ਤੇ 16 ਪਦੇ ਦੇ ਵੀ ਸ਼ਬਦ ਨੇ, ਪਰ ਪਹਿਲੇ ਜਿਹੜਾ ਗਰੁੱਪ ਹੈ ਉਹ 1 ਤੋਂ 6 ਹੈ। 8 ਪਦੇ ਦੇ ਸ਼ਬਦਾਂ ਉੱਤੇ ਡੈਫੀਨਿਟਲੀ ਹੈਡਿੰਗ ਹੈ ਅਸ਼ਟਪਦੀ, ਕਿਤੇ ਕਿਤੇ ਮਿਸਿੰਗ ਹੈ, ਉਹ ਅਸੀਂ ਡਿਸਕਸ ਕਰਾਂਗੇ ਜਦੋਂ ਉੱਥੇ ਪਹੁੰਚਦੇ ਹਾਂ। ਤੇ 16 ਪਦਿਆਂ ਦੇ ਉੱਤੇ ਹੈਡਿੰਗ ਹੈ ਸੋਹਲੇ। ਇਸ ਤੋਂ ਬਾਅਦ ਕੁਝ ਲੌਂਗ ਕੰਪੋਜੀਸ਼ਨ ਆ ਜਾਂਦੀਆਂ, ਉਹਨਾਂ ਤੇ ਵੀ ਕਈਆਂ ਤੇ ਹੈਡਿੰਗ ਹੈ, ਕਈਆਂ ਤੇ ਹੈਡਿੰਗ ਨਹੀਂ ਹੈ। ਔਰ ਫਿਰ ਆਉਂਦੇ ਨੇ ਛੰਤ, ਔਰ ਛੰਤਾਂ ਦੇ ਬਾਅਦ ਫਿਰ ਲੌਂਗ ਤੇ ਸਮਾਲ ਕੰਪੋਜੀਸ਼ਨਾਂ ਨੇ, ਟਾਈਟਲ ਔਰ ਅਨਟਾਈਟਲ। ਸੋ ਧਿਆਨ ਨਾਲ ਤੁਹਾਨੂੰ ਦੇਖਣ ਦੀ ਲੋੜ ਆ ਵੀ ਛੰਤਾਂ ਦੀ ਪੋਜੀਸ਼ਨ ਇਨ ਅ ਫਲੋ ਆਫ ਕੰਪੋਜੀਸ਼ਨ ਇਨ ਗੁਰੂ ਗ੍ਰੰਥ ਸਾਹਿਬ ਸੈਟਅਪ ਕਿੱਥੇ ਆ। ਔਰ ਲਾਸਟ ਜਿਹੜੀ ਹੈ ਉਹ ਸੈਟਅਪ ਦੇ ਵਿੱਚ ਉਹਨਾਂ ਨੇ ਕਿਹਾ ਉਹ ਵਾਰ ਹੈ, ਉਸ ਤੋਂ ਬਾਅਦ ਸਾਰੀ ਭਗਤ ਬਾਣੀ ਆਉਂਦੀ ਆ। ਛੰਤਾਂ ਦੇ ਬਾਰੇ ਹੁਣ ਮੈਂ ਕੁਝ ਪੁੱਛਣਾ ਚਾਹਨਾ, ਕੋਈ ਕੌਣ ਵੋਲੰਟੀਅਰ ਕਰੇਗਾ ਜਿਹਨੂੰ ਮੈਂ ਕੁਐਸਚਨ ਪੁੱਛਾਂ ਛੰਤਾਂ ਦੇ ਬਾਰੇ। ਛੰਤ ਕਿੰਨੇ ਨੇ? ਔਰ ਜ਼ਰੂਰੀ ਨਹੀਂ ਕਿ ਤੁਸੀਂ ਹਰ ਗੁਰੂ ਸਾਹਿਬ ਦੇ ਮੈਨੂੰ ਦੱਸ ਦਿਓ, ਲੇਕਿਨ ਇੱਕ ਚੀਜ਼ ਮੈਂ ਤੁਹਾਨੂੰ ਆਪ ਦੱਸਾਂਗਾ ਵੀ ਇੱਕ ਬਹੁਤ ਹੀ ਸ਼ਾਰਟ ਛੰਤ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਸਿਰਫ 2 ਲਾਈਨਾਂ ਦਾ। ਨਾਰਮਲੀ ਛੰਤ ਤੇ ਬਹੁਤ ਵੱਡੇ ਵੱਡੇ ਹੁੰਦੇ ਨੇ। ਸੋ ਕਿੰਨੇ ਕੁ ਛੰਤ ਤੁਹਾਡੇ ਖਿਆਲ 'ਚ? ਕੋਈ ਡਰ ਨਹੀਂ ਜੇ ਨੰਬਰ ਤੁਹਾਡੇ ਇੱਧਰ ਉੱਧਰ ਵੀ ਹੋ ਜਾਣ, ਕੋਈ ਨੀਅਰ ਅਬਾਊਟ ਨੰਬਰ ਦੱਸ ਸਕਦਾ? ਪਰਮਜੀਤ? 146। ਹਾਂਜੀ 146। 146 ਵੀ ਠੀਕ ਹੈ। ਕਈਆਂ ਨੇ 144 ਕਾਊਂਟ ਕੀਤੇ ਨੇ, ਕਈਆਂ ਨੇ 143 ਕੀਤੇ ਨੇ। ਔਰ ਅਸੀਂ ਜਦੋਂ ਵੀ ਕੋਈ ਵੀ ਨੰਬਰ ਦੱਸਦੇ ਆ ਨਾ, ਇਹ ਸਾਡਾ ਆਪਣਾ ਕੀਤਾ ਤੇ ਕਾਊਂਟ ਹੈ ਨਹੀਂ, ਕਿਸੇ ਅੱਜ ਕਰਕੇ ਆਏ ਆ। ਔਰ ਬਹੁਤ ਸਾਰੇ ਚूंकि ਹੈਡਿੰਗਸ ਐਸੇ ਹੈ ਨੇ, ਜਿਸ ਤਰ੍ਹਾਂ ਮੈਂ ਹੁਣੇ ਕਿਹਾ ਅਸ਼ਟਪਦੀ ਹੈ, ਅਸ਼ਟਪਦੀ ਥੱਲੇ ਵੀ ਲੌਂਗ ਕੰਪੋਜੀਸ਼ਨ ਆ ਜਾਂਦੀ ਹੈ। ਜਿਸ ਤਰ੍ਹਾਂ ਅਸੀਂ ਰਾਗ ਰਾਮਕਲੀ ਕੀਤਾ, ਰਾਗ ਰਾਮਕਲੀ ਦੇ ਵਿੱਚ ਅਸੀਂ ਦੇਖਿਆ ਸੀ ਬਈ ਅਸ਼ਟਪਦੀ ਦੇ ਥੱਲੇ 22 22 23 23 24 ਸੰਦੇ ਦੇ 20 ਸ਼ਬਦ ਹੈਗੇ ਨੇ। ਸੋ ਇਸ ਕਰਕੇ ਹੋ ਸਕਦਾ ਜਿਨ੍ਹਾਂ ਨੇ ਵੀ ਛੰਤ ਐਕਚੁਅਲੀ ਕਾਊਂਟ ਕੀਤੇ ਨੇ ਉਹ ਉਹਨਾਂ ਦੀ ਕੋਈ ਆਪਣੀ ਕਾਊਂਟਿੰਗ ਦਾ ਸਿਸਟਮ ਡਿਫਰੈਂਟ ਹੋਵੇ, ਬਟ ਇਟ ਰੇਂਜਸ ਬਿਟਵੀਨ 144 ਟੂ 146। ਜੇ ਕਦੀ ਦੁਬਾਰਾ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੋ, ਅੱਛਾ ਇੱਕ ਹੁਣ ਵਜ਼ੀਰ ਜੀ ਦੱਸਣਗੇ ਕਿ ਛੰਤ ਤੇ ਸ਼ਬਦ ਅਗਰ ਅਸੀਂ ਇੱਕ 4 ਪਦੇ ਦਾ ਸ਼ਬਦ ਲੈ ਲਈਏ ਤੇ ਇੱਕ 4 ਪਦੇ ਦਾ ਛੰਤ ਲੈ ਲਈਏ, ਉੱਤੋਂ ਹੈਡਿੰਗ ਹਟਾ ਦਈਏ, ਮੈਂ ਮਤਲਬ ਇੱਕ 4 ਪਦੇ ਦਾ ਤੁਹਾਨੂੰ ਸ਼ਬਦ ਦਿੰਦਾ, ਉੱਤੇ ਹੈਡਿੰਗ ਨਹੀਂ ਲਿਖਦਾ ਕਿ ਸ਼ਬਦ ਹੈ, ਔਰ ਇੱਕ 4 ਪਦੇ ਦਾ ਛੰਤ ਦੇਣਾ, ਉੱਤੇ ਹੈਡਿੰਗ ਨਹੀਂ ਲਿਖਦਾ ਛੰਤ ਹੈ। ਕੈਨ ਯੂ ਡਿਫਰੈਂਸ਼ੀਏਟ ਕਿ ਕਿਹੜਾ ਛੰਤ ਹੈ ਤੇ ਕਿਹੜਾ ਸ਼ਬਦ ਹੈ? ਵਜ਼ੀਰ ਜੀ? ਹਾਂਜੀ, ਕਿਵੇਂ ਕਰੋਗੇ? ਜਿਹੜਾ ਛੰਤ ਇਟ ਵਿਲ ਬੀ ਮੋਰ ਡਿਵੋਸ਼ਨਲ, ਔਰ ਇਹਦੇ ਵਿੱਚ ਰੈਪੀਟੀਸ਼ਨ ਹੋਏਗੀ। ਜਿਵੇਂ ਰਾਮ ਰਾਜੇ, ਕੋਈ ਵੀ ਇੱਕ ਲਫ਼ਜ਼ ਦੀ ਰੈਪੀਟੇਸ਼ਨ, ਤੇ ਇਹਦੇ ਵਿੱਚ ਨਾਨਕ। ਉਹ ਜਰਾ ਕਲਾਸ ਨੂੰ ਜਰਾ ਡਿਟੇਲ ਦੱਸੋ ਗੁਰੂ ਨਾਨਕ ਬਾਰੇ, ਤੁਸੀਂ ਕਿਹਾ ਕੀ ਰੈਪੀਟੇਸ਼ਨ ਹੈ? ਛੰਤਾਂ ਦੇ ਵਿੱਚ ਜਿਹੜੀ ਪਹਿਲੀ ਲਾਈਨ ਹੈ ਉਹਦੇ ਵਿੱਚ ਜਿਹੜਾ ਐਂਡ ਦਾ ਪਹਿਲਾ ਸਟੈਂਜ਼ਾ ਕਹਿਣਾ, ਲਾਸਟ ਲਾਈਨ ਆਫ ਦੀ ਫਰਸਟ ਸਟੈਂਜ਼ਾ, ਹਾਂਜੀ, ਉਹ ਚ ਰੈਪੀਟੇਸ਼ਨ ਹੋਏਗੀ, ਤੇ ਉਹੀ ਰੈਪੀਟੇਸ਼ਨ ਫਿਰ ਐਂਡ ਦੇ ਵਿੱਚ। ਮਿੰਦਰ ਤੁਸੀਂ ਦੱਸਣਾ ਚਾਹੁੰਦੇ ਹੋ, ਕੀ ਦੱਸੋਗੇ? ਸਭ ਤੋਂ ਜਿਹੜੇ ਛੰਤਾਂ ਦੇ ਵਿੱਚ ਜਿਹੜੇ ਗੁਰੂ ਨਾਨਕ ਜਿੱਥੇ ਲਾਈਨ ਦੇ ਵਿੱਚ ਹਰ ਜੇ 4 ਪਦ ਦਾ ਸ਼ਬਦ ਆ ਉਹਦੇ ਵਿੱਚ 4 ਵਾਰੀ ਗੁਰੂ ਨਾਨਕ ਦਾ ਵੀ ਨਾਮ ਆਉਣਾ ਚਾਹੀਦਾ। ਚਲੋ ਇੱਕ ਗੱਲ ਹੋ ਗਈ ਕਿ ਹਰ ਸਟੈਂਜ਼ੇ ਦੇ ਵਿੱਚ ਨਾਨਕ ਦਾ ਨਾਮ ਹੈ। ਇਹ ਥਰੂ ਆਊਟ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਨਹੀਂ ਹੈਗਾ, ਬਟ ਮੈਜੋਰਿਟੀ ਆਫ ਦੀ ਛੰਤਾਂ ਨੂੰ ਜੇ ਤੁਸੀਂ ਡਿਫਰੈਂਸ਼ੀਏਟ ਕਰਨਾ ਹੈ, ਸ਼ਬਦ ਦੇ ਵਿੱਚ ਨਾਨਕ ਵਰਡ ਟਾਈਟਲ ਇੱਕੋ ਵਾਰੀ ਆਉਂਦਾ ਲਾਸਟ ਸਟੈਂਜ਼ੇ ਦੀ ਆਲਮੋਸਟ ਲਾਸਟ ਲਾਈਨ ਵਿੱਚ। ਛੰਤਾਂ ਦੇ ਹਰ ਸਟੈਂਜ਼ੇ ਦੀ ਲਾਸਟ ਲਾਈਨ ਵਿੱਚ ਨਾਰਮਲੀ ਤੁਸੀਂ ਨਾਨਕ ਵਰਡ ਦੇਖੋਗੇ। ਹੋਰ ਇੱਕ ਮੈਂ ਦੱਸਾਂ ਤੇ ਸ਼ਲੋਕ ਵੀ ਆਉਂਦੇ ਨੇ ਛੰਤਾਂ ਦੇ ਵਿੱਚ। ਹਾਂਜੀ, ਛੰਤਾਂ ਦੇ ਵਿੱਚ ਸ਼ਲੋਕ, ਡਸ ਇਟ ਪ੍ਰੋਸੀਡ ਬਾਈ ਸ਼ਲੋਕਸ অর ਨਾਟ? ਛੰਤ ਜਿਹੜੇ ਹੁੰਦੇ ਨੇ, ਕੀ ਚੀਜ਼ ਨਹੀਂ ਸਮਝ ਆਈ? ਸ਼ਲੋਕ ਜਿਹੜੇ ਨੇ। ਸ਼ਲੋਕ ਨਹੀਂ, ਜ਼ਰੂਰੀ ਨਹੀਂ ਹੈ। ਜ਼ਰੂਰੀ ਨਹੀਂ ਹੈ। ਅੱਛਾ, ਸਿਰਫ ਗੁਰੂ ਅਰਜਨ ਦੇਵ ਜੀ ਦੇ ਕੁਝ ਛੰਤ ਨੇ ਜਿਹਨਾਂ ਸ਼ਲੋਕ ਹੈ, ਜਿਸ ਤਰ੍ਹਾਂ ਅੱਜ ਦਾ ਜਿਹੜਾ ਹੁਕਮਨਾਮਾ ਉਹਦੇ ਵਿੱਚ ਹੈ, ਲੇਕਿਨ ਹਰ ਛੰਤ ਤੋਂ ਪਹਿਲਾਂ ਸ਼ਲੋਕ ਨਹੀਂ ਹੈ। ਅੱਛਾ, ਹੋਰ ਪਰਮਜੀਤ? ਗੁਰਦੀਪ ਦੱਸਣ ਵਾਲਾ, ਜੇ ਤੂੰ ਦੱਸ ਸਕਦੀ ਹੈ। ਦਵਿੰਦਰ? ਗੁਰਤੇਜ? 5 ਜਾਂ 6 ਪਦੇ ਦਾ ਹੁੰਦਾ ਆ। ਹਾਂਜੀ, 4 ਜਾਂ 6 ਪਦੇ ਦਾ ਹੁੰਦਾ ਛੰਤ।
4 ਦਾ ਵੀ ਹੋ ਸਕਦਾ ਹੈ, 5 ਦਾ ਵੀ ਹੋ ਸਕਦਾ ਹੈ, 6 ਦਾ ਵੀ ਹੋ ਸਕਦਾ। ਪਦਿਆਂ ਦੇ ਵਿੱਚ ਕੋਈ ਇੰਨਾ ਡਿਫਰੈਂਸ਼ੀਏਸ਼ਨ ਨਹੀਂ ਹੈ, ਲੇਕਿਨ ਤੁਕਾਂ ਜਿਹੜੀਆਂ ਨੇ, ਲਾਈਨਾਂ ਜਿਹੜੀਆਂ ਨੇ, ਪਰ ਸਟੈਂਜ਼ਾ, ਪਰ ਪਦਾ, ਉਹ ਆਮ ਤੌਰ ਤੇ ਛੰਤ ਵਿੱਚ ਜ਼ਿਆਦਾ ਹੁੰਦੀਆਂ ਬਨਿਸਬਤ ਐਨ ਆਰਡੀਨਰੀ ਸ਼ਬਦ। ਹੋਰ ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਰਹਿ ਗਈ ਹੈ। ਹਾਂ ਨਵਤੇਜ, ਪਹਿਲਾਂ ਭਾਜੀ ਯੂ ਆਰ ਮਿਊਟ ਭਾਜੀ। ਮਿਊਟ ਹੋ ਤੁਸੀਂ। ਸ਼ਬਦਾਂ ਦੇ ਵਿੱਚ ਰਹਾਉ ਦੀ ਤੁਕ ਰਾਵ ਹੁੰਦੀ ਹੈ, ਰਾਵ ਦੀ ਲਾਈਨ, ਤੇ ਛੰਤਾਂ ਦੇ ਵਿੱਚ ਰਾਵ ਨਹੀਂ ਹੁੰਦਾ। ਐਕਸੀਲੈਂਟ। ਛੰਤਾਂ ਦੇ ਵਿੱਚ ਰਹਾਉ ਦੀ ਸਟੈਂਜ਼ਾ ਨਹੀਂ ਹੁੰਦਾ। ਹੋਰ ਇੱਕ ਹੋਰ ਬੜੀ ਪਪੂਲਰ ਡਿਫਰੈਂਸ ਹੈ। ਹਾਂਜੀ ਗੁਰਦੀਪ। ਜਿਹੜੇ ਸ਼ਬਦ ਹੁੰਦੇ ਆ ਉਹ ਸਟੈਂਜ਼ਾ ਉਹਦਾ ਪਦਾ ਆਪਾਂ ਕਹਿੰਦੇ ਆ। ਸੋ the theme is not carried on throughout the shabad, whereas in chant we call them bodies and the theme is linked from body to body. Not necessarily. ਇੱਕ ਹੋਰ ਇੰਪੋਰਟੈਂਟ ਹੈ ਜਿਹੜਾ ਤੁਸੀਂ ਬਹੁਤ ਸਾਰੇ ਛੰਤਾਂ 'ਚ ਪਾਓਗੇ, ਜਿਹੜਾ ਵਰਡ ਹੈ ਰਾਮ ਰਾਜੇ, ਰਾਮ, ਇਹ ਛੰਤਾਂ ਦੇ ਵਿੱਚ ਬਹੁਤ ਆਇਆ ਜਦਕਿ ਸ਼ਬਦਾਂ ਦੇ ਵਿੱਚ ਬਹੁਤ ਘੱਟ ਹੈ। ਤੁਸੀਂ ਆਪਣੀਆਂ ਲਾਵਾਂ ਦੇਖ ਲਓ, ਇਹ ਚੂੰਕਿ ਛੰਤ ਹੈ, ਇਹ ਛੰਤ ਨੇ ਚਾਰ ਪਦੇ ਨੇ ਉਸ ਛੰਤ ਦੇ। ਸੋ ਅਗਰ ਅਸੀਂ ਇਹਨਾਂ ਨੂੰ ਸਮ ਅਪ ਕਰੀਏ ਤੇ ਦੋ, ਤੁਹਾਨੂੰ ਅਗਰ ਮੈਂ ਚਾਰ ਪਦੇ ਦੇ ਦੋ ਕੰਪੋਜੀਸ਼ਨਾਂ ਦੇ ਦਿਆਂ, ਇੱਕ ਹੋਏ ਛੰਤ ਤੇ ਇੱਕ ਹੋਏ ਸ਼ਬਦ, ਤੇ ਤੁਸੀਂ ਦੋਨਾਂ 'ਚ ਡਿਫਰੈਂਸ਼ੀਏਟ ਕਰਨਾ, ਤੇ ਪਹਿਲਾ ਡਿਫਰੈਂਸ ਇਹ ਹੈ ਕਿ ਸ਼ਬਦ ਦੇ ਵਿੱਚ ਨਾਨਕ ਐਜ਼ ਏ ਕੰਪੋਜ਼ਰ ਇੱਕੋ ਵਾਰੀ ਆਏਗਾ ਇਨ ਦੀ ਲਾਸਟ ਸਟੈਂਜ਼ਾ, ਜਦਕਿ ਛੰਤ ਦੇ ਵਿੱਚ ਹਰ ਸਟੈਂਜ਼ੇ ਤੋਂ ਬਾਅਦ ਗੁਰੂ ਨਾਨਕ ਸਾਹਿਬ, ਅਗਰ ਚਾਰ ਸਟੈਂਜ਼ੇ ਦਾ ਸ਼ਬਦ ਹੈ ਤੇ 4 ਵਾਰੀ ਨਾਨਕ ਵਰਡ ਆਇਆ। ਦੂਸਰਾ ਜੋ ਨਵਤੇਜ ਨੇ ਕਿਹਾ ਉਹ ਤੇ ਬਹੁਤ ਹੀ ਵੱਡਾ ਕਲੂ ਹੈ ਕਿ ਨਾਰਮਲੀ ਹਰ ਸ਼ਬਦ ਦੇ ਵਿੱਚ ਰਹਾਉ ਹੈ। ਚਲੋ ਕਿਤੇ ਕਿਤੇ ਉਹ ਵੀ ਐਕਸੈਪਸ਼ਨ ਹੈਗੀ ਹੈ, ਲੇਕਿਨ ਅਸੀਂ ਲਾਅ ਜਨਰਲ ਗੱਲ ਕਰ ਰਹੇ ਹਾਂ ਵੀ ਜਨਰਲ ਸੈਟਅਪ ਕੀ ਹੈ, ਤੇ ਲੇਕਿਨ ਛੰਤਾਂ ਦੇ ਵਿੱਚ ਰਹਾਉ ਦੀ ਤੁਕ ਨਹੀਂ ਹੁੰਦੀ। ਔਰ ਜਿਹੜੀ ਲਾਸਟ ਗੱਲ ਹੈ ਉਹ ਜਿਹੜੀ ਵਜ਼ੀਰ ਨੇ ਕਹੀ ਹੈ ਕਿ ਸਾਈਜ਼ ਜਿਹੜਾ ਹੈ ਸ਼ਬਦ ਤੇ ਛੰਤ ਦਾ, ਇਹ ਫਰਕ ਹੈ ਕਿ ਛੰਤ ਨਾਰਮਲੀ ਕਿਉਂਕਿ ਤੁਕਾਂ ਜ਼ਿਆਦਾ ਹੁੰਦੀ ਹੈ, ਸੋ ਇਹ ਜ਼ਿਆਦਾ ਲੰਬਾ ਹੋਏਗਾ, ਜ਼ਿਆਦਾ ਵੱਡਾ ਹੋਏਗਾ ਦੈਨ ਇਹ ਸ਼ਬਦ। ਔਰ ਲਾਸਟ ਚੀਜ਼ ਜਿਹੜੀ ਮਹਿੰਦਰ ਤੇ ਪਰਮਜੀਤ ਨੇ ਕਹੀ ਹੈ ਕਿ ਇਹਦੇ ਵਿੱਚ ਰਾਮ ਰਾਜੇ, ਰਾਮ, ਇਹ ਸ਼ਬਦਾਂ ਦੀ ਜ਼ਿਆਦਾ ਵਰਤੋਂ ਕੀਤੀ ਗਈ ਹੈ, ਔਰ ਉਹ ਸ਼ਬਦ ਜ਼ਿਆਦਾ ਛੰਤਾਂ ਵਿੱਚ ਹੀ ਗਿਣੇ ਗਏ ਨੇ। ਇੱਕ ਇਹ ਜਿਹੜਾ ਵਰਡ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇਹ ਵਰਡ ਹੈ ਛੰਤ ਤੋਂ, ਤੱਤੇ ਨਾਲ, ਟੀ ਨਾਲ। ਜੇ ਤੁਸੀਂ ਦਸਮ ਗ੍ਰੰਥ ਪੜ੍ਹਦੇ ਹੋ, ਕਿਉਂਕਿ ਉਹ ਸਾਰੀ ਬਾਣੀ ਹੀ ਇਹਨਾਂ ਕੰਪੋਜੀਸ਼ਨਾਂ ਵਿੱਚ ਹੈ, ਕਿਸੇ ਨੂੰ ਪਤਾ ਵੀ ਉੱਥੇ ਕੀ ਵਰਡ ਯੂਜ਼ ਹੋਇਆ ਛੰਤ ਦੀ ਜਗ੍ਹਾ? ਦੱਦਾ। ਉੱਥੇ ਦੱਦਾ ਯੂਜ਼ ਹੋਇਆ, ਛੰਦ ਦੱਦਾ ਕਹਿੰਦੇ ਨੇ ਨਾ। ਮੈਂ ਕੈਲਾਸ਼ ਨੂੰ ਪੁੱਛਿਆ ਤੇ ਕੈਲਾਸ਼ ਨੇ ਹੱਥ ਖੜਾ ਕੀਤਾ ਸੀ, ਤਾਂ ਪਲੀਜ਼ ਆਪਣੀ ਵਾਰੀ ਸਿਰ ਦੱਸੋ। ਤਾਂ ਛੰਤ ਹੈ, ਉੱਥੇ ਛੰਤ ਦਾ ਵਰਡ ਹੈ। ਔਰ ਇਹ ਕਿਸੇ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਤੁਸੀਂ ਜਾਪ ਸਾਹਿਬ ਦਾ ਪਾਠ ਰੋਜ਼ ਕਰਦੇ ਹੋ, ਕਿ ਜਾਪ ਸਾਹਿਬ ਕਿੰਨੇ ਛੰਦ ਉਹਦੇ ਵਿੱਚ ਯੂਜ਼ ਹੋਏ ਨੇ? 199 ਵਜ਼ੀਰ? 10। ਹਾਂਜੀ 10 ਟਾਈਪ ਦੇ ਛੰਤ। ਠੀਕ ਹੈ, 10 ਛੰਤ ਨੇ ਜਾਪ ਸਾਹਿਬ ਦੇ ਜਿਹੜੇ ਡਿਫਰੈਂਟ ਯੂਜ਼ ਕੀਤੇ ਗਏ ਨੇ। 199 ਸਟੈਂਜ਼ੇ ਨੇ, ਪਦੇ ਨੇ ਕਹਿ ਲਓ, ਸਟੈਂਜ਼ੇ ਕਹਿ ਲਓ, ਕੁਛ ਕਹਿ ਲਓ, ਲੇਕਿਨ ਨੰਬਰ ਆਫ ਛੰਤ ਯੂਜ਼ਡ ਆਰ 10। ਟੋਟਲ ਦਸਮ ਗ੍ਰੰਥ ਵਿੱਚ ਸ਼ਾਇਦ ਜੇ ਕਾਊਂਟ ਠੀਕ ਹੈ ਤੇ 150 ਛੰਤ ਯੂਜ਼ ਹੋਏ ਨੇ ਫॉर ਆਲ ਦੀ ਕੰਪੋਜੀਸ਼ਨਸ। ਔਰ ਉੱਥੇ ਵਰਡ ਯੂਜ਼ ਹੋਇਆ ਦੱਦਾ, ਜੋ ਕੈਲਾਸ਼ ਨੇ ਕਿਹਾ ਛੰਦ, ਗੁਰੂ ਗ੍ਰੰਥ ਸਾਹਿਬ 'ਚ ਵਰਡ ਯੂਜ਼ ਹੋਇਆ ਛੰਤ। ਇਸ ਤਰ੍ਹਾਂ ਦੇ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਡਿਫਰੈਂਟ ਨੇ, ਲੇਕਿਨ ਆਮ ਯੂਜ਼ ਜਿਹੜਾ ਜਾਂ ਹੋਰ ਕਿਸੇ ਗ੍ਰੰਥਾਂ ਵਿੱਚ ਯੂਜ਼ ਫਰਕ ਹੈ। ਜਿਸ ਤਰ੍ਹਾਂ ਰਾਗ ਨੇ, ਨਵਤੇਜ ਨੇ ਕਿਹਾ ਸੀ ਵੀ 31 ਰਾਗ ਨੇ, ਭਾਵੇਂ ਅਸੀਂ ਇਹਨੂੰ ਹੋਰ ਕਈ ਤਰੀਕਿਆਂ ਦੇ ਨਾਲ ਡਿਫਾਈਨ ਕਰਕੇ 62 ਤੱਕ ਲੈ ਜਾਂਦੇ ਹਾਂ, ਪਰ ਠੀਕ ਹੈ, ਰਾਗ ਚੈਪਟਰ 31 ਨੇ। ਗੁਰੂ ਗ੍ਰੰਥ ਸਾਹਿਬ 'ਚ ਮੇਨ ਬੋਡੀ ਵਿੱਚ ਵਰਡ ਇੱਕੋ ਯੂਜ਼ ਹੋਇਆ ਰਾਗ। ਪਰ ਜਦੋਂ ਅਸੀਂ ਰਾਗਮਾਲਾ ਵਿੱਚ ਜਾਂਦੇ ਹਾਂ, ਅਸੀਂ ਉੱਥੇ ਪੜ੍ਹਦੇ ਹਾਂ, ਉੱਥੇ ਵਰਡ ਰਾਗ ਵੀ ਹੈ, ਰਾਗਨੀਆਂ ਵੀ ਹੈ, ਰਾਗ ਪੁੱਤਰ ਵੀ ਹੈ। ਔਰ ਉਹਨਾਂ ਦੇ ਐਨਾਲਿਸਿਸ ਦੇ ਮੁਤਾਬਕ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਯੂਜ਼ ਹੋਏ ਨੇ, ਉਹਨਾਂ ਵਿੱਚ ਕੁਝ ਰਾਗਨੀਆਂ ਵੀ ਨੇ ਤੇ ਕੁਝ ਰਾਗ ਪੁੱਤਰ ਵੀ ਨੇ, ਲੇਕਿਨ ਗੁਰੂ ਅਰਜਨ ਦੇਵ ਜੀ ਨੇ ਉਹਦੇ ਵਿੱਚ ਕੋਈ ਡਿਫਰੈਂਸ਼ੀਏਸ਼ਨ ਨਹੀਂ ਕੀਤਾ। ਜੇ ਤੁਸੀਂ ਅਗਲੀ ਵਾਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ
ਤੇ ਜੇ ਤੁਸੀਂ ਰਾਗ ਰਾਮਕਲੀ ਵਿੱਚ ਜਾਓ ਤੇ ਛੰਤਾਂ ਤੇ ਪਹੁੰਚੋ, ਲਾਸਟ ਛੰਤ ਜਿਹੜਾ ਗੁਰੂ ਅਰਜਨ ਦਾ, ਉਹ ਸਿਰਫ ਡੇਢ ਲਾਈਨ ਦਾ ਜਾਂ 2 ਲਾਈਨ ਦਾ। ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ, ਜੇ ਤੁਹਾਨੂੰ ਯਾਦ ਆ ਜਾਏ। ਰੰਨ ਝੁੰਝੁਨੜਾ ਗਾਓ ਸਖੀ, ਹਰ ਏਕ ਧਿਆਵੋ, ਸਤਿਗੁਰ ਨਾਮ ਤੁਮ ਸੇਵ ਸਖੀ, ਮਨ ਚੰਦੜਿਆ ਫਲ ਪਾਵੋ। ਇਹ ਜਿਹੜਾ ਵਰਡ ਨਾ ਝੁੰਝੁਨ ਨੜਾ, ਇਹ ਜਿਹੜੇ ਪਾਇਲ ਨਹੀਂ ਪਾਉਂਦੇ ਤੁਸੀਂ ਤੇ ਜਿਹੜੀ ਆਵਾਜ਼ ਆਉਂਦੀ ਹੈ, ਇਹ ਉਸ ਆਵਾਜ਼ ਨੂੰ ਇਹ ਦੱਸਦਾ। ਤੇ ਜਿਹੜਾ ਪਹਿਲਾ ਵਰਡ ਹੈ ਰਨ, ਉਹ ਤਾਂ ਮਤਲਬ ਹੈ ਬੜੀ ਬਰੀਕ। ਤੇ ਇੱਥੇ ਗੁਰੂ ਅਰਜਨ ਦੇਵ ਜੀ ਇਹੀ ਕਹਿ ਰਹੇ ਨੇ ਕਿ ਤੁਸੀਂ ਬੜੀ ਪਰਮਾਤਮਾ ਦਾ ਨਾਂ ਗਾਉਣ ਵਾਸਤੇ ਤੁਹਾਨੂੰ ਦਿਲੋਂ ਆਵਾਜ਼ ਕੱਢਣੀ ਚਾਹੀਦੀ ਹੈ, ਇੱਕ ਮੈਲੋਡੀਅਸ ਆਵਾਜ਼ ਹੋਣੀ ਚਾਹੀਦੀ ਹੈ, ਜਿਹੜੀ ਤੁਸੀਂ ਪਰਮਾਤਮਾ ਤੱਕ ਆਪਣੀ ਆਵਾਜ਼ ਪਹੁੰਚਾਉਣੀ ਹੈ। ਠੀਕ ਹੈ, ਆਵਾਜ਼ ਤਾਂ ਕੋਈ ਵੀ ਪਹੁੰਚ ਜਾਏਗੀ, ਪਰ ਚੂੰਕਿ ਤੁਸੀਂ ਬਾਣੀ ਰਾਗਾਂ ਵਿੱਚ ਲਿਖੀ ਗਈ ਹੈ, ਤੇ ਰਾਗਾਂ ਦਾ ਮਤਲਬ ਇਹ ਹੈ ਕਿ ਤੁਸੀਂ ਗਾਓਗੇ ਤੇ ਮੈਲੋਡੀ ਆਏਗੀ। ਜੇ ਤੁਸੀਂ ਠੀਕ ਰਾਗ ਚੁਣਦੇ ਹੋ, ਠੀਕ ਆਵਾਜ਼ ਕੱਢਦੇ ਹੋ, ਠੀਕ ਧੁਨ ਕੱਢਦੇ ਹੋ, ਠੀਕ ਤਾਲ ਉਹਦੀ ਕੱਢਦੇ ਹੋ। ਸਤਿਗੁਰ ਨਾਮ ਤੁਮ ਸੇਵ ਸਖੀ, ਮਨ ਛਿੰਦੜਿਆ ਫਲ ਪਾਓ। ਇਹ ਤੇ ਬੜੀ ਸਿੱਧੀ ਜਿਹੀ ਲਾਣਾ ਹੈ, ਸਤਿਗੁਰ ਤੁਮ ਸੇਵ ਸਖੀ। ਵਾਹਿਗੁਰੂ ਨੂੰ ਜੇ ਤੁਸੀਂ ਸੇਵਾ ਕਰੋਗੇ, ਵਾਹਿਗੁਰੂ ਦੇ ਨਾਮ ਦੀ ਸੇਵਾ ਕਰੋਗੇ, ਸੰਗਤ ਦੀ ਸੇਵਾ ਕਰੋਗੇ, ਗੁਰਮੁਖਾਂ ਦੀ ਸੇਵਾ ਕਰੋਗੇ, ਲੋਕਾਂ ਦੀ ਸੇਵਾ ਕਰੋਗੇ, ਲੋਕਾਂ ਦੀ ਭਲਾਈ ਕਰੋਗੇ, ਮਨ ਚੰਦੜਿਆ ਫਲ ਪਾਵੋ, ਤੇ ਫਿਰ ਵਾਹਿਗੁਰੂ ਤੁਹਾਨੂੰ ਬਖਸ਼ਿਸ਼ ਕਰੇਗਾ ਹੀ ਕਰੇਗਾ। ਸਾਰਿਆਂ ਦੇ ਕੋਲ ਅੱਜ ਦਾ ਹੁਕਮਨਾਮਾ ਹੈ। ਅਸੀਂ ਨਾਰਮਲੀ ਸ਼ੁਰੂ ਕਰਦੇ ਹਾਂ। ਸਾਡੇ ਵਿੱਚ ਇਸ ਟ੍ਰਾਂਸਲੇਸ਼ਨ ਦੇ ਵਿਦਵਾਨ ਹੈਗੇ ਨੇ ਆਪਣੇ ਵਜ਼ੀਰ ਜੀ, ਤੋਂ ਵਜ਼ੀਰ ਜੀ ਨੂੰ ਮੈਂ ਕਹਾਂਗਾ ਕਿ ਉਹ ਅੱਜ ਦਾ ਪਹਿਲੀ ਸਿਰਫ ਇੱਕ ਲਾਈਨ ਦੱਸਣ, ਤਾਂ ਕਿ ਅਸੀਂ ਸਿਰਫ ਇੱਕ ਪਤਾ ਕਰਨਾ ਅੱਜ ਦਾ। ਮੈਂ ਪੜ੍ਹਦਾ ਤੇ ਤੁਸੀਂ ਉਹਦਾ ਮੀਨਿੰਗ ਦੱਸੋ। ਹਾਂਜੀ। ਉੱਚਾ ਅਗਮ ਅਪਾਰ ਪ੍ਰਭ, ਹਾਂਜੀ, ਅਕਥ ਨਾ ਜਾਈ ਅਕਥ। ਹਾਂਜੀ, ਇਹ ਦੱਸੋ। ਇਹ ਜਿਹੜਾ ਪ੍ਰਭੂ ਹੈ, ਪਾਰ ਬ੍ਰਹਮ ਹੈ, ਮਹਾਨ ਰੱਬ ਹੈ, ਉੱਚਾ ਹੈ, ਅਗਮ ਉਹਦਾ ਕੋਈ ਗਮਤਾ ਨਹੀਂ ਹੈ, ਕੋਈ ਥਾ ਨਹੀਂ ਪਾ ਸਕਦਾ। ਅਪਾਰ ਹੈ, ਕੋਈ ਉਹਦਾ ਪਾਰਾਵਾਰ ਨਹੀਂ ਹੈ, ਬੇਅੰਤ ਹੈ। ਪ੍ਰਭੂ ਅਕਥ ਹੈ, ਉਹਨੂੰ ਬਿਆਨ ਕਰਨਾ ਬਹੁਤ ਮੁਸ਼ਕਿਲ ਹੈ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਇਹ ਸੋ ਵਾਸਟ, ਇੰਨਾ ਵਿਸ਼ਾਲ ਹੈ ਕਿ ਉਸਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਬਿਲਕੁਲ ਠੀਕ ਹੈ। ਦੇਖੋ, ਸਾਰੀ ਜਿਹੜੀ ਜਿੰਨੇ ਵੀ ਵਾਹਿਗੁਰੂ ਵਿੱਚ ਹਜ਼ਾਰਾਂ ਲੱਖਾਂ ਕਰੋੜਾਂ ਗੁਣ ਨੇ, ਇੱਥੇ ਗੁਰੂ ਅਰਜਨ ਨੇ ਉਹ ਸਾਰੇ ਗੁਣ ਜਿਹੜੇ ਨੇ ਉਹ 3-4 ਮੇਨ ਸ਼ਬਦਾਂ ਦੇ ਵਿੱਚ ਇਕੱਠੇ ਕਰ ਦਿੱਤੇ ਨੇ। ਉਹਨੇ ਉੱਚਾ, ਅਗਮ, ਅਪਾਰ ਔਰ ਆਕਥ, ਜਿਹਨੂੰ ਕਿਹਾ ਕਥਨਾ ਜਾਏ। ਸੋ ਜਿਸ ਤਰ੍ਹਾਂ ਆਮ ਤੌਰ ਤੁਸੀਂ ਕਹਿੰਦੇ ਆ ਕਿਸੇ ਨੂੰ ਵੀ ਸਮਝਾਉਣ ਵਾਸਤੇ, ਜਾਂ ਤੁਸੀਂ ਦੁਨੀਆ ਦੇ ਫਿਲਾਸਫਰਾਂ ਨੂੰ ਵੀ ਲੈ ਲਓ, ਤੇ ਦੁਨੀਆ ਦੇ ਫਿਲਾਸਫਰ ਵੀ ਜਿਸ ਵੇਲੇ ਵਾਹਿਗੁਰੂ ਦੀ ਗੱਲ ਕਰਦੇ ਨੇ, ਉਹ ਕਹਿੰਦੇ ਨੇ ਹੀ ਇਜ਼ ਦੀ ਗ੍ਰੇਟੈਸਟ ਆਫ ਦੀ ਗ੍ਰੇਟ, ਜਿਹਦੇ ਉੱਤੇ ਹੋਰ ਕੋਈ ਨਹੀਂ, ਉਹ ਵਾਹਿਗੁਰੂ ਹੈ। ਆਲ ਨੌਲੇਜੇਬਲ ਅਗਰ ਕੋਈ ਦੁਨੀਆ 'ਚ ਹੈ, ਉਹ ਵਾਹਿਗੁਰੂ ਹੈ। ਉਹ ਹੀ ਇੱਥੇ ਕਹਿ ਰਹੇ ਨੇ ਗੁਰੂ ਅਰਜਨ ਦੇਵ ਜੀ ਕਿ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਆਕਥ ਹੈ ਉਹ। ਨਵਤੇਜ ਸੈਕੰਡ ਲਾਈਨ ਦਾ ਦੱਸ, ਨਾਨਕ ਪ੍ਰਭ ਸਰਨਾਗਤੀ ਰਾਖਣ ਕੋ ਸਮਰੱਥ। ਇੱਥੇ ਈਵਨ ਦੋ ਕਿ ਇਹ ਜਿਹੜੀ ਛੰਤ ਹੈਗਾ ਗੁਰੂ ਅਰਜਨ ਦੇਵ ਜੀ ਦਾ, ਇੱਥੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਮਤਲਬ ਕਿ ਰਿਸਪੈਕਟ ਦੇਣ ਦੇ ਮੁਤਾਬਕ ਉਹਨਾਂ ਨੇ ਕਿਹਾ ਹੈਗਾ ਕਿ ਨਾਨਕ ਜੀ ਕਹਿੰਦੇ ਨੇ ਕਿ ਮੈਂ ਤੇਰੀ ਸ਼ਰਨ ਦੇ ਵਿੱਚ ਆ ਗਿਆ ਹਾਂ, ਕਿ ਵਾਹਿਗੁਰੂ ਨੂੰ ਕਹਿੰਦੇ ਨੇ ਕਿ ਮੈਂ ਤੇਰੀ ਸ਼ਰਨ ਵਿੱਚ ਆ ਗਿਆ, ਕਿ ਜੋ ਵਾਹਿਗੁਰੂ ਸਾਡੇ ਸਾਰਿਆਂ ਦੀ ਰੱਖਿਆ ਕਰ ਰਿਹਾ ਹੈ, ਸਾਰਿਆਂ ਨੂੰ ਸਾਨੂੰ ਬਚਾ ਰਿਹਾ। ਉਹੋ ਹੀ ਹੈ ਸਮਰੱਥ, ਉਹਦੇ ਕੋਲ ਹੀ ਇਹ ਪਾਵਰ ਹੈ ਕਿ ਉਹ ਸਾਡੀ ਰੱਖਿਆ ਕਰ ਸਕਦਾ ਸਾਰਿਆਂ ਦੀ। ਸੋ ਮੈਂ ਉਹਦੇ ਕੋਲ ਆ ਗਿਆ ਹਾਂ। ਹੁਣ ਅਸੀਂ ਲਾਈਨ ਬਾਈ ਲਾਈਨ ਚੱਲਦੇ ਹਾਂ। ਗੁਰਦੀਪ, ਨੈਕਸਟ ਲਾਈਨ, ਜਿਉਂ ਜਾਣਾ ਤਿਉਂ ਰਾਖ ਹਰ ਪ੍ਰਭ ਤੇਰਿਆ। ਇੱਕ ਗੁਰੂ ਜੀ ਕਹਿੰਦੇ ਵੀ ਮਹਾਰਾਜ ਮੈਂ ਤੇਰਾ ਆ, ਵੀ ਤੂੰ ਜਿੱਦਾਂ ਤੂੰ ਰੱਖਣਾ ਤੂੰ ਰੱਖ ਦੇ, ਜਿੱਦਾਂ ਤੂੰ ਕਰਨਾ ਕਰ ਲਾ, ਪਰ ਮੈਨੂੰ ਤੂੰ ਰੱਖ ਲਾ। ਤੂੰ ਜਾਣਦਾ ਤੂੰ ਕਿੱਦਾਂ ਰੱਖਣਾ ਆ, ਤੇ ਤੂੰ ਆਪੇ ਰੱਖ ਲਾ ਮੈਨੂੰ। ਜਿਉ ਭਾਵੇਂ ਤੂੰ ਰੱਖ। ਮਤਲਬ ਮਹਿੰਦਰ, ਕੇਤੇ ਗੁਣੋ ਅਸੰਖ ਅਵਗੁਣ ਮੇਰਿਆ। ਇਹ ਮੇਰੇ ਚ ਅਵਗੁਣ ਬਹੁਤ ਨੇ ਤੇ ਤੇਰੇ ਵਿੱਚ ਗੁਣ ਬਹੁਤ ਨੇ। ਪਰਮਜੀਤ,
असंख अवगुण खते, खते का मतलब कसूर है, मतलब अपना तुहाडियां उंदाइयां, असंख अवगुण खते तेरे नितर पत सत भुली है। मैं बहुत कर्म खराब किते दिन तो दिन है ना, ते मैं हाले भी कर रहा है मिस्टेक्स है ना, हाले भी गलतियां काम कर रहे हैं। नित प्रति मतलब की मतलब डे बाय डे मैं हाली भी हर वेले हर क्षण समझ लो वो ही ओपन करदा या करदी हाँ, और आई कंटिन्यूअली मेक मिस्टेक, सद भुलिए। परमात्मा का अरदास कर रहे हैं गुरु अर्जन, वो कह रहे हैं कि मैं रोज ही हर वेले हर क्षण मेरे को भुलां हो रही हैं, मेरे को पाप हो रहे हैं, मेरे को गलतियां हो रही हैं। हाँ जी दविंदर, नेक्स्ट लाइन, मोह मगन विकराल माया तो प्रसादी कूली है। थोड़ा माइक बंद है। ਮੋਹ ਮਾਇਆ ਦੇ ਮੋਹ ਵਿੱਚ ਫਸ ਕੇ ਬਹੁਤ ਭਿਆਨਕ ਡਰ ਹੈ, ਡਰ ਲੱਗਦਾ ਹੈ, ਤੇ ਤੇਰੀ ਪ੍ਰਸਾਦ ਦੇ ਨਾਲ, ਤੇਰੀ ਕਿਰਪਾ ਦੇ ਨਾਲ ਛੁਟਕਾਰਾ ਹੋਵੇਗਾ। बिल्कुल ठीक है कैलाश जी। लोक करत बेकार बिखड़े प्रभ नेर हूं ते नेरिया, लोक करत बेकार। ਕਹਿੰਦੇ ਦੁਨੀਆ ਤੋਂ ਭਾਵੇਂ ਛੁਪ ਕੇ ਕਰੋ, ਪਰ ਵਾਹਿਗੁਰੂ ਦੀ ਨਜ਼ਰ ਤੋਂ ਤੁਹਾਡਾ ਕੋਈ ਵੀ ਭੈੜਾ ਕੰਮ ਛੁਪਿਆ ਨਹੀਂ ਹੋਇਆ। ਐਂਡ ਵਾਹਿਗੁਰੂ ਹੀ ਤੁਹਾਨੂੰ ਸਾਰਾ ਹਰ ਵੇਲੇ ਹਾਜ਼ਰ ਨਾਜ਼ਰ ਕਰਕੇ ਵਾਹਿਗੁਰੂ ਤੋਂ ਡਰਨਾ ਚਾਹੀਦਾ। बिल्कुल ठीक है कि तुसी आम तौर ते सोचते हो ਜਦੋਂ ਵੀ ਤੁਸੀਂ ਕੋਈ ਚੋਰੀ ਕਰਦੇ ਹੋ, ਕੋਈ ਪਾਪ ਕਰਦੇ ਹੋ, ਕਿ ਤੁਸੀਂ ਤੇ ਸਿਰਫ ਜਿਹੜੇ ਤੁਹਾਡੇ ਦੋਸਤ ਯਾਰ ਨੇ ਉਹਨਾਂ ਨੂੰ ਦੇਖਦੇ ਹੋ ਵੀ ਉਹ ਕੋਈ ਨਹੀਂ ਦੇਖ ਰਿਹਾ, ਮਾਂ-ਬਾਪ ਨਹੀਂ ਦੇਖ ਰਹੇ, ਭੈਣ ਭਰਾ ਨਹੀਂ ਦੇਖ ਰਹੇ, ਪਰ ਉਦੋਂ ਤੁਸੀਂ ਭੁੱਲ ਜਾਂਦੇ ਹੋ ਕਿ ਅਕਾਲ ਪੁਰਖ ਤੇ ਹਰ ਜਗ੍ਹਾ, ਉਹ ਤੇ ਹਰ ਚੀਜ਼ ਦੇਖਦਾ। ਜਿਸ ਦਿਨ ਤੁਹਾਨੂੰ ਇਹ ਗਿਆਤ ਹੋ ਗਿਆ ਕਿ ਤੁਹਾਡਾ ਹਰ ਐਕਸ਼ਨ, ਜੋ ਕੁਝ ਵੀ ਤੁਸੀਂ ਜੀਵਨ 'ਚ ਕਰਦੇ ਹੋ, ਉਹ ਪਰਮਾਤਮਾ ਦੇ ਵਹੀ ਵਿੱਚ ਰਿਕਾਰਡ ਹੋ ਰਿਹਾ। ਨਾਨਕ ਸਾਹਿਬ ਨੇ ਕਿਹਾ ਤੇ ਆ ਬੈਠਾ ਕੱਢ ਵਹੀ, ਕਿ ਉਹਨੇ ਜਿਸ ਦਿਨ ਜਾਣਾ ਉੱਥੇ ਸਾਡਾ ਲੇਖਾ ਜਿਹੜਾ ਉਹਨੂੰ ਪੜ੍ਹ ਲੈਣਾ, ਸਾਡੇ ਹਿਸਾਬ ਕਿਤਾਬ ਸਾਰੇ ਜਿਹੜੇ ਨੇ ਉਹ ਸਾਰੇ ਜਾਣਗੇ, ਉਹਨਾਂ ਦਾ ਹਿਸਾਬ ਕਿਤਾਬ ਉੱਥੇ ਹੋਣਾ। ਹਾਂਜੀ ਬਬਲੀ, ਬਿਨਵੰਤ ਨਾਨਕ ਦਿਆ ਤਾਰੋ ਕਾੜ ਭਵਜਲ ਫੇਰਿਆ। ਬਿਨਵੰਤ ਨਾਨਕ, ਉੱਥੇ ਇੱਥੇ ਕਹਿੰਦੇ ਨੇ, ਮਿਊਟ ਤਾਂ ਨਹੀਂ ਹੈਗੀ ਮੈਂ, ਬਿਨਵੰਤ ਨਾਨਕ ਦਿਆ ਤਾਰੋ, ਗੁਰੂ ਜੀ ਦੀ, ਨਾਨਕ ਜੀ ਦੀ ਕਿਰਪਾ ਨਾਲ ਮੈਨੂੰ ਦਇਆ ਪ੍ਰਾਪਤ ਹੋਈ ਹੈ। ਕਾੜ ਭਵਜਲ ਫੇਰਿਆ। ਬੇਨਤੀ ਕਰਦੇ ਹਨ ਕਿ ਪ੍ਰਭੂ ਸਾਡੇ ਉੱਤੇ ਮਿਹਰ ਕਰ, ਸਾਨੂੰ ਜੀਵਨ ਸੰਸਾਰ ਸਮੁੰਦਰ ਦੇ ਵਿਕਾਰਾਂ ਤੋਂ ਕੱਢ ਲੈ। बिल्कुल ठीक है, तो मतलब जो तू कहेंगे वो गलत नहीं है, लेकिन लफ्सी मीनिंग थोड़े जो डिफरेंट है कि नानक साहब इतने गुरु अर्जन देव जी या जिस तरह नवतेज ने कहा है, क्योंकि हर शब्द के पिछे लास्ट वर्ड गुरु नानक का ही आंदा, कि उन्होंने यही अरदास की है कि साडे ते दया करो, दया तारो, दया करो, ਮਿਹਰ ਕਰ ਸਾਡੇ ਤੇ। ये जिहड़ा संसार है, जिन्हों तुसी समुंदर कहंदे हो, जिन्हों ਜਿੱਥੇ ਤੁਸੀਂ ਫਸ ਜਾਂਦੇ ਹੋ, ਜਿਸ ਮੰਝ ਤਾਰ ਜਿਹਨੂੰ ਕਹਿੰਦੇ ਹੋ, ਜਿਹਦੇ ਵਿੱਚ ਅਸੀਂ ਫਸੇ ਹੋਏ ਹਾਂ, ਇਹ ਅਕਾਲ ਪੁਰਖ ਸਾਨੂੰ ਤੋਂ ਉੱਥੋਂ ਆ ਕੇ ਕੱਢ। ਦੇਖੋ ਅਸੀਂ ਹਰ ਰੋਜ਼ ਇੱਕ ਚੀਜ਼ ਡਿਸਕਸ ਕਰਦੇ ਹਾਂ ਕਿ, ਔਰ ਉਹਦਾ ਮਤਲਬ ਤੁਹਾਨੂੰ ਸਾਰਿਆਂ ਨੂੰ ਆਉਂਦਾ, ਸੋ ਅਗਰ ਮੈਂ ਉਹ ਮਤਲਬ ਤੁਹਾਨੂੰ ਦੁਬਾਰਾ ਪੁੱਛ ਲਵਾਂ ਔਰ ਜਾਵਾਂ, ਪਹਿਲਾਂ ਆਪਣੀ ਸਭ ਤੋਂ ਲਾਡਲੀ ਬੇਟੀ ਕੋਲ ਹੀ ਜਾਣਾ, ਪਰਮਜੀਤ ਕੋਲ ਜਾਣਾ। ਪਰਮਜੀਤ ਜੀ ਇਹ ਦੱਸੋ, ਪਾਠ ਤੇ ਅਰਦਾਸ ਵਿੱਚ ਕੀ ਫਰਕ ਹੈ? ਕਿਉਂਕਿ ਅਸੀਂ ਸਾਰੀ ਸੰਗਤ ਨੂੰ ਦੱਸਣਾ ਔਰ ਜਿਹੜੇ ਤੁਹਾਨੂੰ ਸੁਣਨਗੇ ਉਹਨਾਂ ਨੂੰ ਵੀ ਦੱਸਣਾ ਕਿ ਪਾਠ ਤੇ ਅਰਦਾਸ ਵਿੱਚ ਕੀ ਫਰਕ ਹੈ, ਔਰ ਸਾਰਿਆਂ ਨੂੰ ਪਾਠ ਤੇ ਅਰਦਾਸ ਦੋਨੋਂ ਗੱਲਾਂ ਕਰਨੀਆਂ ਚਾਹੀਦੀਆਂ। ਕੀ ਫਰਕ ਹੈ? ਪਾਠ ਜਿਹੜਾ ਆਪਾਂ ਬੈਠ ਕੇ ਪ੍ਰੇ ਕਰਦੇ ਆ ਗੁਟਕਾ ਖੋਲ ਕੇ, ਤੇ ਅਰਦਾਸ ਹੈਗੀ ਜਿਹੜੀ ਆਪਾਂ ਕਮਿਊਨੀਕੇਸ਼ਨ ਵਿਦ ਵਾਹਿਗੁਰੂ ਕਰਦੇ ਆ, ਕਿ ਆਪਾਂ ਉਹਦੇ ਨਾਲ ਗੱਲ ਕਰਦੇ ਆ,
ਆਪਾਂ ਉਹਨਾਂ ਨੂੰ ਸਾਡੀ ਫੀਲਿੰਗਸ ਦੱਸਦੇ, ਨਾਲੇ ਅਸੀਂ ਉਹਨਾਂ ਨੂੰ ਪੁੱਛਦੇ ਕਿ ਤੁਹਾਡੀ ਕੋਈ ਫੀਲਿੰਗਸ ਹੈਗੇ ਵਾਹਿਗੁਰੂ। ਅਰਦਾਸ ਤੇ ਮੈਨੂੰ ਤੇਰੀ ਗੱਲ ਸਮਝ ਆ ਗਈ। ਤੇ ਪਾਠ ਤੂੰ ਕੀ ਕਿਹਾ? ਪਾਠ ਹੈਗਾ ਜਿਹੜਾ ਆਪਾਂ ਬੈਠ ਕੇ ਆਪਾਂ ਜਬ ਸ਼ਬਦ ਪੜ੍ਹਦੇ ਆ ਵਾਹਿਗੁਰੂ, ਕਿ ਆਪਾਂ ਪ੍ਰੇ ਕਰਦੇ ਆ। ਸੋ ਤੁਸੀਂ ਅਗਰ ਬਾਕੀਆਂ ਨੂੰ ਸਮਝਾਣਾ ਤੇ ਕਲਾਸ ਜੀ ਤੁਸੀਂ ਇਹ ਕਹਿ ਸਕਦੇ ਹੋ, ਪਾਠ ਇਜ਼ ਅ ਪ੍ਰੀ ਰਿਟਨ ਇਨਸਟਰਕਸ਼ਨ ਬਾਈ ਗੋਡ। ਗੁਰੂ ਨਾਨਕ ਸਾਹਿਬ ਜੋ ਸਾਨੂੰ ਲਿਖ ਕੇ ਦੇ ਗਏ ਨੇ, ਪ੍ਰੀ ਰਿਟਨ ਜਪਜੀ ਸਾਹਿਬ ਲਿਖਿਆ ਹੋਇਆ, ਅਸੀਂ ਉਹਨੂੰ ਪੜ੍ਹਦੇ ਹਾਂ। ਸੋ ਪ੍ਰੀ ਰਿਟਨ ਇਨਸਟਰਕਸ਼ਨ ਵਾਹਿਗੁਰੂ ਕੀ ਹੈ, ਤੁਸੀਂ ਕਿਹੋ ਜਿਹੇ ਇਨਸਾਨ ਬਣੋ, ਕਿਸ ਤਰ੍ਹਾਂ ਆਪਣਾ ਕਰੈਕਟਰ ਬੁਲੰਦ ਕਰੋ, ਅਕਾਲ ਪੁਰਖ ਨੂੰ ਕਿਵੇਂ ਮਿਲ ਸਕਦੇ ਹੋ, ਪਰਮਾਤਮਾ ਨੂੰ ਕਿਵੇਂ ਪਾ ਸਕਦੇ ਹੋ, ਇਹ ਸਾਰਾ ਤੁਹਾਨੂੰ ਪ੍ਰੀ ਰਿਟਨ ਹੈ। ਇਹਨੂੰ ਜਦੋਂ ਤੁਸੀਂ ਪੜ੍ਹਦੇ ਹੋ ਉਹ ਹੈ ਪਾਠ ਕਰਨਾ। ਤੇ ਅਰਦਾਸ ਹੈ ਉਹ ਤੇਰਾ ਬਿਲਕੁਲ ਠੀਕ ਹੈ, ਤੇਰਾ ਐਕਸਪਲੇਨੇਸ਼ਨ। when you actually communicate with God, personally you communicate with God, ਔਰ ਉਹਦੇ ਨਾਲ ਤੁਸੀਂ ਗੱਲਾਂ ਕਰਦੇ ਹੋ, ਉਹਨੂੰ ਆਪਣਾ ਦੁੱਖ ਸੁੱਖ ਦੱਸਦੇ ਹੋ, ਔਰ ਉਹਦੇ ਕੋਲੋਂ ਜੋ ਵੀ ਤੁਸੀਂ ਮੰਗ ਕੋਈ ਗਲਤ ਗੱਲ ਨਹੀਂ ਹੈ। ਤੁਸੀਂ ਪਰਮਾਤਮਾ ਹੀ ਦੇਣ ਵਾਲਾ, ਹੋਰ ਤੁਸੀਂ ਕਿਸੇ ਕੋਲ ਜਾ ਕੇ ਮੰਗਣਾ। ਸੋ ਕਈ ਲੋਕ ਇਸ ਸੇ ਡਿਫਰ ਕਰਨਗੇ ਸੁਣਨ ਵਾਲੇ, ਕਿ ਜਦ ਉਹ ਬਿਨ ਬੋਲਿਆ ਸਭ ਕੁਝ ਜਾਣਦਾ ਤੇ ਫਿਰ ਮੰਗਣ ਦੀ ਕੀ ਜ਼ਰੂਰਤ ਹੈ। ਪਰ ਮੰਗਣ ਦੇ ਨਾਲ ਹੀ ਤੁਹਾਨੂੰ ਹਿਊਮਿਲਿਟੀ ਆਉਂਦੀ, ਤੁਹਾਨੂੰ ਤੁਹਾਡਾ ਆਪਣਾ ਜਿਹੜਾ ਘਮੰਡ ਟੁੱਟਦਾ। ਸੋ ਮੈਂ ਪਰਸਨਲੀ ਮੇਰਾ ਵਿਊ ਹੈ ਕਿ ਅਰਦਾਸ ਜਿਹੜੀ ਹੈ ਉਹ ਪਰਮਾਤਮਾ ਕੋਲ ਕੋ ਮੰਗਣਾ ਕੋਈ ਗਲਤ ਗੱਲ ਨਹੀਂ ਹੈ। ਬਟ ਵੀ ਆਲ ਹੈਵ ਆਵਰ ਓਨ ਵਿਊਜ਼। ਸੋ ਉਹ ਵਿਊ ਦੇ ਮੁਤਾਬਕ ਤੁਸੀਂ ਚੱਲ ਸਕਦੇ ਹੋ। ਸੋ ਅੱਜ ਅਸੀਂ ਇੱਕ ਪਹਿਲਾ ਹੀ ਸਟੈਂਜ਼ਾ ਕਰਨਾ ਇਸ ਵਾਕ ਦਾ। ਦੋ ਚੀਜ਼ਾਂ ਅਸੀਂ ਇਹਦੇ ਬਾਰੇ ਕੀਤੀਆਂ। ਇੱਕ ਤੇ ਹੈ ਕਿ ਛੰਤ ਹੈ, ਔਰ ਅਸੀਂ ਛੰਤ ਦੇ ਬਾਰੇ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਕਰੀਬਨ 144 ਛੰਤ ਨੇ। ਤੁਸੀਂ ਅੱਜ ਦੇ ਛੰਤ ਵਿੱਚ ਦੇਖਿਆ ਕਿ ਇਸ ਛੰਤ ਦੇ ਵਿੱਚ ਸ਼ਲੋਕ ਹੈ। ਜੇ ਤੁਸੀਂ ਜੋ ਵੀ ਤੁਹਾਡੇ ਕੋਲ ਛੰਤ ਹੈ ਤੁਹਾਡੇ ਹੱਥ 'ਚ, ਤੁਸੀਂ ਦੇਖੋਗੇ ਕਿ ਪਹਿਲਾਂ ਉੱਤੇ ਹੈਡਿੰਗ ਹੈ ਸ਼ਲੋਕ ਤੇ ਫਿਰ ਹੈਡਿੰਗ ਹੈ ਛੰਤ। 4 ਸਟੈਂਜ਼ੇ ਨੇ। ਆਮ ਛੰਤ ਵਿੱਚ ਜਿੱਥੇ ਸ਼ਲੋਕ ਨਹੀਂ ਹੈ ਉੱਥੇ ਇਹ ਹੈਡਿੰਗ ਰਿਪੀਟ ਨਹੀਂ ਹੁੰਦਾ ਛੰਤ। ਕੋਈ ਤੁਹਾਡੇ ਵਿੱਚੋਂ ਦੱਸ ਸਕਦਾ ਹੈ ਅਗਰ ਇਹ 4 ਵਾਰੀ ਛੰਤ ਆਇਆ ਕੀ ਇਹ 4 ਛੰਤ ਨੇ ਕਿ ਇੱਕੋ ਹੀ ਛੰਤ ਹੈ? 4 ਛੰਤ। ਕੌਣ ਬੋਲ ਰਿਹਾ? ਮੈਂ। 4 ਛੰਤ ਨੇ? 4 ਛੰਤ। ਬਬਲੀ ਤੂੰ ਵੀ ਹੱਥ ਖੜਾ ਕੀਤਾ। ਹਾਂਜੀ ਮੈਂ ਵੀ ਕਹਾਂਗੀ 4 ਛੰਤ ਹੈਗੇ ਨੇ। ਨਹੀਂ ਵਜ਼ੀਰ ਜੀ? ਛੰਤ ਇੱਕੋ ਹੀ ਹੈ ਪਰ ਉਹਦੇ 4 ਪਹਿਰੇ ਨੇ। ਪਹਿਰੇ। ਵਜ਼ੀਰ ਨੇ ਬਿਲਕੁਲ ਠੀਕ ਕਿਹਾ। ਹੁਣ ਜਰਾ ਧਿਆਨ ਨਾਲ ਗੱਲ ਸੁਣ ਲਓ ਕਿ 4 ਵਾਰੀ ਛੰਤ ਦਾ ਹੈਡਿੰਗ ਕਿਉਂ ਆਇਆ। ਪਹਿਲਾਂ ਤਾਂ ਵਜ਼ੀਰ ਨੇ ਜੋ ਕਿਹਾ ਉਹ ਬਿਲਕੁਲ ਠੀਕ ਹੈ। ਇਹ ਇੱਕੋ ਹੀ ਛੰਤ ਹੈ ਜੈਤਸਰੀ ਰਾਗ ਦਾ, ਗੁਰੂ ਅਰਜਨ ਦਾ। 4 ਵਾਰੀ ਛੰਤ ਵਰਡ ਇਸ ਕਰਕੇ ਆਇਆ ਟੂ ਡਿਫਰੈਂਸ਼ੀਏਟ ਬਿਟਵੀਨ ਛੰਤ ਸਟੈਂਜ਼ਾ ਫਰੋਮ ਸ਼ਲੋਕ। ਜਿੱਥੇ ਵੀ ਕਦੀ ਸ਼ਲੋਕ ਆਉਂਦਾ ਹੈ ਤੇ ਉਹਦੇ ਬਾਅਦ ਪੌੜੀ ਆਉਂਦੀ ਹੈ ਜਾਂ ਕੋਈ ਸ਼ਬਦ ਆਉਂਦਾ ਤਾਂ ਉਹਨੂੰ ਡਿਫਰੈਂਸ਼ੀਏਟ ਕਰਨ ਵਾਸਤੇ ਸ਼ਬਦ ਪੌੜੀ ਦਾ ਹੈਡਿੰਗ ਦਿੱਤਾ ਜਾਂਦਾ। ਹੁਣ ਤੁਸੀਂ ਵਾਰਾਂ ਤੇ ਚਲੇ ਜਾਓ, ਵਾਰਾਂ ਵਿੱਚ ਸ਼ਲੋਕ ਹੁੰਦੇ ਨੇ, ਜਿੱਥੇ ਸ਼ਲੋਕ ਖਤਮ ਹੋਣ ਤੇ ਪੌੜੀ ਨੇ ਸ਼ੁਰੂ ਹੋਣਾ ਤੇ ਪੌੜੀ ਦਾ ਹੈਡਿੰਗ ਆਏਗਾ ਪੌੜੀ। ਇਹਦਾ ਮਤਲਬ ਹੁਣ ਸ਼ਲੋਕ ਖਤਮ ਨਾ, ਹੁਣ ਪੌੜੀ ਸ਼ੁਰੂ ਹੋ ਗਈ ਹੈ। ਇਸੇ ਤਰ੍ਹਾਂ ਹੀ ਇਹ ਹੈ ਕਿ ਸ਼ਲੋਕ ਹੈ, ਸ਼ਲੋਕ ਤੋਂ ਹੁਣ ਸ਼ਲੋਕ ਖਤਮ ਹੋਇਆ ਤੇ ਹੁਣ ਐਕਚੁਅਲ ਛੰਤ ਦਾ ਸਟੈਂਜ਼ਾ ਸ਼ੁਰੂ ਹੋਣਾ। ਸੋ ਇਸ ਕਰਕੇ ਉੱਤੇ ਤੇ ਹੈਡਿੰਗ ਛੰਤ ਆਇਆ। ਕਿਉਂਕਿ ਅੱਜ ਅਸੀਂ ਰਾਗ ਮਾਰੂ ਵਿੱਚ ਹਾਂ। Also on the at the end of every chant it says 1 2 3 4 ਨੰਬਰ ਦਿੱਤੇ ਹੁੰਦੇ ਨੇ ਉਹਦੇ ਅੱਗੇ। So that shows that is the same chant. ਅੱਜ ਤੁਸੀਂ ਇੱਕ ਹੋਰ ਚੀਜ਼ ਵੀ ਦੇਖੋਗੇ ਕਿਉਂਕਿ ਤੁਸੀਂ ਜਿਹੜਾ ਜਦੋਂ ਤੁਸੀਂ ਰਾਗ ਤੇ ਜਾਓਗੇ, ਚਲੋ ਜਦੋਂ ਰਾਗ ਤੇ ਆਓਗੇ ਉਦੋਂ ਅਸੀਂ ਗੱਲ ਕਰਦੇ ਹਾਂ। ਕੋਈ ਇਹ ਮੈਨੂੰ ਦੱਸੋ ਕੋਈ ਐਗਜ਼ਾਮਪਲ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਜਿੱਥੇ ਸ਼ਬਦਾਂ ਤੋਂ ਪਹਿਲਾਂ 20 ਸ਼ਲੋਕ ਆਇਆ ਹੋਵੇ? ਜਿਹੜਾ ਰਾਗ ਅਸੀਂ ਅੱਜ ਕਰਾਂਗੇ ਉਹਦੇ ਵਿੱਚ ਇਹ ਹੈ। ਰਾਗ ਮਾਰੂ ਵਿੱਚ ਪਹਿਲਾ ਹੀ ਸ਼ਬਦ ਹੈ ਔਰ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਜਿਸ ਵੇਲੇ ਸ਼ਲੋਕ ਆਇਆ, ਸ਼ਲੋਕ ਖਤਮ ਹੁੰਦਾ ਇਹ ਸ਼ਬਦ ਨੇ ਸ਼ੁਰੂ ਹੋਣਾ। ਹੋਰ ਕਿਸੇ ਜਗ੍ਹਾ ਨਾਰਮਲੀ ਗੁਰੂ ਗ੍ਰੰਥ ਸਾਹਿਬ ਸ਼ਾਇਦ ਇੱਕ ਅੱਧੀ ਜਗ੍ਹਾ ਹੋਰ ਹੋਵੇ
ਲੇਕਿਨ ਨਾਰਮਲੀ ਸ਼ਬਦ ਦਾ ਹੈਡਿੰਗ ਨਹੀਂ ਹੈ ਕਿਉਂਕਿ ਉਹਦੇ ਪਹਿਲੇ ਕੋਈ ਹੋਰ ਕੰਪੋਜੀਸ਼ਨ ਨਹੀਂ ਹੈ ਡਿਫਰੈਂਸ਼ੀਏਟ ਕਰਨ ਵਾਸਤੇ ਸ਼ਬਦ ਦਾ ਵਰਡ ਨਹੀਂ ਯੂਜ਼ ਹੋਇਆ। ਲੇਕਿਨ ਰਾਗ ਮਾਰੂ ਦੇ ਵਿੱਚ ਜਿਹੜਾ ਅੱਜ ਰਾਗ ਅਸੀਂ ਚੈਪਟਰ ਪੜ੍ਹਨਾ ਕਿ ਜਿਸ ਵੇਲੇ ਸ਼ਲੋਕ ਖਤਮ ਹੋਏਗਾ ਉਹਦੇ ਬਾਅਦ ਜਿਸ ਵੇਲੇ ਕੰਪੋਜੀਸ਼ਨ ਸ਼ੁਰੂ ਹੁੰਦੀ ਹੈ ਉਹਦੇ ਉੱਤੇ ਹੈਡਿੰਗ ਸ਼ਬਦ ਹੈ। So we'll look at that in a minute. ਬਾਕੀ ਪਹਿਲਾਂ ਤੁਹਾਨੂੰ ਵਜ਼ੀਰ ਸਿੰਘ ਜੀ ਨੇ ਦੱਸ ਦਿੱਤਾ ਕਿ ਸ਼ੰਤ ਦਾ ਮਤਲਬ ਕੀ ਹੈ। ਇਹ ਸ਼ਬਦ ਹੈ ਪ੍ਰੇਜ਼ ਆਫ ਵਾਹਿਗੁਰੂ। ਦੋ ਸਪੈਲਿੰਗ ਤੱਤਾ ਵੀ ਹੈ ਤੇ ਗੱਦਾ ਵੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਤੱਤੇ ਨਾਲ ਲਿਖਿਆ ਗਿਆ, ਦਸਮ ਗ੍ਰੰਥ ਵਿੱਚ ਦਾ ਨਾਲ ਜੀ ਨਾਲ ਲਿਖਿਆ ਗਿਆ। ਔਰ to the best of our knowledge most of the almost ਸ਼ਬਦਾਂ ਨੂੰ ਛੱਡ ਕੇ ਜਿਹੜੇ ਦਸਮ ਗ੍ਰੰਥ ਵਿੱਚ ਨੇ ਬਾਕੀ ਸਾਰੀਆਂ ਕੰਪੋਜੀਸ਼ਨਾਂ ਛੰਤਾਂ ਵਿੱਚ ਹੀ ਲਿਖੀਆਂ ਗਈਆਂ। ਕੋਈ ਐਸਾ ਰਾਗ ਚੈਪਟਰ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਜਿਹਦੇ ਸਾਰੀਆਂ ਕੰਪੋਜੀਸ਼ਨਾਂ ਮਹਿੰਦਰ ਨੇ ਹੱਥ ਪਹਿਲਾਂ ਹੀ ਖੜਾ ਕਰਤਾ ਕਿਉਂਕਿ ਇਹ ਉਹਨਾਂ ਦਾ ਫੇਵਰਟ ਜਵਾਬ ਹੈ। ਹਾਂਜੀ ਬੋਲੋ। ਰਾਗ ਤੁਖਾਰੀ ਵਿੱਚ ਸਾਰੇ ਸ਼ੰਤ ਹੈ ਜੀ। ਵੈਰੀ ਗੁੱਡ ਕਿ ਜਿੱਥੇ ਹਰ ਕੰਪੋਜੀਸ਼ਨ ਸ਼ੰਤ ਹੀ ਹੈ ਉਹ ਰਾਗ ਤੁਖਾਰੀ ਹੈ। ਔਰ ਰਾਗ ਤੁਖਾਰੀ ਵਿੱਚ ਇੱਕ ਬਹੁਤ ਇੰਪੋਰਟੈਂਟ ਕੰਪੋਜੀਸ਼ਨ ਹੈ, ਉਹਦਾ ਕੀ ਨਾਮ ਹੈ? ਬਾਰਾਂਮਾਹ। ਕਿਹੜੇ ਗੁਰੂ ਸਾਹਿਬ ਦਾ? ਗੁਰੂ ਨਾਨਕ ਦੇਵ ਜੀ ਦਾ। ਉਹ ਗੁਰੂ ਨਾਨਕ ਦਾ। ਦੂਸਰਾ ਬਾਰਾਂਮਾਹ ਕਿੱਥੇ? ਰਾਗਮਾਜ ਵਿੱਚ ਬਾਰਾਂਮਾਹ ਗੁਰੂ ਅਰਜਨ ਦੇਵ ਜੀ ਦਾ। ਸੋ ਦੋ ਬਾਰਾਂਮਾਹ ਨੇ, ਇੱਕ ਰਾਗ ਮਾਝ ਵਿੱਚ, ਇੱਕ ਰਾਗ ਤੁਖਾਰੀ ਵਿੱਚ। ਰਾਗ ਤੁਖਾਰੀ ਵਿੱਚ ਗੁਰੂ ਨਾਨਕ ਸਾਹਿਬ ਦਾ, ਰਾਗ ਮਾਝ ਵਿੱਚ ਗੁਰੂ ਅਰਜਨ ਦੇਵ ਜੀ ਦਾ। ਹੁਣ ਅਸੀਂ ਜਿਹੜਾ ਨਾਰਮਲੀ ਨਿਤਨੇਮ ਦੀ ਗੱਲ ਕਰਦੇ ਹੁੰਦੇ ਹਾਂ ਕਿ ਅਸੀਂ ਰੋਜ਼ ਪੜ੍ਹਦੇ ਹਾਂ, ਤੁਹਾਨੂੰ ਹੁਣ ਸਾਰਿਆਂ ਨੂੰ ਆਨਸਰ ਸ਼ੁੱਡ ਬੀ ਔਨ ਦ ਟਿਪ ਆਫ ਯੂਰ ਫਿੰਗਰਸ। ਗੁਰਦੀਪ ਤੋਂ ਸ਼ੁਰੂ ਕਰਦੇ ਹਾਂ। ਗੁਰਦੀਪ ਜੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੇ ਕੋਲ ਦੋ ਵਰਸ਼ਨ ਨੇ ਜਿਨ੍ਹਾਂ ਨੂੰ ਪੜ੍ਹਿਆ, ਜਿਨ੍ਹਾਂ ਨੂੰ ਅਸੀਂ ਸਮਝਿਆ। ਇੱਕ ਵਰਸ਼ਨ ਨੂੰ ਅਸੀਂ ਕਹਿੰਦੇ ਹਾਂ ਦਮਦਮੀ ਬੀੜ, ਇੱਕ ਨੂੰ ਅਸੀਂ ਕਹਿੰਦੇ ਹਾਂ ਕਰਤਾਰਪੁਰੀ ਬੀੜ। ਗੁਰੂ ਗ੍ਰੰਥ ਜਿਹੜੇ ਸਾਰੇ ਗੁਰਦੁਆਰੇ ਨੇ ਜਾਂ ਸਾਡੇ ਸਾਰੇ ਘਰ ਨੇ ਜਿਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੈ, ਉਹ ਸਾਰੀਆਂ ਬੀੜਾਂ ਉਹ ਦਮਦਮੀ ਬੀੜਾਂ ਹੀ ਨੇ। ਮੈਂ ਸਿਰਫ ਤੁਹਾਡੇ ਕੋਲੋਂ ਸਵਾਲ ਇਹ ਹੈ, ਹੋਰ ਕੋਈ ਥੋੜੀ ਬੋਲੇਗਾ ਕਿ ਤੁਸੀਂ ਇਹ ਗਲਤ ਬੋਲਣਗੇ ਤੇ ਹੱਥ ਖੜਾ ਕਰ ਦੇਣਾ ਵੀ ਤੁਹਾਨੂੰ ਇਹਦਾ ਜਵਾਬ ਆਉਂਦਾ। ਦੋਨਾਂ ਬੀੜਾਂ ਦੇ ਵਿੱਚ ਜੋ ਕੁਝ ਮੈਂ ਪੁੱਛ ਰਿਹਾ ਉਹ ਬੀੜਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕੀ ਹੈ ਉਹ ਪੁੱਛ ਰਿਹਾ, ਬਾਹਰ ਰਹਿਤ ਮਰਿਆਦਾ ਦੇ ਬਾਰੇ ਮੈਂ ਕੁਛ ਨਹੀਂ ਪੁੱਛਿਆ। ਕਰਤਾਰਪੁਰੀ ਬੀੜ ਦੇ ਵਿੱਚ ਜਿਹਨੂੰ ਵੀ ਅਸੀਂ ਨਿਤਨੇਮ ਕਹਿੰਦੇ ਹਾਂ, ਹਰ ਬੰਦਾ ਉਹਨੂੰ ਨਿਤਨੇਮ ਸੈਕਸ਼ਨ ਨਹੀਂ ਕਹਿੰਦਾ, ਪਰ ਜੋ ਤੁਸੀਂ ਪੜ੍ਹਿਆ ਇੱਥੇ ਜਿਹਨੂੰ ਵੀ ਨਿਤਨੇਮ ਸੈਕਸ਼ਨ ਕਹਿੰਦੇ ਹਾਂ, ਕਰਤਾਰਪੁਰੀ ਬੀੜ ਦੇ ਵਿੱਚ ਕਿਹੜੀ ਕਿਹੜੀ ਬਾਣੀ ਹੈ? ਪਹਿਲਾਂ ਆਉਂਦਾ ਜੀ ਮੂਲ ਮੰਤਰ, ਫਿਰ ਜਪ ਆਉਂਦਾ, ਜਪ ਦੀ ਬਾਣੀ। ਦੋ। ਫਿਰ ਸੋਦਰ ਆ ਜਾਂਦਾ ਆ, ਕਿੰਨੇ ਸ਼ਬਦ? ਜਿਹਦੇ ਵਿੱਚ 5 ਸ਼ਬਦ ਆ। 3। ਤੇ ਆਉਂਦਾ ਜੀ ਕੀਰਤਨ ਸੋਹਲਾ, ਜਿਹਨਾਂ ਸੋਹਲਾ ਲਿਖਿਆ ਹੋਇਆ, ਸੋਹਲਾ। ਕਿੰਨੇ 5 ਸ਼ਬਦ ਉਹਦੇ ਵਿੱਚ ਆ। ਓਕੇ। ਸੋ ਗੁਰਦੀਪ ਨੇ ਕਿਹਾ ਕਿ ਜਿਹੜੀ ਕਰਤਾਰਪੁਰੀ ਬੀੜ ਹੈ ਉਹਦੇ ਵਿੱਚ ਪਹਿਲਾ ਮੂਲ ਮੰਤਰ ਹੈ, ਫਿਰ ਜਪਜੀ ਸਾਹਿਬ ਹੈ ਜਿਹਨੂੰ ਅਸੀਂ ਜਪ ਕਹਿੰਦੇ ਹਾਂ, ਫਿਰ ਸੋਦਰ ਦੇ ਹੈਡਿੰਗ ਥੱਲੇ 5 ਸ਼ਬਦ ਨੇ, ਫਿਰ ਕੀਰਤਨ ਸੋਹਲੇ ਦੇ ਥੱਲੇ 5 ਸ਼ਬਦ ਨੇ। ਉੱਥੇ ਸੋਹਲਾ ਲਿਖਿਆ, ਕੀਰਤਨ ਸੋਹਲਾ ਨਹੀਂ ਲਿਖਿਆ ਹੋਇਆ। ਹਾਂਜੀ ਮਹਿੰਦਰ, ਤੁਸੀਂ ਨੈਕਸਟ ਜਵਾਬ ਦਿਓਗੇ। ਦਮਦਮੀ ਬੀੜ ਵਿੱਚ ਨਿਤਨੇਮ ਬਾਣੀ ਦੇ ਵਿੱਚ ਕਿਹੜੇ ਕਿਹੜੇ ਹੈਡਿੰਗ ਨੇ? ਦਮਦਮੀ ਬਾਣੀ ਬੀੜ ਵਿੱਚ ਪਹਿਲਾਂ ਸਭ ਤੋਂ ਜਪਜੀ ਸਾਹਿਬ, ਮੂਲ ਮੰਤਰ ਕਹਿ ਲਓ, ਮੂਲ ਮੰਤਰ, ਫਿਰ ਜਪਜੀ ਸਾਹਿਬ। ਜਪਜੀ ਸਾਹਿਬ, ਉਸ ਤੋਂ ਬਾਅਦ ਫਿਰ ਆ ਜਾਂਦਾ ਸੋਦਰ ਦੀ ਬਾਣੀ, ਸੋਦਰ ਦੇ 5 ਸ਼ਬਦ। ਹਾਂਜੀ, ਉਸ ਤੋਂ ਬਾਅਦ ਜਿਹੜੇ ਆ ਜਾਂਦੇ ਆ ਆਪਣੇ ਰਾਗ ਸੋਪੁਰਖ ਦੇ ਸ਼ਬਦ ਜਿਹੜੇ ਆ 5-4 ਸ਼ਬਦ ਜਿਹੜੇ ਸੋਪੁਰਖ ਦੇ ਆ, ਉਹ ਕਰਤਾਰਪੁਰੀ ਬੀੜ ਵਿੱਚੋਂ ਕੱਢ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮੀ ਬੀੜ ਵਿੱਚ ਪਾਤੇ। ਪਹਿਲਾ ਜੋ ਤੁਸੀਂ ਕਿਹਾ ਠੀਕ ਹੈ, ਸੈਕੰਡ ਜਿਹੜਾ ਐਕਸਪਲੇਨੇਸ਼ਨ ਉਹ ਤੁਹਾਡਾ ਗਲਤ ਹੈ। ਪਹਿਲਾ ਠੀਕ ਹੈ ਕਿ ਉਹਦੇ ਵਿੱਚ ਸੋਪੁਰਖ ਦੇ 4 ਸ਼ਬਦ ਨੇ। ਗੁਰੂ ਗੋਬਿੰਦ ਕਿੰਨੇ ਕੱਢੇ ਨੇ, ਕਿੰਨੇ ਪਾਏ ਨੇ? ਕੱਢਿਆ ਕਿਧਰੋਂ ਕੁਝ ਵੀ ਨਹੀਂ ਅਸੀਂ। ਸੋ ਲੇਕਿਨ ਦਮਦਮੀ ਬੀੜ ਦੇ ਵਿੱਚ ਪਹਿਲੇ ਸੈਕਸ਼ਨ ਦੇ ਵਿੱਚ 4 ਸ਼ਬਦ ਹੋਰ ਵੀ ਨੇ
ਜਿਹੜੇ ਸੋ ਪੁਰਖ ਤੇ ਹੈਡਿੰਗ ਥੱਲੇ ਨੇ। ਇਹ ਸ਼ਬਦ ਜਿਹੜੇ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਨੇ ਔਰ ਇਹ ਰਾਗ ਸੈਕਸ਼ਨ ਵਿੱਚੋਂ ਲਏ ਗਏ ਨੇ। They have come from the rag section. So total ਸ਼ਬਦ ਜਿਹੜੇ ਨੇ ਜਪਜੀ ਸਾਹਿਬ ਨੂੰ ਛੱਡ ਕੇ 14 ਹੋ ਗਏ ਦਮਦਮੇ ਬੀੜ ਵਿੱਚ, 5 ਸੋਦਰ, 5 ਕੀਰਤਨ ਸੋਹਿਲਾ 4 ਸੋ ਪੁਰਖ 14 ਪਲੱਸ ਜਪਜੀ ਸਾਹਿਬ ਪਲੱਸ ਮੂਲ ਮੰਤਰ ਜਿਹਨੂੰ ਕਹਿੰਦੇ ਹੋ। ਕਈ ਲੋਕਾਂ ਨੂੰ ਵੈਸੇ ਜਿਹੜਾ ਵਰਡ ਹੈ ਮੰਤਰ ਉਹ ਅੱਛਾ ਨਹੀਂ ਲੱਗਦਾ, ਉਹ ਕਹਿੰਦੇ ਨੇ ਸਿੱਖੀ ਵਰਡ ਨਹੀਂ ਹੈ, ਪਰ ਚਲੋ ਐਨੀਵੇ ਜੋ ਅਸੀਂ ਸ਼ੁਰੂ ਤੋਂ ਪੜ੍ਹਿਆ ਜਾਂ ਅਸੀਂ ਕਿਸੇ ਕੰਟਰੋਵਰਸੀ 'ਚ ਗਏ ਨਹੀਂ। ਇੱਕ ਕੰਪੋਜੀਸ਼ਨ ਆਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਇਨਵੋਕੇਸ਼ਨ ਕਹਿ ਲਓ ਅੰਗਰੇਜ਼ੀ ਵਿੱਚ ਕੋਈ ਕ੍ਰਿਟਿਸਿਜ਼ਮ ਨਹੀਂ ਕਰੇਗਾ। ਨਵਤੇਜ ਜਿਹੜੇ ਜਪਜੀ ਸਾਹਿਬ ਹੈ ਜਿਹਦੇ ਵਿੱਚ 2 ਸ਼ਲੋਕ ਤੇ 38 ਪੌੜੀਆਂ, ਇਹ ਕਿਹੜੇ ਰਾਗ ਵਿੱਚ ਹੈ? ਜਿਹੜੇ ਸ਼ਲੋਕ ਹੈਗਾ ਉਹ ਰਾਗ ਗੁਜਰੀ ਵਿੱਚ ਹੈਗਾ। ਕੀ ਚੀਜ਼? ਤੇ ਦੂਜਾ ਸ਼ਲੋਕ ਜਿਹੜਾ ਉਹ ਰਾਗ ਮਾਝ ਦੇ ਵਿੱਚ। ਫਿਰ ਬੋਲ। ਰਾਗ ਮਾਝ ਦੇ ਵਿੱਚ ਦੂਜਾ ਸ਼ਲੋਕ। ਹਾਂ ਅੱਗੇ ਬੋਲੀ ਜਾਓ। ਤੇ ਪਹਿਲਾ ਸ਼ਲੋਕ ਜਿਹੜਾ ਹੈ ਉਹ ਰਾਗ ਗੁਜਰੀ ਜਿਹੜਾ ਆਪਣੇ ਸੁਖਮਨੀ ਸਾਹਿਬ ਦੇ ਸੈਕਸ਼ਨ ਦੇ ਵਿੱਚ ਆਉਂਦਾ ਹੈਗਾ। ਰਾਗ ਗੌੜੀ ਹੋਇਆ ਨਾ। ਗੌੜੀ। ਮੈਂ ਜਪਜੀ ਸਾਹਿਬ ਦਾ ਪੁੱਛਿਆ ਕਿ ਜਪਜੀ ਸਾਹਿਬ ਕਿਹੜੇ ਰਾਗ 'ਚ ਹੈ? ਜਪਜੀ ਸਾਹਿਬ ਦਾ ਕੋਈ ਰਾਗ ਨਹੀਂ ਹੈ। ਦੈਟ ਇਜ਼ ਦੀ ਆਨਸਰ ਕਿ ਜਪਜੀ ਸਾਹਿਬ ਕਿਸੇ ਰਾਗ ਵਿੱਚ ਨਹੀਂ ਲਿਖਿਆ ਗਿਆ ਜਾਂ ਕਿਸੇ ਰਾਗ ਥੱਲੇ ਨਹੀਂ ਉਹਨੂੰ ਲਿਖਿਆ ਗਿਆ ਗੁਰੂ ਸਾਹਿਬ ਨੇ, ਲੇਕਿਨ ਜਿਹੜੇ ਸ਼ਲੋਕ ਨੇ ਉਹ ਰਾਗਾਂ ਦੇ ਸੈਕਸ਼ਨ ਵਿੱਚ ਵੀ ਆਏ ਨੇ। ਜਿਹੜਾ ਨਵਤੇਜ ਨੇ ਕਿਹਾ ਪਹਿਲਾ ਜਿਹੜਾ ਸ਼ਲੋਕ ਹੈ ਆਦ ਸੱਚ ਜੁਗਾਦ ਸੱਚ, ਉਹ ਨਵਤੇਜ ਨੇ ਕਿਹਾ ਜਿਸ ਤਰ੍ਹਾਂ ਉਹ ਚੂੰਕਿ ਰਾਗ ਗੌੜੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਸਭ ਤੋਂ ਮਾਸਟਰ ਕੰਪੋਜੀਸ਼ਨ ਹੈ ਇਹ ਉਹਦੇ ਵਿੱਚ ਵੀ ਆਉਂਦਾ। ਔਰ ਦੂਸਰਾ ਜਿਹੜਾ ਹੈ ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਇਹ ਕਿਹੜੀ ਜਗ੍ਹਾ? ਹਾਂ ਪਰਮਜੀਤ। ਰਾਗ ਮਾਝ ਅੰਕ 146। ਨਹੀਂ ਰਾਗ ਮਾਝ ਵਿੱਚ ਹੈ ਪਰ ਰਾਗ ਮਾਝ ਕਿੱਥੇ ਹੈ? ਅੰਕ 146 ਤੇ। ਵੈਰੀ ਗੁੱਡ। ਤੁਹਾਨੂੰ ਪੇਜ ਨੰਬਰ ਵੀ ਆਉਂਦਾ। ਕਿਹੜੀ ਕੰਪੋਜੀਸ਼ਨ 'ਚ ਹੈ? ਗੁਰੂ ਅੰਗਦ ਦੇਵ ਜੀ ਥੱਲੇ। ਮੈਂ ਵੈਰੀ ਹੈਪੀ ਵਿਦ ਯੂ, ਪਰ ਮੈਂ ਕਹਿ ਰਿਹਾ ਇਹ ਸ਼ਲੋਕ ਕਿਹੜੀ ਕੰਪੋਜੀਸ਼ਨ ਦਾ ਹਿੱਸਾ ਹੈ ਰਾਗ ਮਾਝ ਵਿੱਚ? ਵਜ਼ੀਰ ਜੀ ਹੱਥ ਖੜਾ ਕਰ ਰਹੇ ਨੇ, ਪਹਿਲਾਂ ਦੱਸਣਾ ਹੀ ਦੱਸਦੇ। ਹਾਂਜੀ ਵਜ਼ੀਰ ਜੀ ਦੱਸੋ ਇਹਨੂੰ। ਵਾਰ ਦਾ ਹਿੱਸਾ ਹੈ। ਵਾਰ ਦਾ ਹਿੱਸਾ, ਵਾਰ ਦਾ ਇੱਕ ਸ਼ਲੋਕ ਹੈ ਔਰ ਤੂੰ ਪੇਜ ਨੰਬਰ ਦੱਸਿਆ, ਇਸ ਕਰਕੇ ਤੈਨੂੰ ਕੁਛ ਨਾ ਕੋਈ ਨੰਬਰ ਤਾਂ ਮਿਲਣਗੇ। That is very good, very intelligent of you. ਅੱਛਾ ਚਲੋ ਅੱਜ ਚੂੰਕਿ ਅਸੀਂ ਗੁਰੂ ਅਰਜਨ ਦੇਵ ਜੀ ਦੇ ਬਾਰੇ ਗੱਲ ਕਰਨੀ ਹੈ, ਉਸ ਤੋਂ ਪਹਿਲਾਂ ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਬਾਰੇ ਬੇਟੀ ਨੂੰ ਪੁੱਛਾਂਗੇ। ਸੋ ਕਿਧਰੇ ਪੜ੍ਹ ਰਿਹਾ ਸੀ ਕਿ ਜਿਹੜਾ ਸੁਖਮਨੀ ਸਾਹਿਬ ਦੇ ਵਿੱਚ ਸ਼ਲੋਕ ਆਦ ਸੱਚ ਜੁਗਾਦ ਸੱਚ ਹੈ, ਹਾਂਜੀ, ਇਹ ਜਦੋਂ ਗੁਰੂ ਅਰਜਨ ਗੁਰੂ ਨਾਨਕ ਦੇ ਪੁੱਤ ਨੂੰ ਜਿਹੜਾ ਆਪਣਾ ਮੱਠ ਚਲਾ ਰਿਹਾ ਸੀ ਉਹਨਾਂ ਕੋਲੇ ਗਏ, ਉਹਨਾਂ ਨੇ ਆਪਣਾ ਸੁਖਮਨੀ ਸਾਹਿਬ ਦੇ ਉਦੋਂ 16 ਅਸ਼ਟਪਦੀਆਂ ਰਚੀਆਂ ਸੀ। ਉਹਨੇ ਕਿਹਾ ਵੀ ਤੂੰ ਹੋਰ ਰਚ ਇਹਨਾਂ ਨੂੰ, ਤੇ ਗੁਰੂ ਅਰਜਨ ਨੇ ਫॉर ਰਿਸਪੈਕਟ ਨੂੰ ਕਹਿੰਦਾ ਵੀ ਹੁਣ ਤੁਸੀਂ ਇਹ ਤੋਂ ਅੱਗੇ ਇਹ ਚ ਵਾਧਾ ਕਰ ਦਿਓ। ਅੱਛਾ ਜੀ। ਚੰਦ ਨੇ ਫਿਰ ਇਹ ਸ਼ਲੋਕ ਬਾਬੇ ਨਾਨਕ ਦਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ 17 ਤੋਂ ਬਾਅਦ ਰੱਖ ਕੇ ਗੁਰੂ ਅਰਜਨ ਨੂੰ ਦੇ ਕੇ ਹੁਣ ਤੋਂ ਇਹਨੂੰ ਕੰਪਲੀਟ ਕਰ ਦੇ। ਬਹੁਤ ਆਪਣਾ ਵਜ਼ੀਰ ਸਿੰਘ ਜੀ ਦੀ ਬੜੀ ਰਿਸਰਚ ਹੁੰਦੀ ਹੈ, ਹਰ ਚੀਜ਼ ਵੀ ਜਿਹੜੀ ਹੈ ਦੱਸਦੇ ਨੇ, ਕਲਾਸ ਜ਼ਰੂਰ ਉਹਨੂੰ ਨੋਟ ਕਰੇ। ਚੱਲ ਬਿਟੀਆ ਰਾਣੀ ਤੇਰੇ ਤੋਂ ਸ਼ੁਰੂ ਕਰਦੇ ਹਾਂ। ਗੁਰੂ ਹਰਗੋਬਿੰਦ ਸਾਹਿਬ ਦੀਆਂ ਕੁਝ ਬੇਸਿਕ ਚੀਜ਼ਾਂ, ਉਹਨਾਂ ਦਾ ਪਲੇਸ ਆਫ ਬਰਥ। ਵਡਾਲੀ। ਵਡਾਲੀ ਕਿੱਥੇ ਕਰਕੇ ਹੈ? ਅੰਮ੍ਰਿਤਸਰ ਦੇ ਕੋਲ। ਤੂੰ ਗਈ ਹੈ ਕਿ ਨਹੀਂ? ਅੰਮ੍ਰਿਤਸਰ ਗਈ, ਬਨੋ ਵਡਾਲੀ। ਵਡਾਲੀ ਨਹੀਂ ਗਈ। ਤੁਹਾਡੇ ਚ ਕੌਣ ਗਿਆ ਵਡਾਲੀ? ਵਜ਼ੀਰ ਤੇ ਗਏ ਹੋਣਗੇ, ਮਹਿੰਦਰ ਵੀ ਗਿਆ ਹੋਣਾ। ਨਹੀਂ ਮੈਂ ਨਹੀਂ ਗਿਆ ਵਡਾਲੀ। ਅਸੀਂ ਬਚਪਨ ਵਿੱਚ ਦੇਖਿਆ, ਮੈਨੂੰ ਯਾਦ ਨਹੀਂ ਵੈਸੇ ਵਡਾਲੀ। ਕੈਲਾਸ਼ ਜੀ ਤੁਸੀਂ ਗਏ ਹੋ? ਨਹੀਂ, ਅਸੀਂ ਰਹਿੰਦੇ ਅੰਮ੍ਰਿਤਸਰ ਸੀਗੇ।
ਗੁਰੂ ਹਰਗੋਬਿੰਦ ਕੁਐਸਚਨ ਨੰਬਰ 2 ਉਹ ਕਿਹੜੀ ਜਗ੍ਹਾ ਜੋਤੀ ਜੋਤ ਸਮਾਏ ਨੇ ਪਰਮਜੀਤ? ਕੀਰਤਪੁਰ। ਕੀਰਤਪੁਰ। ਕੀਰਤਪੁਰ ਐਕਚੁਅਲੀ ਕਿਹਨੇ ਐਸਟੈਬਲਿਸ਼ ਕੀਤਾ? ਕਿਹੜੇ ਗੁਰੂ ਸਾਹਿਬ ਨੇ ਬਣਾਇਆ ਸ਼ਹਿਰ? ਗੁਰੂ ਹਰਗੋਬਿੰਦ ਸਾਹਿਬ ਜੀ। ਉਹਨਾਂ ਦੀ ਗੱਲ ਹੀ ਕਰ ਰਹੇ ਆ। ਹਾਂਜੀ ਕਹਿਣਾ ਉਹਨਾਂ ਹੀ ਬਣਾਇਆ ਹਾਂਜੀ ਜਿਹਦੀ ਤੂੰ ਗੱਲ ਕਰ ਰਹੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਜਿੱਥੇ ਉਹ ਜੋਤੀ ਜੋਤ ਸਮਾਏ ਨੇ, ਇਹ ਸ਼ਹਿਰ ਵੀ, ਇਹ ਜੋ ਵੀ ਕੁਝ ਟਾਊਨ ਹੈ, ਕੁਝ ਕਹਿ ਲਓ, ਇਹ ਗੁਰੂ ਹਰਗੋਬਿੰਦ ਸਾਹਿਬ ਨੇ ਹੀ ਵਸਾਇਆ ਸੀ। ਉੱਥੇ ਉਹ ਜਾ ਕੇ ਜਿਹੜੇ ਲਾਸਟ 5-6 ਸਾਲ ਰਹੇ ਨੇ, ਔਰ ਉਹਦੇ ਬਾਅਦ ਉੱਥੇ ਹੀ ਜੋ ਉਹ ਜੋਤੀ ਜੋਤ ਸਮਾਏ ਨੇ। ਹੁਣ ਹੱਥ ਖੜਾ ਕਰਕੇ ਦੱਸ ਸਕਦੇ ਹੋ ਹੋਰ ਕਿਹੜੇ ਗੁਰੂ ਸਾਹਿਬਾਨ ਕੀਰਤਪੁਰ ਜੋਤੀ ਜੋਤ ਸਮਾਏ ਨੇ? ਗੁਰੂ ਹਰ ਰਾਏ, ਦਵਿੰਦਰ। ਗੁਰੂ ਹਰ ਰਾਏ, ਗੁਰੂ ਹਰ ਰਾਏ। ਕਿਹੜੇ ਕਿਹੜੇ ਗੁਰੂ ਸਾਹਿਬ ਇੱਥੇ ਉਹਨਾਂ ਦਾ ਵਰਸ ਹੈ? ਗੁਰੂ ਹਰ ਰਾਏ ਤੇ ਗੁਰੂ ਹਰਗੋਬਿੰਦ, ਗੁਰੂ ਹਰਕ੍ਰਿਸ਼ਨ ਜੀ। ਦੇਖੋ ਇੱਕ ਗੱਲ ਹੈ ਕਿ ਮੈਨੂੰ ਪਤਾ ਕਿ ਹਰ ਸਵਾਲ ਦਾ ਜਵਾਬ ਵਜ਼ੀਰ ਜੀ ਕੋਲ ਹੈਗਾ, ਔਰ ਵਜ਼ੀਰ ਜੀ ਦਾ ਹੱਥ ਵੀ ਹੁੰਦਾ। ਵਜ਼ੀਰ ਜੀ ਮੈਂ ਤੁਹਾਨੂੰ ਤਾਂ ਨਹੀਂ ਪੁੱਛਦਾ ਕਿ ਮੈਂ ਬੱਚਿਆਂ ਨੂੰ ਚਾਂਸ ਦੇਣਾ, ਬੱਚਿਆਂ ਨੂੰ ਖੜਾ ਨਹੀਂ ਕਰਦਾ। ਮੈਨੂੰ ਪਤਾ ਹੈ ਕਿ ਨਹੀਂ, ਪਰ ਠੀਕ ਹੈ ਤੁਸੀਂ ਹੱਥ ਖੜਾ ਕਰਦੇ, ਮੈਨੂੰ ਅੱਛਾ ਲੱਗਦਾ ਕਿ ਇੱਕ ਪਰਮਜੀਤ ਦਾ ਹੱਥ ਹਮੇਸ਼ਾ ਹੁੰਦਾ, ਗੁਰਦੀਪ ਦਾ ਹੁੰਦਾ ਹੈ, ਇਹਨਾਂ ਨੂੰ ਤਕਰੀਬਨ ਸਾਰੇ ਜਵਾਬ ਆਉਂਦੇ ਨੇ। ਅੱਜ ਨਵਤੇਜ ਥੋੜਾ ਜਿਹਾ ਮੇਰੇ ਖਿਆਲ ਦਾ ਧਿਆਨ ਕਿਧਰੇ ਹੋਰ ਹੈ, ਕੋਈ ਗੱਲ ਨਹੀਂ, ਇਟ ਇਜ਼ ਫਾਈਨ। ਇਹ ਦੱਸੋ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਕਿੰਨੇ ਬੱਚੇ ਨੇ? ਤੂੰ ਪਰਮਜੀਤ ਦੱਸੇਗੀ ਕਿ ਨਵਤੇਜ ਨੂੰ ਪੁੱਛਾਂ? ਚੱਲ ਨਵਤੇਜ ਨੂੰ ਪੁੱਛ ਲੈ। ਪੰਜ ਬੇਟੇ ਤਾਂ ਇੱਕ ਬੇਟੀ। ਹਾਂਜੀ 5 ਬੇਟੇ 1 ਬੇਟੀ। ਮੈਂ ਦਵਿੰਦਰ ਨਵਤੇਜ ਨੂੰ ਪੁੱਛਿਆ ਸੀ। ਸੌਰੀ। ਛੇ ਨੇ, ਪੰਜ ਪੁੱਤਰ ਤੇ 1 ਬੇਟੀ ਹੈ। ਚੱਲ ਨਵਤੇਜ ਤੂੰ ਬੇਟੀ ਦਾ ਨਾਮ ਦੱਸ ਦੇ। ਬੀਬੀ ਵੀਰੋ। ਕੋਈ ਉਹਨਾਂ ਦੀ ਜ਼ਿੰਦਗੀ ਬਾਰੇ ਕੋਈ ਇਵੈਂਟ ਪਤਾ ਜਿਹੜਾ ਕਿ ਹਿਸਟਰੀ ਦੇ ਵਿੱਚ ਰਿਕਾਰਡਡ ਹੈ, ਜਿਹੜਾ ਕਿ ਦੱਸਿਆ ਜਾ ਸਕਦਾ? ਵਿਆਹ ਤੇ ਕਿਸੇ ਦਾ ਵੀ ਹੁੰਦਾ, ਪਰ ਉਹਨਾਂ ਦੇ ਵਿਆਹ ਦੇ ਇਵੈਂਟ ਤੇ ਇੱਕ ਕੋਈ ਹਿਸਟੋਰੀਕਲ ਇਵੈਂਟ ਹੈ ਜਿਹੜਾ ਤੈਨੂੰ ਯਾਦ ਹੈ? ਹਾਂਜੀ, ਕਿਉਂ ਕਹਿੰਦੇ ਸੀ ਕਿ ਉਸ ਵੇਲੇ ਜਦੋਂ ਉਹਨਾਂ ਦੀ ਵਿਆਹ ਹੋਣ ਵਾਲਾ ਸੀਗਾ ਕਿ ਕੋਈ ਡਾਕੂ ਸੀਗੇ ਜਿਹੜੇ ਆ ਗਏ ਸੀਗੇ ਕਿ ਉਹਨਾਂ ਨੂੰ। ਡਾਕੂਆਂ ਦਾ ਕੰਮ ਹੀ ਕੋਈ ਨਹੀਂ। ਹਾਂਜੀ, ਕਿ ਉਹ was it ਚੰਦਰੂ ਸ਼ਾਹ ਦਾ ਕੋਈ ਸੀਗਾ ਵਿੱਚ ਹਾਥੇ ਦੇ ਵਿੱਚ? ਮੁਗਲ ਹੀ ਸਨ, ਮੁਗਲ ਆਰਮੀ ਸੀ। ਕਿਉਂਕਿ ਦੇਖੋ ਜਦੋਂ ਤੋਂ ਗੁਰੂ ਹਰਗੋਬਿੰਦ ਸਾਹਿਬ ਹਥਿਆਰਬੰਦ ਹੋਏ ਨੇ, ਉਹਨਾਂ ਨੇ ਵੈਪਨ ਚੁੱਕਿਆ। ਵੈਸੇ ਤੇ ਤਸੀਹੇ ਉਹਨਾਂ ਨੇ ਗੁਰੂ ਅਰਜਨ ਨੂੰ ਘੱਟ ਨਹੀਂ ਦਿੱਤੇ, ਪਰ ਗੁਰੂ ਹਰਗੋਬਿੰਦ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਲਾਈਫ ਜਦੋਂ ਪੜਾਂਗੇ ਅਸੀਂ ਡਿਟੇਲ ਵਿੱਚ, ਕਿਉਂਕਿ ਇਹਨਾਂ ਦੇ ਕੋਲ ਹੁਣ ਇਹ ਸੰਤ ਸਿਪਾਹੀ ਨੇ, ਮਤਲਬ ਬਿਲਕੁਲ ਸੰਤ ਫਕੀਰਾਂ ਵਾਂਗੂ ਚੋਲੇ ਪਾ ਕੇ ਨਹੀਂ ਬੈਠੇ ਹੋਏ, ਇਹਨਾਂ ਨੇ ਪੰਥ ਨੂੰ ਡਿਫੈਂਡ ਵੀ ਕਰਨਾ। ਤੇ ਜਦ ਇਹਨਾਂ ਦੇ ਕੋਲ ਹਥਿਆਰ ਨੇ, ਘੋੜਸਵਾਰੀ ਕਰਦੇ ਨੇ, ਇਹਨਾਂ ਕੋਲ ਆਪਣੀ ਫੌਜ ਹੈ, ਤੇ ਨੈਚੁਰਲੀ ਮੁਗਲਾਂ ਨੂੰ ਕੋਈ ਨਾ ਕੋਈ ਤੇ ਮੁਗਲ ਅਲਰਟ ਸਨ, ਤੇ ਕੋਈ ਚਾਂਸ ਲੱਭਦੇ ਸਨ ਕਿ ਕਦੋਂ ਅਸੀਂ ਇਹਨਾਂ ਨੂੰ ਤੰਗ ਕਰੀਏ ਜਾਂ ਕਦੋਂ ਉਹਨਾਂ ਤੇ ਅਟੈਕ ਕਰੀਏ। ਤੋਂ ਜਦੋਂ ਉਹਨਾਂ ਨੂੰ ਕਿਧਰੇ ਸੂਹ ਮਿਲੀ ਸੀ ਕਿ ਇਹਨਾਂ ਦੇ ਬੇਟੀ ਦਾ ਵਿਆਹ ਹੈ, ਉੱਥੇ ਕਾਫੀ ਸਿੱਖ ਇਕੱਠੇ ਹੋਏ ਹੋਣਗੇ, ਔਰ ਸੋ ਉਹ ਉਹਨਾਂ ਨੂੰ ਓਕੇਜ਼ਨ ਜਿਹੜਾ ਸੀ ਉਹ ਅਪਰੋਪਰੀਏਟ ਲੱਗਾ। ਉਸ ਵੇਲੇ ਉਹਨਾਂ ਨੇ ਅਟੈਕ ਕਰਨਾ ਸੀ ਔਰ ਕੀਤਾ, ਪਰ ਗੁਰੂ ਸਾਹਿਬ ਨੂੰ ਪਹਿਲਾਂ ਪਤਾ ਲੱਗਿਆ ਸੀ। ਸੋ ਗੁਰੂ ਸਾਹਿਬ ਨੇ ਬਰਾਤ ਜਿਹੜੀ ਸੀ, ਮਤਲਬ ਸਾਰਾ ਜਿਹੜਾ ਉਹਨਾਂ ਦਾ ਆਪਣੇ ਰਿਸ਼ਤੇਦਾਰ ਸਾਰੇ ਇਕੱਠੇ ਹੋਏ ਸਨ, ਤੇ ਬੀਬੀ ਵੀਰੋ ਨੂੰ ਉੱਥੋਂ ਅੰਮ੍ਰਿਤਸਰ ਤੋਂ ਉਹਨਾਂ ਨੇ ਕਿਸੇ ਸੇਫ ਜਗ੍ਹਾ ਤੇ ਲੈ ਗਏ ਸਨ। ਪਰ ਉਹ ਜਿਸ ਵੇਲੇ ਆਏ ਸਨ, ਉਹਨਾਂ ਨੂੰ ਕਹਿੰਦੇ ਨੇ, ਭਾਵੇਂ ਇਤਿਹਾਸੇ ਵਾਲੀ ਗੱਲ ਹੈ, ਮੁਗਲ ਫੌਜ ਨੂੰ ਸਿਰਫ ਉੱਥੇ ਮਠਾਈਆਂ ਲੱਭੀਆਂ ਸੀ, ਉਹ ਮਠਾਈ ਖਾ ਕੇ ਵਾਪਸ ਚਲੇ ਗਏ ਸਨ, ਪਰ ਉਹਨਾਂ ਨੂੰ ਕੋਈ ਸਿੱਖ ਸੰਗਤ ਉਹਨਾਂ ਨੂੰ ਉੱਥੇ ਨਹੀਂ ਸੀ ਲੱਭੀ ਜਿਹਨੂੰ ਉਹ ਤੰਗ ਕਰ ਸਕਦੇ ਸਨ। ਗੁਰੂ ਹਰਗੋਬਿੰਦ ਸਾਹਿਬ ਦੇ 2 ਬੇਟੀਆਂ ਦਾ ਵਿਆਹ ਕਰਤਾਰਪੁਰ ਹੋਇਆ, ਉਹ ਕੌਣ ਦੱਸ ਸਕਦਾ? ਕਿਹੜੇ ਕਿਹੜੇ ਬੇਟੇ ਦਾ ਵਿਆਹ? ਪਰਮਜੀਤ ਦਾ ਹੱਥ ਖੜਾ, ਹੋਰ ਕੋਈ ਦੱਸ ਸਕਦਾ ਪਰਮਜੀਤ ਤੋਂ ਇਲਾਵਾ? ਮਿੰਦਰ। ਹਾਂਜੀ। ਇੱਕ ਤਾਂ ਗੁਰੂ ਤੇਗ ਬਹਾਦਰ ਜੀ। ਹਾਂਜੀ। ਤੇ ਇਹ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਛੋਟਾ ਬੇਟਾ ਸੀ ਬਾਬਾ, ਉਹਦਾ ਨਾਮ ਤੁਸੀਂ ਮੈਨੂੰ ਯਾਦ ਕਰਾਉਂਦੇ ਹੋ ਜਿਹੜਾ ਅਟਕ ਗਏ ਹੋ। ਬਾਬਾ ਗੁਰਦਿੱਤਾ ਜੀ।
ਨਾ ਸੌਰੀ ਗੁਰਦੀਪ ਬਾਬਾ ਸੂਰਜਮਲ ਬਾਬਾ ਸੂਰਜਮਲ ਤੇ ਗੁਰੂ ਤੇਗ ਬਹਾਦਰ ਬਹਾਦਰ ਜੀ ਦਾ ਉੱਥੇ ਵਿਆਹ ਹੋਇਆ। ਗੁਰੂ ਤੇਗ ਬਹਾਦਰ ਜੀ ਦਾ ਵਿਆਹ, ਉਹਨਾਂ ਦੀ ਬੀਵੀ ਦਾ ਨਾਮ ਵੀ ਫਟਾਫਟ ਦੱਸ ਦਿਓ ਪਰਮਜੀਤ ਜੀ। ਮਾਤਾ ਨਾਨਕੀ। ਗੁਰੂ ਤੇਗ ਬਹਾਦਰ ਦੀ ਬੀਵੀ ਦਾ ਉਹ ਮਾਤਾ ਗੁਜਰੀ। ਮਾਤਾ ਗੁਜਰੀ ਜੀ। ਕਿਉਂਕਿ ਉਹਨਾਂ ਦਾ ਵਿਆਹ ਉੱਥੇ ਹੋਇਆ ਤੇ ਮੈਂ ਉਹ ਨਾਮ ਪੁੱਛ ਰਿਹਾ ਤੇ ਉਹ ਮਾਤਾ ਗੁਜਰੀ ਜੀ ਹੈ। ਚਲ ਹੁਣ ਜੋ ਤੂੰ ਦੱਸਣਾ ਉਹ ਵੀ ਦੱਸ ਦੇ। ਕੈਲਾਸ਼ ਕੋਲੋਂ ਪੁੱਛਦੇ ਹਾਂ। ਕੈਲਾਸ਼ ਜੀ, ਇਹਨੇ ਇੱਕ ਨਾਂ ਲਿਆ ਮਾਤਾ ਨਾਨਕੀ। ਹਾਂਜੀ ਗੁਰੂ ਨਾਨਕ ਸਾਹਿਬ ਦੀ ਭੈਣ ਨਹੀਂ। ਹਾਂਜੀ ਗੁਰੂ ਹਰਗੋਬਿੰਦ ਸਾਹਿਬ ਦੀ ਗੱਲ ਕਰ ਰਹੇ ਹਾਂ। ਹਾਂਜੀ ਮਾਤਾ ਨਾਨਕੀ ਨੇ ਉਹ ਉਹਨਾਂ ਦੀ ਹਿਸਟੋਰੀਕਲ ਇੰਪੋਰਟੈਂਸ ਕੀ ਹੈ? Mata Nanki was Guru Tegh Bahadur ji's mother. Very good. ਉਹ ਗੁਰੂ ਤੇਗ ਬਹਾਦਰ ਜੀ ਦੀ ਮਾਂ ਨੇ, Mother. ਇਸ ਕਰਕੇ ਉਹ ਹਿਸਟੋਰੀਕਲ ਉਹਨਾਂ ਦਾ ਨਾਂ ਹੈ ਚੱਕ ਨਾਨਕੀ ਤੋਂ। ਸੋ ਇਹ ਕਈ ਚੀਜ਼ਾਂ ਤੁਹਾਨੂੰ ਮੁਸ਼ਕਲ ਲੱਗਦੀਆਂ ਔਰ ਤੁਸੀਂ ਦੇਖੋਗੇ ਕਿ ਮਾਤਾ ਜਿਹੜੇ ਤੁਸੀਂ ਮਾਤਾ ਨਾਨਕੀ ਦੀ ਗੱਲ ਕਰਦੇ ਹੋ, ਇਹ ਐਕਚੁਅਲੀ ਇਹਨਾਂ ਦੇ ਪੇਰੈਂਟਸ ਕਿੱਥੇ ਰਹਿੰਦੇ ਸੀ? ਤੁਸੀਂ ਪੜ੍ਹਿਆ ਹੈ ਸਭ ਕੁਝ, ਲਿੰਕ ਕਰਨਾ। Baba Bakale. ਵੈਰੀ ਗੁੱਡ। ਅੱਜ ਤੇ ਕੈਲਾਸ਼ ਯੂ ਗੈਟ ਡਾਇਮੰਡ ਰਿੰਗ। ਅੱਜ ਤੁਹਾਨੂੰ ਅੱਜ ਜ਼ਬਰਦਸਤ ਹੈ ਕਿਉਂਕਿ ਉਹ ਆਪਣੇ ਨਾਨਕੇ ਗਏ ਸਨ ਗੁਰੂ ਤੇਗ ਬਹਾਦਰ, ਜਿਹੜੇ ਉਹਨਾਂ ਨੇ 22 ਸਾਲ ਜਾਂ 20 ਸਾਲ ਜੋ ਵੀ ਇਤਿਹਾਸਕਾਰ ਕਹਿੰਦੇ ਨੇ, ਉਹਨਾਂ ਨੇ ਆਪਣੇ ਨਾਨਕੇ ਕੱਟੇ ਸਨ। ਤੇ ਨਾਨਕੇ ਨੈਚੁਰਲੀ ਮਾਤਾ ਨਾਨਕੀ ਦੇ ਪੇਰੈਂਟਸ ਹੋਏ, ਜਿੱਥੇ ਜਾ ਕੇ ਗੁਰੂ ਤੇਗ ਬਹਾਦਰ ਜੀ ਰਹੇ ਸਨ। ਹੁਣ ਜਿਹੜਾ ਇਹ ਕੁਐਸਚਨ ਚੱਲ ਬਬਲੀ ਤੋਂ ਦੱਸ ਕਿ ਗੁਰੂ ਤੇਗ ਬਹਾਦਰ ਦਾ ਸੌਰੀ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਲੜਕੇ ਦਾ ਨਾਂ ਕੀ ਆ? ਸਾਨੂੰ ਨਫਤੇਜ ਹੈਲਪ ਕਰ ਸਕਦਾ? ਬਾਬਾ ਗੁਰਦਿੱਤਾ। ਬਾਬਾ ਗੁਰਦਿੱਤਾ ਜੀ। ਬਾਬਾ ਗੁਰਦਿੱਤਾ ਦੇ ਦੋ ਬੱਚਿਆਂ ਦੇ ਨਾਂ ਦੱਸੋ। ਗੁਰੂ ਹਰ ਰਾਏ ਜੀ। ਹਾਂਜੀ। ਗੁਰੂ ਹਰ ਰਾਏ ਜੀ। ਦੂਸਰਾ? ਤੇ ਰਾਮ ਰਾਏ ਜੀ। ਰਾਮ ਰਾਏ ਕਿੱਥੋਂ ਆ ਗਿਆ? ਹਾਂਜੀ ਵਜ਼ੀਰ ਜੀ ਦੱਸੋ। ਧੀਰਮਲ। ਵੱਡਾ ਜਿਹੜਾ ਗੁਰੂ ਵੱਡਾ ਧੀਰਮਲ ਤੇ ਛੋਟਾ ਹਰ ਰਾਏ, ਲੇਕਿਨ ਗੁਰੂ ਉਹਨਾਂ ਨੇ ਹਰ ਰਾਏ ਨੂੰ ਬਣਾਇਆ, ਇਸ ਕਰਕੇ ਧੀਰਮਲ ਗੁਰੂ ਘਰ ਦੇ ਖਿਲਾਫ ਹੋ ਗਿਆ ਸੀ। ਤੁਸੀਂ ਕਿਹਾ ਰਾਮ ਰਾਏ। ਦਵਿੰਦਰ ਹੁਣ ਦੱਸੋ ਕੌਣ ਸੀ? ਹਾਂਜੀ ਤੁਸੀਂ ਉਹਨੇ ਰਾਮ ਰਾਏ ਦਾ ਨਾਂ ਲਿਆ ਨਾ? ਹਾਂਜੀ। ਉਹ ਕੌਣ ਸੀ? ਰਾਮ ਰਾਏ ਗੁਰੂ ਹਰ ਰਾਏ ਜੀ ਦਾ ਬੇਟੇ ਸੀ। ਉਹ ਗੁਰੂ ਹਰ ਰਾਏ ਸਾਹਿਬ ਦਾ ਵੱਡਾ ਬੇਟਾ ਸੀ। ਵੱਡੇ ਬੇਟੇ ਸੀ। ਗੁਰੂ ਹਰ ਰਾਏ ਸਾਹਿਬ ਦਾ ਛੋਟਾ ਬੇਟਾ ਕੌਣ ਸੀ? ਹਰਕ੍ਰਿਸ਼ਨ ਜੀ। ਗੁਰੂ ਹਰਕ੍ਰਿਸ਼ਨ ਜੀ। ਬਿਲਕੁਲ ਤੁਹਾਡੇ ਸਾਰਿਆਂ ਦੇ ਜਵਾਬ ਇਸ ਹਿਸਾਬ ਸੇ ਬਿਲਕੁਲ ਠੀਕ ਨੇ। ਸੋ ਹੁਣ ਅਸੀਂ ਅੱਜ ਗੁਰੂ ਤੇਗ ਬਹਾਦਰ ਜੀ ਦਾ, ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਅੱਜ ਸ਼ਹੀਦੀ ਦਿਵਸ ਹੈ, ਤੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕਿਉਂਕਿ ਬੜੀਆਂ ਡੇਟਾਂ ਸਿੱਖ ਕੈਲੰਡਰ ਵਿੱਚ ਆਈਆਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਦਾ, ਪਰ ਬੜੀ ਹੈਰਾਨਗੀ ਦੀ ਗੱਲ ਹੈ ਸਿੱਖਾਂ ਨੂੰ ਨਹੀਂ ਪਤਾ। ਪਰ ਅੱਜ ਵੱਡੀ ਨਿਊਜ਼ ਇਹ ਸੀ ਕਿ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਅੱਜ ਗੁਰੂ ਤੇਗ ਬਹਾਦਰ ਨੂੰ ਸ਼ਰਧਾਂਜਲੀ ਪੇਸ਼ ਕੀਤੀ ਹੈ। ਤੇ ਮੋਦੀ ਸਾਹਿਬ ਦੇ ਬਿਆਨ ਤੋਂ ਸਿੱਖਾਂ ਨੂੰ ਪਤਾ ਲੱਗਿਆ ਕਿ ਅੱਜ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ। ਖੈਰ ਜਿਹੜੇ ਮੇਨ ਜਮਾਤ ਹੈ ਸਿੱਖਾਂ ਦੀ, ਉਹਨਾਂ ਨੂੰ ਤਾਂ ਜ਼ਰੂਰ ਪਤਾ ਹੋਣਾ, ਪਰ ਜਿਹੜੇ ਬਾਕੀ ਨੇ, ਮੈਨੂੰ ਕਿੰਨੇ ਹੀ ਲੋਕਾਂ ਦਾ ਅੱਜ ਆਇਆ ਜੀ ਉਹ ਤਾਂ ਨਵੰਬਰ ਵਿੱਚ ਸੀ, ਕੋਈ ਕਹਿੰਦੇ ਨੇ ਦਸੰਬਰ ਦੇ ਸ਼ੁਰੂ ਵਿੱਚ ਸੀ। ਮੈਂ ਕਿਹਾ ਕਿਉਂਕਿ ਸਾਡੇ ਕੈਲੰਡਰ ਕਈ ਨੇ, ਇੱਕ ਵੀ ਗੋ ਬਾਈ ਬਿਕਰਮੀ ਕੈਲੰਡਰ, ਇੱਕ ਅਸੀਂ ਜਿਹੜਾ ਵੀ ਗੁਰੂ ਨਾਨਕ ਸ਼ਾਹੀ ਕੈਲੰਡਰ ਬਣਿਆ ਸੀ, ਜਿਹੜਾ ਪੁਰੇਵਾਲ ਨੇ ਬਣਾਇਆ ਸੀ ਸ਼ੁਰੂ ਦਾ, ਇੱਕ ਉਹ ਹੈ। ਇੱਕ ਫਿਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹਨੂੰ ਉਹਦੇ ਵਿੱਚ ਸੋਧ ਕੀਤੀਆਂ ਸਨ, ਅਮੈਂਡਮੈਂਟ ਕੀਤੀਆਂ ਸਨ, ਤਾਂ ਥੋੜਾ ਜਿਹਾ ਸਾਨੂੰ ਕਨਫਿਊਜ਼ਨ ਹੈ। ਕੱਲ ਜਿਸ ਤਰ੍ਹਾਂ ਕਿਸੇ ਨੇ ਵੀ ਪੁੱਛਿਆ ਸੀ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਕਦੋਂ ਹੈ ਜਨਵਰੀ 'ਚ,
ਜਿਹੜਾ ਫਿਕਸ ਕੀਤਾ ਗਿਆ ਸੀ ਉਹ ਤੇ 5 ਜਨਵਰੀ ਹੈ, ਪਰ ਹੁਣ ਜਿਹੜਾ ਐਕਚੁਅਲੀ ਹੁਣ ਮਨਾਉਣਗੇ, ਹੁਣ ਨੈਚੁਰਲੀ ਅਸੀਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਹੈ ਜਾਂ ਜੋ ਹਰਮੰਦਰ ਸਾਹਿਬ ਜਦੋਂ ਕੋਈ ਵੀ ਤਿਉਹਾਰ ਮਨਾਇਆ ਜਾਂਦਾ ਅਸੀਂ ਤਾਂ ਉਹਨੂੰ ਫੋਲੋ ਕਰਦੇ ਹਾਂ। ਸੋ ਉਸ ਹਿਸਾਬ ਸਿਰ ਗੁਰੂ ਤੇਗ ਬਹਾਦਰ ਜੀ ਦਾ ਮਾਰਟਰਡਮ ਡੇ ਅੱਜ ਹੈ। ਤੁਹਾਨੂੰ ਤੁਸੀਂ ਸਾਰਿਆਂ ਨੇ ਗੁਰੂ ਤੇਗ ਬਹਾਦਰ ਦੀ ਲਾਈਫ ਬਹੁਤ ਵਾਰੀ ਪੜ੍ਹੀ ਹੈ। ਉਹਨਾਂ ਨੂੰ ਹਿੰਦ ਦੀ ਚਾਦਰ ਵੀ ਕਹਿੰਦੇ ਨੇ, ਦੀ ਸ਼ੀਲਡ ਆਫ ਇੰਡੀਆ, ਦੀ ਓਨਰ ਆਫ ਇੰਡੀਆ, ਜਿਨ੍ਹਾਂ ਨੇ ਖੁਦ ਜਾ ਕੇ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਆਪਣਾ ਸੀਸ ਦਿੱਤਾ। ਕੌਣ ਦਿੰਦਾ ਆਪਣਾ? ਐਂਡ ਹੀ ਵਾਸ ਆਲਸੋ ਓਨਲੀ 54 ਕੋਈ ਏਜ ਨਹੀਂ ਹੈ। 43 ਈਅਰ ਦੀ ਏਜ ਵਿੱਚ ਗੁਰੂ ਬਣੇ ਨੇ। ਇਟ ਵਾਸ ਓਨਲੀ 11 years that he was a ਗੁਰੂ, ਔਰ ਉਹਨਾਂ ਦਾ ਬੇਟਾ ਹਾਲੇ ਸਿਰਫ 9 ਸਾਲ ਦਾ। ਐਂਡ he has volunteered to go and sacrifice his life to save injustice, atrocities. ਹੁਣ ਉਹਨਾਂ ਤੇ ਹਰ ਹਿਸਟੋਰੀਅਨ ਨੇ ਡਿਫਰੈਂਟ ਰੀਜ਼ਨਸ ਲਿਖੇ ਨੇ ਉਹਨਾਂ ਦੀ ਸੈਕਰੀਫਾਈਸ ਦੇ। ਕਿਸੇ ਨੇ ਕਿਹਾ ਜੀ ਉਹਨਾਂ ਕੋਈ ਕੰਪਨਸੇਸ਼ਨ ਦੇਣੀ ਸੀ, ਕੋਈ ਫਾਈਨ ਸੀ, ਕੋਈ, ਪਰ ਜੇ ਤੁਸੀਂ ਅੰਡਰ ਦੀ ਲਾਈਨ ਪੜ੍ਹੋ ਨਾ ਔਰ ਬਿਟਵੀਨ ਦਾ ਲਾਈਨਸ ਪੜ੍ਹੋ, ਬਰੀਕ ਬਰੀਕ ਅਕਸ਼ਰਾਂ ਜਿਹੜਾ ਲਿਖਿਆ ਹੁੰਦਾ, ਉਹਨਾਂ ਦੀ ਪਪੂਲੈਰਿਟੀ, ਉਹਨਾਂ ਦਾ ਕ੍ਰਿਸ਼ਮਾ, ਉਹਨਾਂ ਦੀ ਪਰਸਨੈਲਿਟੀ, and look at that, the establishment of Harimandir and the compilation of the Granth Sahib, ਜਿਹਨੂੰ ਆਦਿ ਗ੍ਰੰਥ ਵੀ ਕਹਿੰਦੇ ਹੋ। all that, ਜਿਸ ਵੇਲੇ ਪੰਜਾਬ ਦਾ ਦੌਰਾ ਉਹਨਾਂ ਨੇ ਕੀਤਾ ਤੇ ਪਤਾ ਲੱਗਾ ਵੀ ਹਰਮੰਦਰ ਸਾਹਿਬ ਬਣਿਆ, ਪਤਾ ਲੱਗਾ ਕਿ ਗ੍ਰੰਥ ਸਾਹਿਬ ਦੀ ਸਥਾਪਨਾ ਹੋਈ ਹੈ। ਦੀ ਜਿਸ ਤਰ੍ਹਾਂ ਮੈਂ ਵਰਡ ਪਹਿਲਾਂ ਵੀ ਯੂਜ਼ ਕੀਤੇ ਸਨ, the peasants and the jats of Punjab in majority came under his fold. बस यह हुकूमत को ठीक नहीं लगा। दिस वाज हिज कसूर। बाकी जो मर्जी तुसीं बहाने ला लो, यह होया ते यह होया। एक करिश्मा सी उन्हां दी परसनैलिटी दा कि जेड़े हिंदू मुसलमान बन रहे सन या जेड़े मुसलमान भी अद्धे विचारे विचकार सन कोई की ने, वो सारे गुरु अर्जन दे फोल्ड विच आ गए सन। ये वो जहांगीर ਨੂੰ ठीक नहीं लगा and this is what happened। फिर उन्होंने जहांगीर ने ये जो कुछ एट्रोसिटीज हुई हैं वो कही हैं या नहीं कही, हिस्ट्री बिल्कुल क्लियर नहीं है, लेकिन उन्होंने ये तसीहे दिते गए ने ये एट्रोसिटीज हुई हैं, ये चंदू शाह ने की हैं या मुर्ताज खान ने की हैं, क्योंकि जहांगीर से आप चला गया सी उतों, ये कोई पता नहीं। लेकिन बहुत सारे हिस्टोरीयन इनू चंदू शाह ਨੂੰ ਕਹਿੰਦੇ ਨੇ। ਚੰਦੂ ਸ਼ਾਹ ਨੇ ਸਭ ਕੁਝ ਕੀਤਾ, ਤਾਂ ਹੀ ਜਹਾਂਗੀਰ ਨੇ ਫਿਰ ਚੰਦੂ ਸ਼ਾਹ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਹਵਾਲੇ ਕਰ ਦਿੱਤਾ। ਤੁਸੀਂ ਇਹਨਾਂ ਨੇ ਹੀ ਤੁਹਾਡੇ ਫਾਦਰ ਦੀ ਜ਼ਿਆਦਤੀ ਕੀਤੀ ਸੀ, ਤਾਂ ਤੁਸੀਂ ਜੋ ਕੁਝ ਇਹਨਾਂ ਦੇ ਨਾਲ ਕਰਨਾ ਚਾਹੁੰਦੇ ਹੋ ਕਰ ਲਓ। ਸੋ ਸਾਡਾ ਸਿਰ ਜ਼ਰੂਰ ਅਕੀਦਤ ਦੇ ਨਾਲ, ਅਕੀਦਤ ਮੈਨੇ ਇੱਜ਼ਤ ਨਾਲ ਜਾਂ ਜੋ ਵੀ ਕੁਝ ਕਹਿ ਲਓ ਝੁਕਦਾ ਕਿ ਤੁਹਾਡੇ ਧਰਮ ਨੇ, ਤੁਹਾਡੇ ਜਿਹੜੇ ਗੁਰੂ ਸਾਹਿਬ ਸਨ, ਉਹਨਾਂ ਨੇ ਬਹੁਤ ਹੀ ਕੰਟਰੀਬਿਊਸ਼ਨ ਕੀਤੀ ਹੈ ਟੁਵਰਡਸ ਹਿਊਮੈਨਿਟੀ ਕਹਿ ਲਓ, ਹਿਊਮਨ ਰਾਈਟਸ ਕਹਿ ਲਓ, ਕੁਝ ਕਹਿ ਲਓ ਜੋ ਤੁਸੀਂ ਅੱਜ ਯੂਜ਼ ਕਰਦੇ ਹੋ। ਭਾਈ ਕਨਈਆ ਤੋਂ ਅੱਜ ਤੋਂ ਤਕਰੀਬਨ 300-400 ਸਾਲ ਪਹਿਲਾਂ ਹੋਏ ਨੇ। ਆ ਰੈੱਡ ਕਰਾਸ ਤਾਂ ਹੁਣ ਬਣਿਆ। ਡੈਮੋਕ੍ਰੇਸੀ ਦੀ ਗੱਲ ਹੁਣ ਕਰਦੇ ਹੋ। ਗੁਰੂ ਗੋਬਿੰਦ ਸਿੰਘ ਨੇ ਉਦੋਂ ਨੀਲ ਡਾਊਨ ਹੋ ਕੇ ਕਿਹਾ ਸੀ ਕਿ ਮੈਨੂੰ ਵੀ ਅੰਮ੍ਰਿਤ ਛਕਾ ਦਿਓ। ਜਿਹੜੀ ਉਹ ਤੁਸੀਂ ਰੋਜ਼ ਪੜ੍ਹਦੇ ਹੋ ਵਾਹ ਵਾਹ ਕਿ ਕੀ ਹੈ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਿਆ। ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਸਾਰਾ ਗੁਰਚੇਲਾ, ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰਚੇਲਾ। ਤੋ ਬਹੁਤ ਵੱਡੀਆਂ ਚੀਜ਼ਾਂ ਨੇ, ਬਹੁਤ ਵੱਡੀਆਂ ਕੁਰਬਾਨੀਆਂ ਨੇ, ਬਹੁਤ ਵੱਡੀਆਂ ਅਚੀਵਮੈਂਟਸ ਨੇ। ਇਹਨਾਂ ਨੇ ਹਿਸਟਰੀ ਬਣਾਈ ਹੈ। ਹਿਸਟਰੀ ਬਣਾਉਣ ਦਾ ਮਤਲਬ ਹੈ ਇਵੈਂਟਸ ਉਹਨਾਂ ਦੇ ਲਾਈਫ ਵਿੱਚ ਜਿਹੜੇ ਉਹਨਾਂ ਨੇ ਕੀਤੇ ਨੇ। ਔਰ they never lived only for themselves, they lived for the community, for humanity। ਔਰ ਇਸ ਕਰਕੇ ਸਾਡਾ ਸਿਰ ਹਮੇਸ਼ਾ ਉੱਚਾ ਰਹਿੰਦਾ ਹੈ ਕਿ we have lived for India, we have lived for our people, we have lived for our neighbors। ਜਿੱਥੇ ਵੀ ਲੋੜ ਪਈ ਹੈ ਉੱਥੇ ਖਾਲਸਾ ਪਹੁੰਚ ਗਿਆ, ਉੱਥੇ ਸਿੱਖ ਪਹੁੰਚ ਗਏ ਨੇ। ਹੁਣ ਨੈਚੁਰਲੀ ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ we live for others। ਔਰ ਇਸ ਕਰਕੇ
ਲੋਕਾਂ ਨੂੰ ਥੋੜਾ ਬਹੁਤ ਤੇ ਇਸ ਬਾਰੇ ਧਿਆਨ ਦੇਣ ਦੀ ਲੋੜ ਹੈ। ਐਨੀਵੇ, ਅੱਜ ਅਸੀਂ ਕਰ ਰਹੇ ਹਾਂ ਰਾਗ ਮਾਰੂ। ਰਾਗ ਮਾਰੂ ਦੇ ਵਿੱਚ ਖਾਸ ਕਰੈਕਟਰਿਸਟਿਕਸ ਕੋਈ ਦੱਸ ਸਕਦਾ ਕੀ ਨੇ? ਕੁਛ ਮੈਂ ਦੱਸੀਆਂ ਹੋਣੇ, ਬਾਕੀ ਤੁਸੀਂ ਦੱਸੋਗੇ ਮੈਨੂੰ। ਬਿਫੋਰ ਅਸੀਂ ਸ਼ਬਦਾਂ ਤੇ ਆਈਏ, ਇਹਦੇ ਵਿੱਚ ਸਪੈਸ਼ਲਿਸਟ ਵਿੱਚ ਕੁਝ ਖਾਸ, ਜਿਸ ਤਰ੍ਹਾਂ ਜਦੋਂ ਅਸੀਂ ਕਲਾਚੀ ਰਾਗ ਰਾਮਕਲੀ ਸੀ, ਤੇ ਖਾਸ ਕਰੈਕਟਰਿਸਟਿਕਸ ਇਹ ਸੀ ਕਿ ਉੱਥੇ ਅਸ਼ਟਪਦੀ ਦੀ ਹੈਡਿੰਗ ਥੱਲੇ ਬੜੀਆਂ ਬੜੀਆਂ ਲੌਂਗ ਕੰਪੋਜੀਸ਼ਨਾਂ ਨੇ। ਅਸ਼ਟਪਦੀ ਥੱਲੇ 8 ਪਦੇ ਦੀ ਹੋਣੀ ਚਾਹੀਦੀ ਹੈ। ਹੁਣੀ ਕਈ ਰਿਮ ਤਾਂ ਹੁੰਦੀ ਹੈ, ਉੱਥੇ 20 25 ਏਡੀਆਂ ਵੱਡੀਆਂ ਕੰਪੋਜੀਸ਼ਨਾਂ ਵੀ ਅਸ਼ਟਪਦੀ ਰਾਗ ਮਾਰੂ ਦੀ। ਹੁਣ ਧਿਆਨ ਨਾਲ ਸੁਣੋ, ਕਲਾਸ ਦੱਸਣ ਵਾਲੀ ਹੈ। ਰਾਗ ਮਾਰੂ ਦੀ ਪਹਿਲੀ ਕਰੈਕਟਰਿਸਟਿਕਸ। ਹਾਂ ਬੋਲੋ। ਰਾਗ ਮਾਰੂ ਦੇ ਵਿੱਚ ਜਿਹੜੇ ਸ਼ਬਦ ਨੇ ਉਹ 16 ਪਦਿਆਂ ਦੇ ਨੇ। ਸੋ ਦੀ ਓਨਲੀ ਰਾਗ ਇਨ ਗੁਰੂ ਗ੍ਰੰਥ ਰਾਗ ਜਿਹਦੇ ਵਿੱਚ 16 ਪਦਿਆਂ ਪਦਿਆਂ ਦੇ ਸ਼ਬਦ। ਉਹਦਾ ਹੈਡਿੰਗ ਹੈ ਸੋਹਲੇ। ਹੁਣ ਇਸ ਕਲਾਸ ਵਿੱਚ ਕੌਣ ਦੱਸ ਸਕਦਾ ਕਿ ਕਿੰਨੇ ਸ਼ਬਦ ਸੋਹਲੇ ਦੇ ਰਾਗ ਮਾਰੂ ਵਿੱਚ ਹੈ ਨੇ? ਪਰਮਜੀਤ ਦੱਸਣ ਚਾਹੁੰਦੀ ਹੈ ਕੁਝ? ਗੁਰਦੀਪ ਨੇ ਲੱਭ ਲੈਣਾ ਪਹਿਲਾਂ, ਉਹ ਲੱਭ ਰਿਹਾ। 60 ਹਾਂਜੀ 62 ਪਰਮਜੀਤ ਜਿੱਤ ਗਈ ਹੈ। ਦੇ ਆਰ 62। ਔਰ ਚਲੋ ਮੈਂ ਨਹੀਂ ਪੁੱਛਦਾ ਕਿ ਹਰ ਗੁਰੂ ਸਾਹਿਬ ਦੇ ਕਿੰਨੇ ਨੇ, ਔਰ ਪਰ ਲੇਕਿਨ ਬੜੀ ਹੈਰਾਨਗੀ ਦੀ ਗੱਲ ਹੈ ਕਿ ਗੁਰੂ ਰਾਮਦਾਸ ਜੀ ਦੇ ਸਿਰਫ 2 ਨੇ ਸੋਹਲੇ। 60 ਟੋਟਲ 62 ਦੇ ਵਿੱਚੋਂ ਸਭ ਤੋਂ ਜ਼ਿਆਦਾ ਗੁਰੂ ਅਮਰਦਾਸ ਦੇ ਨੇ 24, ਗੁਰੂ ਨਾਨਕ ਸਾਹਿਬ ਦੇ 22 ਔਰ ਗੁਰੂ ਅਰਜਨ ਦੇਵ ਜੀ ਦੇ ਆਪਣੇ 14, ਗੁਰੂ ਰਾਮਦਾਸ ਦੇ ਓਨਲੀ 2। ਟੋਟਲ 62 ਨੇ ਸੋਹਲੇ ਦੇ ਸ਼ਬਦ। ਦੇਖੋ, ਅਸੀਂ ਹੁਣੇ ਡਿਸਕਸ ਕਰ ਰਹੇ ਸਾਂ ਕਿ ਛੰਤਾਂ ਤੋਂ ਪਹਿਲਾਂ ਸ਼ਲੋਕ ਆਇਆ, ਤੇ ਸ਼ਲੋਕ ਨੂੰ ਡਿਫਰੈਂਸ਼ੀਏਟ ਕਰਨ ਵਾਸਤੇ ਉਹਨਾਂ ਨੇ ਹੈਡਿੰਗ ਦਿੱਤਾ ਹੈ ਸ਼ਲੋਕ ਦਾ 4 ਵਾਰੀ। ਲੇਕਿਨ ਉਹ 4 ਛੰਤ ਨਹੀਂ ਹੈ, ਛੰਤ ਇੱਕੋ ਹੀ ਹੈ। ਇਸ ਵੇਲੇ ਰਾਗ ਮਾਰੂ ਤੇ ਜਾਓਗੇ, ਜੇ ਕਦੀ ਗੁਰੂ ਗ੍ਰੰਥ ਸਾਹਿਬ ਪੜ੍ਹੋਗੇ, ਰਾਗ ਮਾਰੂ ਜਿੱਥੇ ਸ਼ੁਰੂ ਹੁੰਦਾ ਹੈ, देखो राग मारू जिथे शुरू होंगे ते पेज 989 है गुरु ग्रंथ साहब का। पहला कितने है वैसे गुरु ग्रंथ साहब के कितने होर भी, पर राग मारू हुण तुहाडे कोल सामने है। इहदे विच देखो पहली जिहड़ी कंपोजिशन है, वेरी फर्स्ट कंपोजिशन इन राग मारू, क्योंकि इहदे विच शब्द दे नाल श्लोक भी उन्होंने जोड़िया। तो जे श्लोक आया तो जिथे श्लोक खत्म होएगा उत्थे कंपोजिशन शुरू होंदी है, फिर उस कंपोजिशन ते उन्होंने हेडिंग शब्द दा दिता। सारे को है पेज 989 बुक दे विच की पेज है? नहीं, मैं गुरु ग्रंथ साहब दा पेज कह रहा 989। ओके, परमजीत को है ना? महेंद्र को है, वजीर जी को है, हाँ जी, गुरदीप तेरे को है जी, महेंद्र। लोक तो शुरू होता है। तो अगर तुसी गुरु ग्रंथ साहब दा 989 पेज देखो, अगर तुसी कंप्यूटर ते बैठे हो तो गूगल करो गुरु ग्रंथ साहब पेज 989 कट देगा 1 मिनट च, ते ओदे विच तुसी देखोगे जिथे शुरू होंदा राग मार पहला चौपदे एक ओंकार सतनाम करता पुरख निर्भय अकाल मूरत आजुनी सतनाम प्रसाद लोक साजन तेरे चरण की होए रहा सद धूर नानक शरण तुहारिया देखो सदा हजूर। उनकी कंपोजिशन शुरू हो रही है नवतेज जी, और उसमें पहला वर्ड आ गया शब्द। हाँ जी, ये वर्ड इस करके आया कि श्लोक खत्म होया
ਤੇ ਕੰਪੋਜੀਸ਼ਨ ਤੇ ਜਿੱਥੇ ਕੰਪੋਜੀਸ਼ਨ ਖਤਮ ਹੁੰਦੀ ਹੈ ਇਹ 3-4 ਪਦੇ ਦਾ ਅੱਗੇ ਸ਼ਬਦ ਹੈ ਉਹਦੇ ਵਿੱਚ ਸ਼ਲੋਕ ਨਹੀਂ ਹੈਗਾ ਤੋ ਡਾਇਰੈਕਟ ਹੀ ਉਹਨਾਂ ਨੇ ਸ਼ੁਰੂ ਕਰਤਾ ਪਹਿਲਾਂ ਤੇ ਜੇ ਤੁਸੀਂ ਹੁਣ ਅਗਲੇ ਪੇਜ ਤੇ ਜਾਓਗੇ ਤੀਜੇ ਸ਼ਬਦ ਤੇ ਉਹਦੇ ਵਿੱਚ ਵੀ ਕੋਈ ਸ਼ਲੋਕ ਨਹੀਂ ਹੈਗਾ ਸੋ ਮਾਰੂ ਮੱਲਾ ਪਹਿਲਾ ਸਿੱਧਾ ਹੀ ਹੈ ਫਿਰ ਤੁਸੀਂ ਜਾਂਦੇ ਚੌਥੇ ਤੇ ਉੱਥੇ ਵੀ ਨਹੀਂ ਹੈ ਪਰ ਅੱਗੇ ਹੈ ਫਿਰ ਕਿਧਰੇ ਇੱਕ ਵਾਰ ਫਿਰ ਆਏਗਾ ਹਾਂ ਤੁਸੀਂ ਅਗਰ ਜਾਓਗੇ ਪੰਜਵੇਂ ਸ਼ਬਦ ਤੇ ਪੇਜ 990 ਤੇ ਲਾਸਟ ਸ਼ਬਦ ਉੱਥੇ ਹੈਗਾ ਸ਼ਲੋਕ फिर आ गया मारू मल्ला पहला श्लोक पतित पुनीत असंख हुए हर चरणी मन लाग 800 तीर्थ नाम प्रभु नानक जिस मस्तक भाग फिर कंपोजिशन शुरू हुई ते एडिंग आ गया शब्द ਸ਼ਬਦ ये पेज 999 ਤੇ ਵੀ एग्जांपल मिलती ਤੁਹਾਨੂੰ एंड पेज 989 ਤੇ भी मिलती है ठीक है ਤੁਸੀਂ ਸਾਰਿਆਂ ਨੂੰ ਲੱਭਿਆ ਪਰ ਇੱਕ ਮੇਰੇ ਖਿਆਲ ਤੁਸੀਂ ਕਿਹਾ ਸੀ ਕਿ ਇਸ ਰਾਗ ਦੀ ਹੋਰ ਖਾਸੀਅਤ ਹੈਗੀ ਕਿ ਹੋਰ ਕਿਤੇ ਇਹ ਜਿਹੜਾ ਵਰਡ ਸ਼ਬਦ ਹੈ ਹੋਰ ਕੋਈ ਰਾਗ 'ਚ ਨਹੀਂ ਯੂਜ਼ ਹੋਇਆ ਇੱਥੇ ਮਾਰੂ 'ਚ ਯੂਜ਼ ਹੋਇਆ ਸ਼ਬਦ ਇਸ ਵੇਲੇ ਤੁਸੀਂ ਸਿਰਫ ਰਾਗ ਮਾਰੂ ਦਾ ਦੇਖੋ ਹਾਂਜੀ ਮੈਂ ਤੁਹਾਨੂੰ ਸਿਰਫ ਇਸ ਕਰਕੇ ਟੀਚਿੰਗ ਦਾ ਵਰਡ ਵੀ ਹੈ ਆਮ ਤੌਰ ਤੇ ਤੁਸੀਂ ਪੁੱਛਦੇ ਹੋ ਕਿ ਅਸ਼ਪਦੀ ਦਾ ਹੈਡਿੰਗ ਹੈ ਸ਼ੰਤ ਦਾ ਹੈਡਿੰਗ ਹੈ ਕਿ ਆਮ ਤੌਰ ਤੇ ਮੈਨੂੰ ਯਾਦ ਹੈ ਕਈ ਵਾਰੀ ਕਲਾਸ ਸਟੂਡੈਂਟਸ ਨੇ ਪੁੱਛਿਆ ਸੀ ਕਿ ਆਹ ਜਿਹੜੀ ਕੰਪੋਜੀਸ਼ਨ ਹੈ ਤੁਸੀਂ ਇਹਨੂੰ ਸ਼ਬਦ ਕਿਵੇਂ ਕਹਿੰਦੇ ਹੋ ਕੁਝ ਹੋਰ ਕਿਉਂ ਨਹੀਂ ਕਹਿੰਦੇ ਉਹਦਾ ਜਵਾਬ ਫਿਰ ਇੱਥੇ ਹੈ ਰਾਗ ਮਾਰੂ ਵਿੱਚ ਕਿ ਕੰਪੋਜੀਸ਼ਨ ਦਾ ਨਾ ਮਤਲਬ ਹੈ ਉਹ ਸ਼ਬਦ ਹੀ ਹੈ ਕਿਉਂਕਿ ਹਰ ਚੀਜ਼ ਗੁਰੂ ਗ੍ਰੰਥ ਸਾਹਿਬ ਵਿੱਚ ਹਰ ਜਗ੍ਹਾ ਐਕਸਪਲੇਨ ਨਹੀਂ ਕੀਤੀ ਗਈ ਪਰ ਇੱਥੇ ਆ ਕੇ ਉਹਨਾਂ ਨੇ ਦੱਸ ਦਿੱਤਾ ਕਿ ਆਰਡੀਨਰੀ ਕੰਪੋਜੀਸ਼ਨ ਇਜ਼ ਕਾਲਡ ਏ ਸ਼ਬਦ ਜਦੋਂ ਉਹਨੇ ਤੁਸੀਂ ਦੱਸ ਰਹੇ ਸੋ ਮੈਨੂੰ ਗੁਰਦੀਪ ਨੇ ਦੱਸਿਆ ਸੀ ਵਰਟੀਕਲ ਹੌਰੀਜ਼ੌਂਟਲ ਸੀਕੁਐਂਸ ਔਰ ਅਸੀਂ ਇੱਕ ਹੋਰ ਵਰਡ ਯੂਜ਼ ਕਰਦੇ ਹਾਂ ਵਰਟੀਕਲ ਸੀਕੁਐਂਸ ਜਿੱਥੇ ਅਸੀਂ ਆਮ ਤੌਰ ਤੇ ਕਹਿੰਦੇ ਹਾਂ ਵੀ ਕੋਈ ਵੀ ਹੈਡਿੰਗ ਹੈ ਉੱਥੇ ਪਹਿਲਾਂ ਗੁਰੂ ਨਾਨਕ ਦੇ ਸ਼ਬਦ ਆਉਂਦੇ ਨੇ ਫਿਰ ਗੁਰੂ ਅਮਰਦਾਸ ਦੇ ਆਉਂਦੇ ਨੇ ਫਿਰ ਗੁਰੂ ਰਾਮਦਾਸ ਫਿਰ ਗੁਰੂ ਅਰਜਨ ਫਿਰ ਗੁਰੂ ਤੇਗ ਬਹਾਦਰ ਫਿਰ ਜਦੋਂ ਕੋਈ ਹੈਡਿੰਗ ਚੇਂਜ ਹੋ ਜਾਂਦਾ ਇਸੇ ਸੀਕੁਐਂਸ 'ਚ ਆਉਂਦੇ ਨੇ ਭਗਤਾਂ ਦਾ ਕੀ ਸੀਕੁਐਂਸ ਹੈ ਉਹਨਾਂ ਦੇ ਵੀ ਹਾਂ ਬੋਲਣਾ ਚਾਹਦੀ ਬੋਲ ਹਾਂਜੀ ਨਹੀਂ ਭਗਤ ਕਬੀਰ ਦਾ ਪਹਿਲੇ ਆਉਂਦਾ ਹੈ ਨਾਮ ਚਾਹੀਦੇ ਨੇ ਕਿ ਹਾਂ ਬੋਲੋ ਨਾ ਪਹਿਲਾਂ ਭਗਤ ਕਬੀਰ ਦਾ ਆਉਂਦਾ ਫਿਰ ਮੈਂ ਦੇਖ ਰਹੀ ਸੀ ਕਿ ਫਰੀਦ ਦਾ ਬਾਅਦ ਵਿੱਚ ਆਉਂਦਾ ਹੈ ਕਿਉਂ ਮੈਂ ਪੁੱਛਣਾ ਸੀ ਤੁਹਾਨੂੰ ਕਈ ਰਾਗਾਂ ਵਿੱਚ ਜਿੱਥੇ ਵੀ ਆ ਬਾਅਦ ਵਿੱਚ ਠੀਕ ਹੈ ਹਾਂਜੀ ਉਹ ਮੈਂ ਪੁੱਛਣਾ ਸੀ ਕਿਉਂ ਫਰੀਦ ਸੈਕਿੰਡ ਨੰਬਰ ਤੇ ਨਹੀਂ ਆਉਂਦੇ ਇਹ ਕਿਉਂ ਦਾ ਮਤਲਬ ਤਾਂ ਸਿਰਫ ਗੁਰੂ ਅਰਜਨ ਦੱਸ ਸਕਦੇ ਨੇ ਪਰ ਉਹਨਾਂ ਦਾ ਪਹਿਲੇ ਭਗਤਾਂ ਦਾ ਸੀਕੁਐਂਸ ਦੱਸੋ ਭਗਤ ਕਬੀਰ ਰਾਮ ਹਾਂ ਗੁਰਦੀਪ ਪਹਿਲਾਂ ਜੀ ਭਗਤ ਕਬੀਰ ਆਉਂਦਾ ਆ ਜਿੱਥੇ ਉਹਨਾਂ ਦੀ ਕੰਪੋਜੀਸ਼ਨ ਆਉਂਦੀ ਆ ਲਾਸਟ ਆਉਂਦਾ ਭਗਤ ਰਵਿਦਾਸ ਦਾ ਆਉਂਦਾ ਆ ਜਿੱਥੇ ਆਉਂਦੀ ਆ ਬਾਕੀ ਜਿਹੜੇ ਭਗਤ ਆ then they can be mixed up ਪਹਿਲਾ ਕਬੀਰ ਦੂਸਰਾ ਰਵਿਦਾਸ ਨਾਮਦਾਸ ਨਾਮਦੇਵ ਤੇ ਤੀਸਰਾ ਰਵਿਦਾਸ ਇਹ ਕਹਿਣਾ ਤੁਸੀਂ ਨਹੀਂ ਪਹਿਲਾਂ ਭਗਤ ਕਬੀਰ ਜੀ ਦਾ ਆਉਂਦਾ ਜਿੱਥੇ ਵੀ ਉਹਨਾਂ ਦਾ ਆਉਂਦਾ ਆ ਐਂਡ ਤੇ ਆਉਂਦਾ ਭਗਤ ਰਵਿਦਾਸ ਜੀ ਜਿੱਥੇ ਉਹਨਾਂ ਦਾ ਆਉਂਦਾ ਆ ਨਹੀਂ ਸੈਕੰਡ ਨਾਮਦੇਵ ਹੈ ਤੇ ਥਰਡ ਰਵਿਦਾਸ ਹੈ ਜਿੱਥੇ ਵੀ ਆਉਂਦੇ ਨੇ ਤਿੰਨ ਇਹ ਨੋਰਮ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਨਹੀਂ ਕਿ ਹਰ ਜਗ੍ਹਾ ਇਸ ਤਰ੍ਹਾਂ ਹੀ ਹੈ ਕੋਈ ਮੈਂ ਤੁਹਾਨੂੰ ਦੱਸਾਂ ਕਿ ਪਹਿਲਾਂ ਕਬੀਰ ਹੈ ਫਿਰ ਨਾਮਦੇਵ ਹੈ ਫਿਰ ਰਵਿਦਾਸ ਹੈ ਪਰ ਜਦੋਂ ਤੁਸੀਂ ਰਾਗ ਮਾਰੂ ਪੜੋਗੇ ਨਾ ਇਹਦੇ ਵਿੱਚ ਇੱਕ ਹੈਡਿੰਗ ਬਹੁਤ ਅਨਯੂਜੂਅਲ ਹੈ ਕਬੀਰ ਜੀ ਦੇ 3 ਜਾਂ 4 ਸ਼ਬਦ ਨੇ ਪਹਿਲਾਂ ਜਦੋਂ ਤੁਸੀਂ ਜੇ ਤੁਹਾਡੇ ਕੋਲ ਗੁਰੂ ਗ੍ਰੰਥ ਸਾਹਿਬ ਹੈ ਸਾਹਮਣੇ ਕੰਪਿਊਟਰ ਤੇ ਤੇ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਵੀ ਇਹ ਰਾਗ ਖਤਮ ਹੋਏਗਾ ਰਾਗ ਮਾਰੂ ਜਿਹੜਾ ਪੜ ਰਹੇ ਹੋ ਜਿੱਥੋਂ ਵੀ ਭਗਤ ਬਾਣੀ ਸ਼ੁਰੂ ਹੁੰਦੀ ਹੈ ਤੇ ਪਹਿਲਾਂ ਕਬੀਰ ਜੀ ਦੇ ਸ਼ਬਦ ਨੇ ਕਬੀਰ ਜੀ ਦੇ 4 ਕੁ ਸ਼ਬਦ ਨੇ ਮੇਰੇ ਖਿਆਲ 4 ਜਾਂ 5 ਸ਼ਬਦ ਨੇ
ਅੱਗੇ ਇੱਕ ਵਜ਼ੀਰ ਜੀ ਬਹੁਤ ਅਜੀਬ ਜਿਹਾ ਹੈਡਿੰਗ ਹੈ, ਅਜੀਬ ਜਿਹਾ ਮੇਰਾ ਮਤਲਬ ਅਨਯੂਜੂਅਲ ਹੈ, ਪਰ ਗੁਰੂ ਅਰਜਨ ਨੇ ਤਾਂ ਠੀਕ ਆਪਣੇ ਹਿਸਾਬ ਸਿਰ ਜੋ ਲਿਖਿਆ ਸਾਨੂੰ ਉਹ ਸਮਝਣ ਦੀ ਲੋੜ ਹੈ। ਉਹਨਾਂ ਲਿਖਿਆ ਵੀ ਕਬੀਰ ਦਾ ਸ਼ਬਦ ਤੇ ਨਾਮਦੇਵ ਦੀ ਬਾਣੀ, ਹੈਡਿੰਗ ਹੈ ਨਵਤੇਜ, ਕਬੀਰ ਦਾ ਸ਼ਬਦ ਨਾਮਦੇਵ ਦੀ ਬਾਣੀ, ਤੇ ਥੱਲੇ ਕੀ ਹੈ ਕਿ ਨਾਮਦੇਵ ਦਾ ਸ਼ਬਦ ਆ ਗਿਆ, ਤੇ ਜਿੱਥੇ ਨਾਮਦੇਵ ਦਾ ਸ਼ਬਦ ਖਤਮ ਹੋਇਆ ਫਿਰ ਕਬੀਰ ਦਾ ਸ਼ਬਦ ਆ ਗਿਆ। ਉਹਨਾਂ ਨੇ ਮਿਕਸ ਕਰ ਦਿੱਤਾ। ਇਹਦੇ ਵਿੱਚ ਅੰਜਲੀਆਂ ਵੀ ਆਉਂਦੀਆਂ, ਅੰਜਲੀਆਂ ਉਹ ਤਾਂ ਅਸੀਂ ਸਪੈਸ਼ਲਿਸਟ ਬਾਣੀ ਹੈ ਨਾ। ਹਾਂਜੀ। ਤੁਸੀਂ ਪਹਿਲਾਂ ਦੇਖੋਗੇ ਕਿ ਭਗਤ ਕਬੀਰ ਦੇ 7 ਕੁ ਸ਼ਬਦ ਨੇ, ਔਰ ਇੱਕ ਇਹਦੇ ਵਿੱਚ ਭਗਤ ਕਬੀਰ ਦੀ 8 ਪਦਿਆਂ ਦਾ ਸ਼ਬਦ ਵੀ ਹੈ, ਪਰ ਉਹਦੇ ਉੱਤੇ ਹੈਡਿੰਗ ਅਸ਼ਟਪਦੀ ਨਹੀਂ ਹੈ। ਅਸੀਂ ਮਹਿੰਦਰ ਜੀ ਤੇ ਬਾਕੀ ਸਾਰੇ ਜਿਹੜੇ ਇੱਥੇ ਬੈਠੇ ਹੋ, ਅਸੀਂ ਰਾਗ ਮਾਰੂ ਦੀਆਂ ਵਿਸ਼ੇਸ਼ਤਾਵਾਂ ਕਰੈਕਟਰਿਸਟਿਕਸ ਇਸ ਵੇਲੇ ਦੇਖ ਰਹੇ ਹਾਂ। ਪਹਿਲੀ ਕਲਾਸ ਨੇ ਦੱਸੀ ਸੀ ਕਿ ਇਹਦੇ ਵਿੱਚ 16 ਪਦਿਆਂ ਦੇ ਸ਼ਬਦ ਹੈਗੇ ਨੇ, ਫਿਰ ਅਸੀਂ ਦੇਖਿਆ ਵੀ ਸ਼ਬਦ ਕਿਹੜੇ ਕਿਹੜੇ ਗੁਰੂ ਸਾਹਿਬ ਦੇ ਨੇ। ਹੁਣ ਅਸੀਂ ਇੱਕ ਹੋਰ ਇਹਦੇ ਵਿੱਚ ਫਿਰ ਮੈਂ ਤੁਹਾਨੂੰ ਇਹ ਦੱਸਿਆ ਕਿ ਇਹਦੇ ਵਿੱਚ ਕੁਝ ਸ਼ਬਦ ਨੇ ਇਹਦੇ ਤੋਂ ਪਹਿਲਾਂ ਸਲੋਕ ਵੀ ਹੈ ਨੇ, ਉਹਦੀ ਫਿਰ ਤੁਹਾਨੂੰ ਐਗਜ਼ਾਮਪਲ ਦੱਸੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਕਿਹੜੇ ਪੰਨੇ ਤੇ ਨੇ। ਫਿਰ ਇੱਕ ਤੀਜੀ ਚੀਜ਼ ਜਿਹੜੀ ਇਹਦੇ ਵਿੱਚ ਤੁਹਾਨੂੰ ਨਜ਼ਰ ਆਉਂਦੀ ਹੈ ਕਿ ਭਗਤ ਬਾਣੀ ਦੇ ਵਿੱਚ ਕੁਝ ਮਿਕਸਚਰ ਹੈ, ਕਿ ਪਹਿਲਾਂ ਭਗਤ ਕਬੀਰ ਦੇ ਸ਼ਬਦ ਆਉਂਦੇ ਨੇ, ਮੈਂ ਕਿਹਾ 7 ਨੇ, ਔਰ ਉਹਦੇ ਵਿੱਚ ਇੱਕ ਉਹਨਾਂ ਦੇ 8 ਪਦੇ ਦਾ ਵੀ ਸ਼ਬਦ ਹੈ, ਪਰ ਉਹਦੇ ਤੇ ਅਸ਼ਟਪਦੀ ਦਾ ਹੈਡਿੰਗ ਨਹੀਂ ਹੈ। ਔਰ ਉਹਦੇ ਬਾਅਦ ਭਗਤ ਨਾਮਦੇਵ ਦੇ ਸ਼ਬਦ ਨੇ, ਪਰ ਭਗਤ ਨਾਮਦੇਵ ਦੇ ਸ਼ਬਦ ਤੋਂ ਉੱਤੇ ਵੀ ਹੈਡਿੰਗ ਹੈ ਸ਼ਬਦ ਕਬੀਰ, ਤੇ ਉਹਦੇ ਥੱਲੇ ਭਗਤ ਨਾਮਦੇਵ, ਇਸ ਤਰ੍ਹਾਂ ਹੈਡਿੰਗ ਹੈ। ਫਿਰ ਨਾਮਦੇਵ ਦਾ ਸ਼ਬਦ ਜਿੱਥੇ ਖਤਮ ਹੁੰਦਾ ਉਹਦੇ ਬਾਅਦ ਫਿਰ ਕਬੀਰ ਦਾ ਸ਼ਬਦ ਹੈ, ਫਿਰ ਜੈਦੇਵ ਦਾ ਸ਼ਬਦ ਹੈ, ਤੇ ਜਿੱਥੇ ਜੈਦੇਵ ਦਾ ਸ਼ਬਦ ਖਤਮ ਹੁੰਦਾ ਉਹਦੇ ਬਾਅਦ ਫਿਰ ਕਬੀਰ ਦਾ ਸ਼ਬਦ ਹੈ, ਫਿਰ ਰਵਿਦਾਸ ਦਾ ਸ਼ਬਦ ਹੈ। ਸੋ ਜਿਹੜੀ ਅਸੀਂ ਆਪਣੇ ਵੱਲੋਂ ਇੱਕ ਵਰਟੀਕਲ ਸੀਕੁਐਂਸ ਬਣਾਈ ਸੀ, ਉਹ ਇਸ ਰਾਗ ਦੇ ਵਿੱਚ ਉਹ ਇੰਪਲੀਮੈਂਟ ਨਹੀਂ ਹੁੰਦੀ। ਪਰ ਜਿਸ ਤਰ੍ਹਾਂ ਮੈਂ ਤੁਹਾਨੂੰ ਸ਼ੁਰੂ 'ਚ ਕਿਹਾ ਸੀ, ਜੋ ਜਿੰਨਾ ਮਰਜ਼ੀ ਲਾਅ ਬਣਾ ਲਈਏ, ਜਿੰਨੀਆਂ ਮਰਜ਼ੀ ਆਪਣੇ ਵੱਲੋਂ ਇੱਕ ਫਾਰਮੈਟ ਬਣਾ ਲਈਏ, that is for most of the places ਉਸ ਤਰ੍ਹਾਂ ਹੈ, but there are exceptions everywhere, I mean anywhere, exceptions ਤੇ ਹਰ ਜਗ੍ਹਾ ਹੋਣਗੀਆਂ। ਜਿਸ ਤਰ੍ਹਾਂ ਤੁਸੀਂ ਸਵੇਰੇ ਕੀਤਾ ਸੀ ਬਈ ਇੱਕ ਛੰਤ ਤੇ ਇੱਕ ਸ਼ਬਦ ਦੇ ਵਿੱਚ ਕੀ ਫਰਕ ਹੈ, ਅਸੀਂ ਕਿਵੇਂ ਲੱਭਾਂਗੇ, ਪਰ ਉਹ ਵੀ ਕਈ ਜਗ੍ਹਾ ਮੈਂ ਦੇਖਿਆ ਕਿ ਛੰਤ ਵਿੱਚ ਵੀ ਹਰ ਛੰਤ ਦੇ ਵਿੱਚ ਗੁਰੂ ਨਾਨਕ ਦਾ ਨਾਂ ਨਹੀਂ ਹੈ। ਹੁਣ ਅਸੀਂ ਅਗਰ ਸ਼ਬਦਾਂ ਤੇ ਜਾਈਏ ਜਿਹੜੇ ਰਾਗ ਮਾਰੂ ਦੇ ਨੇ, ਔਰ ਉਹਨਾਂ ਦੀ ਤੁਹਾਡੇ ਕੋਲੋਂ ਵਿਆਖਿਆ ਕਰਾਈਏ, ਤੇ ਆਈ ਵਿਲ ਬੀ ਵੈਰੀ ਪਲੀਜ਼ਡ, ਕਿਉਂਕਿ ਉਹ ਤਾਂ ਅੱਜ ਦੀ ਤੁਹਾਡੀ ਮਾਸਟਰੀ ਹੈ ਉਹਦੀ, ਤੁਸੀਂ ਅੱਛੀ ਤਰ੍ਹਾਂ ਕਲਾਸ ਨੂੰ ਦੱਸੋਗੇ ਕਿ ਇੱਕ ਸ਼ਬਦ, ਪਹਿਲਾ ਸ਼ਬਦ ਮੇਰੇ ਖਿਆਲ ਹੈ ਗੁਰੂ ਜਿਹੜਾ ਅਸੀਂ ਸਿਲੈਕਟ ਕੀਤੇ ਨੇ, ਜਿਹੜੀ ਬੁੱਕ 'ਚ ਨੇ, ਅਸੀਂ ਬੁੱਕ ਦੀ ਗੱਲ ਕਰਦੇ ਹਾਂ, ਵੈਸੇ ਤਾਂ ਸ਼ਬਦ ਬਹੁਤ ਨੇ, ਪਰ ਜਿਹੜੇ ਅਸੀਂ ਸ਼ਬਦ ਸਿਲੈਕਟ ਕਰਦੇ ਹਾਂ ਜਿਹੜੇ ਉਹ ਐਡਵਾਂਸ ਬੁੱਕ 'ਚ ਹੈਗੇ ਨੇ। ਪਹਿਲਾ ਸ਼ਬਦ ਗੁਰੂ ਅਮਰਦਾਸ ਦਾ ਮੈਂ ਸਿਲੈਕਟ ਕੀਤਾ ਹੋਣਾ, ਦੂਸਰਾ ਗੁਰੂ ਅਰਜਨ ਦਾ, ਔਰ ਤੀਸਰਾ ਗੁਰੂ ਤੇਗ ਬਹਾਦਰ ਦਾ। ਸੋ ਜੇ ਤੁਹਾਡੇ ਕੋਲ ਸਾਰਿਆਂ ਕੋਲ ਉਹ ਕਿਤਾਬ ਹੈ ਵੋਲੀਅਮ 1, ਤੇ ਜੇ ਤੁਸੀਂ ਉਹਦੇ ਵਿੱਚ ਚਲੇ ਜਾ ਰਾਗ ਮਾਰੂ, ਪੇਜ ਤੁਹਾਨੂੰ ਪਤਾ ਹੋਣਾ, ਪੇਜ ਕਿੰਨਾ ਪਰਮਜੀਤ? 133. Oh, on the ang. Okay, 133. Sorry, I think you meant the ang. 133 ਠੀਕ ਹੈ, ਵੋਲੀਅਮ 1, ਉਹਦੇ ਵਿੱਚ ਜਿਹੜਾ ਪਹਿਲਾ ਸ਼ਬਦ ਹੈ ਉਹ ਗੁਰੂ ਅਮਰਦਾਸ ਦਾ। ਗੁਰੂ ਰਾਮਦਾਸ ਜੀ ਦਾ ਵਜ਼ੀਰ ਜੀ ਬੁੱਕ ਹੈ? ਹਾਂਜੀ। ਪੇਜ ਤੇ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਗ੍ਰੰਥ ਸਾਹਿਬ 994 ਹੈ ਨਾ ਮੇਰੇ ਖਿਆਲ ਨਹੀਂ, 994 ਤੇ ਹੈ, 994 ਤੇ ਹੈ। ਹਾਂਜੀ, ਮਾਰੂ ਮਹੱਲਾ ਤੀਜਾ। ਹਾਂਜੀ, ਪਿਛਲੇ ਗੁਣੋਂ ਬਖਸ਼। ਵਜ਼ੀਰ ਜੀ ਸ਼ੁਰੂ ਕਰਨਗੇ ਤੇ ਹੁਣ ਤੁਸੀਂ ਇੱਕ ਇੱਕ ਸਟੈਂਜ਼ਾ ਪੂਰਾ, ਇੱਕ ਇੱਕ ਲਾਈਨ ਨਹੀਂ, ਪਹਿਲਾਂ ਵਜ਼ੀਰ ਜੀ, ਫਿਰ ਨਵਤੇਜ, ਫਿਰ ਗੁਰਦੀਪ, ਫਿਰ ਦਵਿੰਦਰ। ਦਿਸ ਇਜ਼ ਹਾਊ ਵੀ ਵਿਲ ਗੋ ਇਨ ਲਾਈਨ ਵਾਈਨ। ਪਹਿਲਾਂ ਥੱਲੇ ਦੀ ਲਾਈਨ ਚੱਲੇਗੀ। ਸੁਣ ਜੀ ਵਜ਼ੀਰ ਜੀ। ਪਿਛਲੇ ਗੁਨਾਹ ਬਖਸ਼ਾਏ ਜਿਓ, ਅਬ ਤੂੰ ਮਾਰਗ ਪਾਏ, ਹਰ ਕੀ ਚਰਨ ਲੱਗ ਰਹਾ ਵਿੱਚੋਂ ਆਪ ਗਵਾਏ।
ਇਹ ਤੀਜੇ ਪਾਤਸ਼ਾਹ ਦਾ ਸ਼ਬਦ ਹੈ ਕਿ ਪਿਛਲੇ ਗੁਨਾਹ ਬਖਸ਼ਾਏ ਜਿਓ, ਜਿਹੜੇ ਪਿੱਛੇ ਗੁਨਾਹ ਕੀਤੇ ਨੇ ਉਹਨਾਂ ਨੂੰ ਤੂੰ ਬਖਸ਼ ਦੇ। ਅਬ ਤੂੰ ਮਾਰਗ ਪਾਹੇ, ਹੁਣ ਤੂੰ ਸਹੀ ਰਸਤੇ ਤੇ ਸਾਨੂੰ ਪਾ। ਹਰ ਕੀ ਚਰਨ ਲੱਗ ਰਹਾ ਵਿੱਚੋਂ ਆਪ ਗਵਾਏ, ਤਾਂ ਕਿ ਮੈਂ ਹਰੀ ਦੇ ਚਰਨਾਂ ਵਿੱਚ ਲੱਗਿਆ ਰਹਾ ਤੇ ਆਪਣਾ ਆਪਾ ਜਿਹੜੀ ਹਉਮੈ ਉਹਨੂੰ ਤਿਆਗ ਕੇ ਮੈਂ ਹਰੀ ਦੇ ਚਰਨਾਂ 'ਚ ਲੱਗਿਆ। Very good, excellent. Navtesh, ਹਾਂਜੀ। next two. ਸੋ ਇੱਥੇ ਕਹਿੰਦੇ ਮੇਰੇ ਮਨ ਗੁਰਮੁਖ ਨਾਮ ਹਰਿ ਧਿਆਏ। ਸੋ ਇੱਥੇ ਕਹਿੰਦੇ ਨੇ ਕਿ ਗੁਰੂ ਜੀ ਕੇ ਆਪਣੇ ਮਨ ਨੂੰ ਸਮਝਾ ਰਹੇ ਨੇ ਕਿ ਮਨ ਕਿ ਤੂੰ ਮਨਮੁਖ ਨਾ ਬਣ, ਤੂੰ ਗੁਰੂ ਵੱਲ ਧਿਆਨ ਦੇ, ਗੁਰਮੁਖ ਬਣ, ਮਤਲਬ ਕਿ ਉਹ ਗੁਰਮੁਖ ਬਣ ਕੇ ਤੇ ਵਾਹਿਗੁਰੂ ਦੇ ਨਾਮ ਤੇ ਤੂੰ ਵਾਹਿਗੁਰੂ ਦੇ ਨਾਮ ਨੂੰ ਧਿਆ ਬੇਸਿਕਲੀ। ਫਿਰ ਕਹਿੰਦੇ ਸਦਾ ਹਰ ਚਰਨੀ ਲਾਗ ਰਹਾ, ਏਕ ਮਨ ਏਕੈ ਭਾਈ ਰਹਾਓ। ਸੋ ਕਹਿੰਦੇ ਕਿ ਹਮੇਸ਼ਾ ਵਾਹਿਗੁਰੂ ਦੇ ਚਰਨਾਂ ਵਿੱਚ ਤੂੰ ਲੱਗਿਆ ਰਹਿ, ਇੱਕਮਿਕ ਹੋ ਕੇ ਤੇ ਵਾਹਿਗੁਰੂ ਦੇ ਪਿਆਰ ਨੂੰ ਤੂੰ ਪਾ। ਇਹ ਰਹਾਓ ਦੀ ਜਿਹੜੀ ਤੁਕ ਹੈਗੀ ਹੈ। ਤੂੰ ਦੋ ਵਾਰੀ ਯੂਜ਼ ਕੀਤਾ ਵਰਡ ਨਵਤੇਜ ਰਹਾਓ। ਇਹ ਰਹਾਓ ਦੀ ਤੁਕ ਹੈ ਤੇ ਰਹਾਓ ਦੀ ਤੁਕ ਦੀ ਕੀ ਇੰਪੋਰਟੈਂਸ ਹੁੰਦੀ ਹੈ? ਰਹਾਓ ਦੀ ਤੁਕ ਜਿਹੜਾ ਮਤਲਬ ਕਿ ਜਿਹੜਾ ਇਹ ਮੇਨ ਜੋ ਥੀਮ ਹੈ ਉਹ ਸ਼ਬਦ ਦਾ ਜੋ ਸਥਾਈ ਜਿਸ ਨੂੰ ਕਹਿੰਦੇ ਆ, ਉਹ ਮੇਨ ਥੀਮ ਇਸ ਲਾਈਨ ਦੇ ਵਿੱਚ ਆਉਂਦਾ ਹੈਗਾ। ਹੋਰ ਵੀ ਕੋਈ ਇਹਦਾ ਐਕਸਪਲੇਨੇਸ਼ਨ ਹੈ? ਜੋ ਤੁਸੀਂ ਕਹੋ ਠੀਕ ਹੈ ਕਿ ਐਕੈਡੈਮਿਕਲੀ ਰਹਾਓ ਦੀ ਜਿਹੜੀ ਤੁਕ ਹੈ ਇਟ ਟੈਲਸ ਯੂ ਦੀ ਥੀਮ ਆਫ ਦੀ ਸ਼ਬਦ। ਹਾਂਜੀ। ਫਰੋਮ ਮਿਊਜ਼ਿਕ ਪੁਆਇੰਟ ਆਫ ਵਿਊ ਪੌਜ਼ ਆਪਣੇ ਮਤਲਬ ਜਿਹੜੀ ਉਹ ਫਿਰ ਉਹ ਜਿਹੜੇ ਰਾਗੀ ਹੁੰਦੇ ਨੇ ਇਸ ਲਾਈਨ ਨੂੰ ਰਿਪੀਟ ਕਰਦੇ ਨੇ। ਰਿਪੀਟ ਕਰਦੇ ਮਹਿੰਦਰ ਜੀ, ਆਰ ਯੂ ਰੈਡੀ ਫॉर द नेक्स्ट वन? ਹਾਂਜੀ ਰੈਡੀ ਨੇ। ਹਾਂਜੀ ਬੋਲੋ। ਨਾ ਮੈਂ ਜਤ ਨਾ ਮੈਂ ਪਤ ਹੈ, ਨਾ ਮੈਂ ਥੇ ਨਾ ਜਾਓ ਥਾਓ। ਨਾ ਮੇਰੀ ਕੋਈ ਜਾਤ ਹੈ, ਆਪਣੇ ਆਪ ਨੂੰ ਕਹਿ ਰਹੇ ਨੇ ਨਾ ਮੇਰੀ ਕੋਈ ਜਾਤ ਹੈ, ਨਾ ਕੋਈ ਜਾਤ ਹੈ, ਨਾ ਮੇਰਾ ਰਹਿਣ ਦੀ ਥੇ ਮਤਲਬ ਜਗ੍ਹਾ ਹੈ। ਸ਼ਬਦ ਭੇਦ ਭਰਮ ਕੱਟਿਆ, ਗੁਰ ਨਾਮ ਦਿਆ ਸਮਝਾਏ। ਗੁਰੂ ਦੇ ਸ਼ਬਦ ਦੇ ਨਾਲ ਹੀ ਮੈਂ ਇਹ ਸਾਰਾ ਕੁਝ ਸਮਝ ਸਕਦਾ। ਵੈਰੀ ਗੁੱਡ, ਤੁਸੀਂ ਬਹੁਤ ਅੱਛਾ ਐਕਸਪਲੇਨੇਸ਼ਨ ਕੀਤਾ। ਥੋੜਾ ਜਿਹਾ ਇਹਨੂੰ ਹੋਰ ਡਿਟੇਲ ਅਗਰ ਕਰ ਲਓ। ਨਾ ਮੈਂ ਜਾਤ ਨਾ ਪਤ ਹੈ, ਕਿ ਜਿਸ ਵੇਲੇ ਪਤ ਕਹਿੰਦੇ ਹੋ ਆਨਰ, ਪਤ ਤੁਸੀਂ ਕਹਿ ਸਕਦੇ ਹੋ ਸਟੇਟਸ ਵੀ ਕਹਿ ਸਕਦੇ ਹੋ। ਮੇਰੀ ਕੋਈ ਜਾਤ ਨਹੀਂ, ਮੇਰਾ ਕੋਈ ਆਨਰ ਨਹੀਂ ਹੈ। ਨਾ ਮੈਂ ਥੇ ਨਾ ਥਾਓ, ਥੇ ਹੈ ਥਾਓ ਤੁਸੀਂ ਠੀਕ ਕਿਹਾ। ਥੇ ਵੈਸੇ ਮਿੱਟੀ ਨੂੰ ਕਹਿੰਦੇ ਨੇ, ਪਰ ਇੱਥੇ ਦਾ ਮਤਲਬ ਇਹੀ ਹੈ ਨਾ ਮੇਰਾ ਕੋਈ ਘਰ ਘਾਟ ਨਹੀਂ, ਪੰਜਾਬੀ ਦਾ ਇਸ ਤਰ੍ਹਾਂ ਵਰਡ ਕੋਈ ਘਰ ਘਾਟ ਨਹੀਂ ਹੈ, ਨਾ ਹੀ ਮੇਰਾ ਕੋਈ ਘਰ ਘਾਟ ਹੈ। ਸ਼ਬਦ ਭੇਦ ਭਰਮ ਕੱਟਿਆ। ਪਰ ਜਦੋਂ ਮੈਂ ਅਕਾਲ ਪੁਰਖ ਦਾ ਨਾਂ ਲਿਆ, ਜਿਸ ਵੇਲੇ ਮੈਂ ਵਾਹਿਗੁਰੂ ਦਾ ਨਾਂ ਧਿਆਇਆ, ਜਿਸ ਵੇਲੇ ਮੈਂ ਵਾਹਿਗੁਰੂ ਦਾ ਨਾਂ ਆਪਣੇ ਹਿਰਦੇ 'ਚ ਰੱਖਿਆ, ਸ਼ਬਦ ਭੇਦ ਭਰਮ ਮਿਟ ਕੇ ਕੱਟਿਆ। ਫਿਰ ਮੇਰੇ ਜੀਵਨ ਦੇ ਵਿੱਚ ਜਿੰਨੇ ਭਰਮ ਸਨ, ਜਿੰਨੇ ਸ਼ੰਕੇ ਸਨ, ਉਹ ਸਾਰੇ ਕੱਟ ਗਏ ਨੇ। ਗੁਰ ਨਾਮ ਦਿਆ ਸਮਝਾਏ। ਇਸ ਤਰ੍ਹਾਂ ਨਾਮ ਦੇ ਨਾਲ ਮੈਨੂੰ ਸੋਝੀ ਪਈ ਹੈ, ਨਾਮ ਦੇ ਨਾਲ ਮੈਨੂੰ ਸਾਰੀ ਗੱਲ ਸਮਝ ਆ ਗਈ ਹੈ ਕਿ ਮੈਨੂੰ ਕੁਛ ਵੀ ਨਹੀਂ ਚਾਹੀਦਾ ਸਿਵਾਏ ਨਾਮ ਤੋਂ, ਸਿਵਾਏ ਵਾਹਿਗੁਰੂ ਦੇ ਨਾਮ ਤੋਂ। ਕਿਉਂਕਿ ਪਰਮਾਤਮਾ ਨੂੰ ਪਾਉਣ ਦਾ ਰਸਤਾ ਹੀ ਵਾਹਿਗੁਰੂ ਦਾ ਨਾਮ ਹੈ। ਇਹ ਮੈਂ ਬਾਅਦ ਵਿੱਚ ਪੁੱਛਾਂਗਾ ਕਿ ਵਾਹਿਗੁਰੂ ਨੂੰ ਕਿਉਂ ਪਾਉਣਾ, ਪਰ ਵਾਹਿਗੁਰੂ ਨੂੰ ਪਾਉਣ ਦਾ ਰਸਤਾ ਨਾਮ ਦੇ ਥਰੂ ਹੀ ਹੈ। ਅੱਛਾ ਬਬਲੀ, ਰਾਈਟ ਆਂਗਲ ਨੈਕਸਟ ਵਾਈ ਰੈਡੀ ਹੈ? ਹਾਂਜੀ। ਹਾਂ ਕਿੱਥੇ ਇਹ ਮਨ ਲਾਲਚ ਨਹੀਂ, ਸ਼ਬਦ ਭੇਦ ਭਰਮ ਕੱਟਿਆ। ਨਹੀਂ ਇਹ ਹੋ ਗਿਆ। ਇਹ ਮਨ ਲਾਲਚ ਕਰਦਾ, ਫਿਰ ਇਹ ਲਾਲਚ ਲਾਗਾ ਜਾਏ। ਹਾਂਜੀ, ਇਹ ਜਿਹੜਾ ਮਨ ਹੈਗਾ ਇਹ ਲਾਲਚ ਕੀ ਕਹਾਂ ਮੈਂ ਕਿਸ ਤਰ੍ਹਾਂ ਲਾਲਚ ਵਿੱਚ ਘੁੰਮਦਾ ਰਹਿੰਦਾ ਹੈ। ਹਾਂਜੀ ਚੀਜ਼ਾਂ, ਹਾਂਜੀ ਜਿਹੜਾ ਮਾਈਂਡ ਵੰਡਰ ਕਰਦਾ ਰਹਿੰਦਾ ਹਰ ਵਕਤ, ਲਾਲਚ ਹੋ ਜਾਂਦਾ ਉਹਨਾਂ ਨੂੰ ਚੀਜ਼ਾਂ ਦਾ। ਅੱਗੇ ਬੋਲਣਾ ਨੈਕਸਟ ਲਾਈਨ। ਇਹ ਸਾਰੀਆਂ ਚੀਜ਼ਾਂ ਫालतू ਹੈਗੀਆਂ ਨੇ। ਤੰਦੇ ਕੂੜ ਵਿਆਪਿਆ, ਬੋਲੋ ਵੀ ਲਾਈਨ। ਤੰਦੇ ਕੂੜ ਵਿਆਪਿਆ, ਜੰਪੁਰ ਚੋਟਾਂ ਖਾਏ। ਇਹ ਸਾਰੀਆਂ ਗਲਤ ਫਾਲਸ ਚੀਜ਼ਾਂ ਨੇ ਤੇ ਤੁਹਾਡਾ ਤੁਸੀਂ ਅਖੀਰ ਵਿੱਚ ਕੀ ਕਹਿੰਦੇ ਨੇ ਉਹਨੂੰ? ਚਲ ਠੀਕ ਹੈ, ਤੂੰ ਵੈਰੀ ਗੁੱਡ। ਜੰਪੁਰ ਚੋਟਾਂ ਖਾਏ। ਇਹ ਮਨ ਲਾਲਚ ਕਰਦਾ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ
ਕਿ ਤੁਹਾਡਾ ਜਿਹੜਾ ਮਨ ਹੈ, ਤੁਹਾਡਾ ਜਿਹੜਾ ਤੁਸੀਂ ਹਰ ਵੇਲੇ ਤੁਹਾਡੇ ਮਨ ਅੰਦਰ ਇੱਕੋ ਹੀ ਖਿਆਲ ਆਉਂਦਾ, ਮੈਨੂੰ ਇਹ ਵੀ ਮਿਲ ਜਾਏ, ਮੈਨੂੰ ਚੀਜ਼ ਇਹ ਵੀ ਮਿਲ ਜਾਏ, ਉਹ ਵੀ ਲੈ ਲਓ। ਇਹ ਮਨ ਲਾਲਚ ਕਰਦਾ ਫਿਰੇ, ਲਾਲਚ ਲੱਗਾ ਜਾਏ, ਔਰ ਫਿਰ ਉਹ ਛੋਟਾ ਖੰਡਾ ਹੈ ਰੀਡ ਹੈ, ਉਹ ਜਿਹੜੀ ਲਾਲਚ ਹੈ ਤੁਹਾਡੇ ਨਾਲ ਚੰਬੜ ਹੀ ਜਾਂਦਾ। ਤੁਹਾਡੀ ਲਾਈਫ ਜਿਹੜੀ ਹੈ ਉਹ ਲਾਲਚੀ ਹੀ ਬਣ ਜਾਂਦੀ ਹੈ, ਤੁਹਾਨੂੰ ਹੋਰ ਕੋਈ ਸੋਝੀ ਆਉਂਦੀ ਨਹੀਂ। ਇਹ ਨਹੀਂ ਕਿ ਤੁਹਾਨੂੰ ਇੱਕੋ ਫੁਰਨਾ ਇੱਕ ਵਾਰੀ ਆ ਗਿਆ ਵੀ ਮੈਂ ਇਹ ਚੀਜ਼ ਲੈਣੀ, ਇਹ ਨਹੀਂ ਹੈ। ਇੱਕ ਵਾਰ the way you have started living, ਕਿ ਉਹ ਲਾਲਚ ਜਿਸ ਕਹਿੰਦੇ ਤੁਹਾਡੇ ਨਾਲ ਚਿਪਕ ਗਿਆ, ਤੁਹਾਡੇ ਨਾਲ ਅਟੈਚ ਹੀ ਹੋ ਗਿਆ। ਕੋਈ ਗੱਲ ਜ਼ਿੰਦਗੀ ਦੀ ਹੁੰਦੀ ਕਹਿੰਦਾ ਯਾਰ ਮੈਨੂੰ ਤੇ ਉਹ ਵੀ ਚਾਹੀਦਾ, ਮੈਨੂੰ ਤੇ ਉਹ ਵੀ ਚਾਹੀਦਾ, ਮੈਂ ਉਹ ਨਹੀਂ ਦੇ ਨਾ ਦੇਣ ਨੂੰ ਤਿਆਰ ਹੋ, ਲੇਕਿਨ ਲੈਣ ਨੂੰ ਤੁਸੀਂ ਹਰ ਚੀਜ਼ ਤਿਆਰ ਹੋ। ਫਿਰ ਕਹਿੰਦੇ ਨੇ ਧੰਦੇ ਕੂੜ ਵਿਆਪਿਆ। ਇਹ ਜਿਹੜਾ ਤੁਸੀਂ ਜੋ ਵੀ ਧੰਦਾ ਕਰ ਰਹੇ ਹੋ, ਜੋ ਵੀ ਤੁਹਾਡੀ ਲਾਈਵਲੀਹੁੱਡ ਹੈ, ਜੋ ਵੀ ਤੁਸੀਂ ਕੰਮ ਕਰਦੇ ਹੋ, ਕੂੜ ਵਿਆਪਿਆ ਝੂਠਾ। ਹਰ ਪਾਸੇ ਤੁਹਾਡਾ ਕਰਪਸ਼ਨ, ਹਰ ਪਾਸੇ ਤੁਹਾਡਾ ਫਰਾਡ ਉਹ ਹੋ ਰਿਹਾ। ਜੰਮ ਪਰ ਛੋਟਾ ਖਾਏ ਤਾਂ ਫਿਰ ਹੋਏਗਾ ਕੀ? ਜੇ ਤੁਹਾਡੀ ਜ਼ਿੰਦਗੀ ਇਹੋ ਜਿਹੀ ਹੈ ਤੇ ਫਿਰ ਤੁਸੀਂ ਨਰਕ 'ਚ ਜਾਓਗੇ ਨਾ। ਫਿਰ ਜੰਮ ਪਰ ਚੋਟਾਂ ਖਾਏ ਤੇ ਜੰਮ ਤਿਆਰ ਬੈਠਾ ਉੱਥੇ ਮਸਲ ਡੰਡਾ ਲੈ ਕੇ। ਤੋ ਆਪਣੀ ਜ਼ਿੰਦਗੀ ਨੂੰ ਸਵਾਰਨ ਦਾ ਉਹ ਕਹਿੰਦੇ ਨਾ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਕਿ ਇਹ ਨਾਸੀ ਵੇਲਾ ਹੈ ਕਿ ਅਸੀਂ ਪਰਮਾਤਮਾ ਦਾ ਨਾਮ ਜਪ ਲਈਏ। ਅੱਛਾ, ਮੈਂ ਛੋਟੀ ਜਿਹੀ ਗੱਲ ਕਹਿੰਦਾ, ਤੁਸੀਂ ਨਹੀਂ ਜਪ ਸਕਦੇ ਨਾ ਜਪੋ, ਪਰ ਬੁਰੇ ਕੰਮ ਵੀ ਤਾਂ ਨਾ ਕਰੋ। ਜਿਸ ਤਰ੍ਹਾਂ ਮੈਂ ਆਲਮੋਸਟ ਵਰਡ ਯੂਜ਼ ਕਰਦਾ, ਪਿਆਰ ਨਹੀਂ ਕਰ ਸਕਦੇ ਨਾ ਕਰੋ, ਨਫ਼ਰਤ ਵੀ ਨਾ ਕਰੋ। ਕਿ ਜੇ ਤੁਸੀਂ ਪੋਜ਼ਿਟਿਵ ਤੁਸੀਂ એનર્ਜੀ ਜਨਰੇਟ ਨਹੀਂ ਕਰਦੇ ਤੇ ਕੱਲ ਨੂੰ ਤੁਸੀਂ ਨੈਗੇਟਿਵ એનર્ਜੀ ਜਨਰੇਟ ਕਰਦੇ ਹੋ। ਵੀ ਕੈਨ ਸਟਿਲ ਬੀ ਅ ਗੁੱਡ ਪਰਸਨ। ਸਾਨੂੰ ਨਹੀਂ ਕੋਈ ਬੰਦਾ ਚੰਗਾ ਲੱਗਦਾ, ਲੰਘ ਜਾਓ ਤੇ ਕੋਲੋਂ, ਜ਼ਰੂਰ ਉਹਨੂੰ ਗਾਲ ਕੱਢ ਕੇ ਲੰਘਣਾ, ਬਟ ਦੈਟ ਇਜ਼ ਦ ਵੇ ਵੀ ਆਰ। ਉਹ ਭੁੱਲ ਜਾਂਦੇ ਹਾਂ ਅਸੀਂ ਜੋ ਫਰੀਦ ਨੇ ਕਿਹਾ ਸੀ, ਫਰੀਦਾ ਜੇ ਤਨ ਮਾਰਨ ਮੁੱਕੀਆਂ ਤੇ ਨਾ ਮਾਰੀ ਘੁੰਮ। ਗੁਰਬਾਣੀ ਪੜ੍ਹੀ ਜਾਂਦੇ ਹਾਂ, ਲੇਕਿਨ ਜਦ ਤੱਕ ਉਸ ਗੁਰਬਾਣੀ ਨੂੰ ਅਸੀਂ ਆਪਣੇ ਅੰਦਰ ਵਸਾਵਾਂਗੇ ਨਹੀਂ, ਕੁਛ ਨਹੀਂ ਲੱਭਣਾ ਸਾਨੂੰ। ਹੁਣ ਜਿਸ ਤਰ੍ਹਾਂ ਸਵੇਰੇ ਮੈਂ ਪੁੱਛਿਆ ਸੀ ਪਰਮਜੀਤ ਕੋਲੋਂ ਪਾਠ ਤੇ ਅਰਦਾਸ ਦਾ ਫਰਕ, ਤੇ ਪਾਠ ਉਹਨੇ ਦੱਸਿਆ ਸੀ, ਪਾਠ ਫਿਰ ਉਹਨੂੰ ਐਨਾਲਾਈਜ਼ ਅਸੀਂ ਕੀਤਾ, ਪ੍ਰੀ ਰਿਟਨ ਸ਼ਬਦ ਆਫ ਗੁਰੂ ਨਾਨਕ। ਹੁਣ ਉਹ ਪ੍ਰੀ ਰਿਟਨ ਦਾ ਕੋਈ ਮਤਲਬ ਵੀ ਹੈ ਕਿ ਨਹੀਂ? ਉਹ ਇੱਕ ਸਿੱਖਿਆ ਛੱਡ ਗਏ ਨੇ। ਪ੍ਰੀ ਰਿਟਨ ਸ਼ਬਦ ਮੀਨਸ ਪ੍ਰੀ ਰਿਟਨ ਐਡਵਾਈਸ। ਆਮ ਤੌਰ ਤੇ ਨਵਤੇਜ ਜੀ ਨਹੀਂ ਕਹਿੰਦੇ ਦੱਸੋ ਜੀ ਗੁਰੂ ਸਾਹਿਬ ਨੇ, ਗੁਰੂ ਸਾਹਿਬ ਦੀਆਂ ਦੱਸੀਆਂ ਹੋਈਆਂ ਸਾਨੂੰ ਸਿੱਖਿਆ ਦੱਸੋ। ਹੁਣ ਮੇਰੀ ਗੱਲ ਅਗਲੀ ਕਲਾਸ ਸਾਰੇ ਤੁਸੀਂ ਧਿਆਨ ਨਾਲ ਸੁਣਨਾ। ਵਜ਼ੀਰ ਜੀ ਤੁਹਾਡੇ ਵੀ ਕਮੈਂਟ ਚਾਹੀਦੇ ਨੇ, ਕਿਉਂਕਿ ਮੈਂ ਲਿਖਾਰੀ ਹਾਂ, ਮੈਂ ਲਿਖਦਾ ਤੇ ਮੇਰੇ ਅੰਦਰ ਕਈ ਫੁਰਨੇ ਆਉਂਦੇ ਨੇ। ਇੱਕ ਚੈਪਟਰ ਤੁਸੀਂ ਲਿਖਣਾ ਚਾਹੁੰਦੇ ਹੋ, ਦੀ ਟੀਚਿੰਗਸ ਆਫ ਦੀ ਗੁਰੂਜ਼, ਫਿਲਾਸਫੀ ਆਫ ਦੀ ਗੁਰੂਜ਼, ਮੈਂ ਲਿਖਿਆ ਵੀ ਹੈ। ਹੁਣ ਕਲਾਸ 'ਚ ਦੇਖੋ, ਇਹ ਮੈਂ ਬੋਲ ਰਿਹਾ ਨਾ, ਇਹ ਪ੍ਰੋਜ਼ ਹੈ, ਤੁਸੀਂ ਇਹਨੂੰ ਲਿਖ ਸਕਦੇ ਹੋ ਕਿ ਡਾਕਟਰ ਕਪੂਰ ਨੇ ਅੱਜ ਇਹ ਕਿਹਾ, ਅੱਜ ਵਸੀਠੀ ਨੇ ਇਹ ਟ੍ਰਾਂਸਲੇਸ਼ਨ ਕੀਤੀ ਹੈ, ਅੱਜ ਨਵਤੇਜ ਨੇ ਜਾਂ ਤੁਸੀਂ ਜਾਂ ਦਵਿੰਦਰ ਨੇ, ਗੁਰਦੀਪ ਨੇ, ਪਰਮਜੀਤ ਨੇ, ਬਬਲੀ ਨੇ, ਮਿੰਦਰ ਨੇ ਇਹ ਕਿਹਾ ਹੈ, ਪ੍ਰੋਜ਼ ਹੈ। ਪਰ ਜੇ ਇਹ ਪੋਇਟਰੀ ਵਿੱਚ ਬੋਲਣਗੇ ਫਿਰ ਤੁਸੀਂ ਕਿਵੇਂ ਲੱਭੋਗੇ ਕਿ ਇਹਨਾਂ ਦੇ ਵਿੱਚ ਟੀਚਿੰਗ ਕਿੱਥੇ ਆ? ਹੁਣ ਗੁਰੂ ਨਾਨਕ ਦਾ ਤੁਹਾਨੂੰ ਕਿਧਰੇ ਇੱਕ ਲੈਕਚਰ ਨਹੀਂ ਲੱਭਦਾ ਜਿੱਥੋਂ ਤੁਸੀਂ ਇਹ ਲੱਭੋ ਕਿ ਗੁਰੂ ਨਾਨਕ ਜੀ ਇਹ ਸਿੱਖਿਆ ਦੇ ਗਏ ਨੇ, ਇਹ ਲੈਕਚਰ ਉਹਨਾਂ ਦਾ। ਗੁਰੂ ਗੋਬਿੰਦ ਸਿੰਘ ਜੀ ਹੋ ਸਕਦਾ ਉਹਨਾਂ ਦਿੱਤੇ ਹੋਣ, ਹੋ ਸਕਦਾ ਉਹਨਾਂ ਨੇ ਗਏ ਸਨ ਮਿਸ਼ਨਰੀ ਵਰਕ ਤੇ, ਉਹਨਾਂ ਨੇ ਜਗ੍ਹਾ ਜਗ੍ਹਾ ਜਾ ਕੇ ਆਪਣੇ ਵਰਕ ਵਿੱਚ ਲੋਕਾਂ ਨੂੰ ਕਈ ਉਪਦੇਸ਼ ਦਿੱਤੇ ਹੋਣਗੇ, ਪਰ ਸਾਡੇ ਕੋਲ ਨਵਤੇਜ ਜੀ ਕੋਈ ਵੀ ਉਹਨਾਂ ਦਾ ਰਿਟਨ ਉਪਦੇਸ਼ ਹਿਸਟਰੀ ਵਿੱਚ ਨਹੀਂ ਮਿਲਦਾ। ਉਹਨਾਂ ਦੇ ਸ਼ਬਦ ਮਿਲਦੇ ਨੇ। ਫਿਰ ਹੁਣ ਮੈਂ ਗੁਰੂ ਅਰਜਨ ਦੇਵ ਜੀ ਤੇ ਕੰਮ ਕਰ ਰਿਹਾ, ਤੇ ਮੈਂ ਜਿਸ ਵੇਲੇ ਲਿਖਣ ਲੱਗਾ ਗੁਰੂ ਅਰਜਨ ਦੇਵ ਜੀ ਦੀ ਫਿਲਾਸਫੀ ਜਾਂ ਟੀਚਿੰਗ, ਮੈਂ ਫੁਰਨਾ ਦੇ ਵਾਹਿਗੁਰੂ ਦਿੰਦਾ, ਉਹ ਗੁਰੂ ਨਾਨਕ ਵਾਲੀ ਗੱਲ ਆ ਜਾਂਦੀ ਹੈ, ਰਬਾਬ ਚੁੱਕ ਬਾਣੀ ਆਈ ਹੈ, ਤੁਸੀਂ ਵੀ ਕਹਿੰਦੇ ਹੋ ਕਲਮ ਚੁੱਕ, ਰੱਬ ਤੁਹਾਨੂੰ ਦੱਸਦਾ। ਫਿਰ ਤੁਹਾਨੂੰ ਖਿਆਲ ਆਇਆ ਆ ਫਿਲਾਸਫੀ ਆ ਟੀਚਿੰਗ ਸਿੱਧੀ ਨਹੀਂ ਲੱਭਣੀ, ਇਹ ਉਹਨਾਂ ਦੇ ਸ਼ਬਦਾਂ ਵਿੱਚ ਲੱਭਣੀ ਹੈ। ਲਿਖ ਸ਼ਬਦ ਤੇ ਉਹਦੇ ਵਿੱਚ ਲੱਭ ਟੀਚਿੰਗ ਕੀ ਹੈ, ਉਹਦੇ ਵਿੱਚ ਲੱਭ ਫਿਲਾਸਫੀ ਕੀ ਹੈ। ਸੋ ਤੁਹਾਨੂੰ ਕਲਾਸ ਜੀ ਡਬਲ ਕੰਮ ਕਰਨਾ ਪੈਂਦਾ। ਜਾਂ ਤੁਸੀਂ ਅੱਜ ਇਹਨੂੰ ਟ੍ਰਾਂਸਲੇਟ ਕਰ ਰਹੇ ਹੋ ਨਾ, ਆ ਜਿਹੜੇ ਸ਼ਬਦ ਟ੍ਰਾਂਸਲੇਟ ਕਰ ਰਹੇ ਹੋ, ਇਹ ਟ੍ਰਾਂਸਲੇਸ਼ਨ ਵਿੱਚੋਂ ਹੀ ਪਰਮਜੀਤ ਬੇਟੇ ਤੁਸੀਂ ਲੱਭਣਾ ਹੈ ਕਿ ਗੁਰੂ ਅਮਰਦਾਸ ਕੀ ਕਹਿ ਗਏ ਨੇ, ਉਹਨਾਂ ਦਾ ਕੀ ਉਪਦੇਸ਼ ਹੈ। ਉਹਨਾਂ ਨੇ ਲਾਲਚ ਉੱਤੇ ਟਿੱਪਣੀ ਦਿੱਤੀ ਹੈ, ਤੁਹਾਨੂੰ ਕਰਪਸ਼ਨ ਉੱਤੇ ਟਿੱਪਣੀ ਦਿੱਤੀ ਹੈ ਕਿ ਇਹ ਕਰੋਗੇ ਤੇ ਨਰਕਾਂ ਵਿੱਚ ਜਾਓਗੇ।
ਸਿੱਧੀ ਤਰ੍ਹਾਂ ਕਹਿਣ ਦੀ ਜਗ੍ਹਾ ਉਹਨਾਂ ਸ਼ਬਦ ਦੇ ਥਰੂ ਤੁਹਾਨੂੰ ਕਿਹਾ। ਸੋ ਅੱਜ ਅਗਰ ਮੈਂ ਤੈਨੂੰ ਕਹਾਂ ਇਹ ਸ਼ਬਦ ਲੈ ਤੇ ਗੁਰੂ ਅਮਰਦਾਸ ਦੀ ਸਾਨੂੰ ਵਿਆਖਿਆ ਦੱਸ ਕੇ ਗੁਰੂ ਅਮਰਦਾਸ ਦਾ ਕੀ ਉਪਦੇਸ਼ ਹੈ, ਇਹ ਸ਼ਬਦ ਪੜ੍ਹ ਲੈ, 4-5 ਇੱਥੇ ਲਾਈਨਾਂ ਕੱਢ ਲੈ, ਲਿਖਦੇ ਗੁਰੂ ਅਮਰਦਾਸ ਨੇ ਅੱਜ ਇਹ ਉਪਦੇਸ਼ ਦਿੱਤਾ। It is a great challenge ਕੈਲਾਸ਼ ਜੀ, you have to read every single line। ਇਹ ਉਹਨਾਂ ਦਾ ਉਪਦੇਸ਼ ਸਿੱਧਾ ਪ੍ਰੋਜ਼ ਵਿੱਚ ਹੋਵੇ, ਤੁਸੀਂ ਕਹਿ ਦਿਓ ਕਿ ਉਹਨੂੰ ਕੱਟ ਪੇਸਟ ਕਰਦੇ ਹੋਗੇ, ਕਾਪੀ ਪੇਸਟ ਕਰਦੇ ਹੋਗੇ, ਇਹ ਗੁਰੂ ਅਮਰਦਾਸ ਨੇ ਕਿਹਾ, ਉਹਦੇ ਚ 2 ਲਾਈਨਾਂ ਬਦਲ ਕੇ ਲਿਖ ਦਿਓਗੇ। ਇਸ ਤਰ੍ਹਾਂ ਤੇ ਆਮ ਕਰਦੇ ਹਾਂ, ਤੁਸੀਂ ਕੋਈ ਸ਼ਬਦ ਲਿਖਣਾ ਹੈ, ਥੱਲੇ ਇੰਗਲਿਸ਼ ਦੀ ਵਿਆਖਿਆ ਕਰਨੀ ਹੈ, ਅੱਜ ਕੱਲ੍ਹ ਕਿਉਂਕਿ ਹਰ ਚੀਜ਼ ਕੰਪਿਊਟਰ ਤੇ ਹੈ, ਉੱਥੋਂ ਤੁਸੀਂ ਕਾਪੀ ਕਰਦੇ ਹੋ, ਪੇਸਟ ਕਰਦੇ ਹੋ, ਇੰਗਲਿਸ਼ ਦੀਆਂ 2 ਲਾਈਨਾਂ ਬਦਲ ਦਿੰਦੇ ਹੋ, ਕਹਿੰਦੇ ਹੋ ਕਿ ਮੇਰੀ ਕੰਪੋਜੀਸ਼ਨ ਹੋ ਗਈ। ਐਨੀਵੇ ਚਲੋ ਕੈਲਾਸ਼ ਜੀ ਤੁਹਾਡੀ ਵਾਰੀ ਹੈ। ਹਾਂਜੀ ਹਾਂਜੀ, ਨਾਨਕ ਸਭ ਕੁਝ ਆਪੇ ਆਪ ਹੈ, ਦੂਜਾ ਨਹੀਂ ਕੋਈ, ਕੋਈ ਭਗਤ ਖਜ਼ਾਨਾ ਬਖਸ਼ਣ ਹੋਏ। ਹਾਂਜੀ ਕਹਿੰਦੇ ਨੇ ਕਿ ਗੁਰੂ ਵਾਹਿਗੁਰੂ ਆਪ ਹੀ ਸਭ ਕੁਝ ਹੈ, ਉਹਦੇ ਵਰਗਾ ਹੋਰ ਕੋਈ ਨਹੀਂ ਹੈਗਾ, ਤੇ ਉਹ ਆਪਣੀ ਮਿਹਰ ਉਹਨਾਂ ਤੇ ਕਰਦਾ ਜਿਹੜੇ ਉਹਦੇ ਗੁਰਮੁਖ ਹੁੰਦੇ ਨੇ ਔਰ ਜਿਹੜੇ ਉਹਨਾਂ ਦੇ ਗੁਣ ਗਾਉਂਦੇ ਨੇ। ਭਗਤ ਖਜ਼ਾਨਾ ਬਖਸ਼ਣ, ਇੱਥੇ ਜਿਹੜੀ ਉਹਨਾਂ ਦੀ ਐਡਵਾਈਸ ਹੈ ਉਹ ਗ੍ਰੇਸ ਹੈ। ਹਾਂਜੀ ਬਖਸ਼ਿਸ਼ ਇਜ਼ ਅ ਗ੍ਰੇਸ, ਕਿ ਤੁਹਾਨੂੰ ਜੋ ਕੁਝ ਵੀ ਮਿਲਦਾ ਨਵਤੇਜ ਜੀ ਲਾਈਫ ਵਿੱਚ ਉਹ ਪਰਮਾਤਮਾ ਦੀ ਬਖਸ਼ਿਸ਼ ਨਾਲ ਮਿਲਦਾ। ਮੂਲ ਮੰਤਰ ਪੜ੍ਹਦੇ ਹੋ ਨਾ, ਲਾਸਟ ਵਰਡ ਕੀ ਹੈ? ਗੁਰ ਪ੍ਰਸਾਦ ਮੇਰਾ ਮੁਝ में किछ नहीं ਤੇ ਜੋ ਕੁਛ ਹੈ ਸੋ ਤੇਰਾ, ਇਹ ਗੁਰ ਪ੍ਰਸਾਦ ਹੈ। ਕਿ ਜੋ ਕੁਛ ਵੀ ਅੱਜ ਅਸੀਂ ਹੈਗੇ ਆ, ਇਹ ਉਸ ਵਾਹਿਗੁਰੂ ਦੀ ਬਖਸ਼ਿਸ਼ ਹੈ, ਇਹ ਉਸ ਵਾਹਿਗੁਰੂ ਨੇ ਸਾਨੂੰ ਦਿੱਤਾ। That is what we have to understand। ਸ਼ਬਦ 2 ਵਜ਼ੀਰ ਜੀ ਕਿਹੜੇ ਪੇਜ ਤੇ ਡਾਕਟਰ ਜੀ? 1002 1002 yeah 1002 गुरु अर्जन फूटो फूटो पांडा आंडा भरम का मन्यो भय प्रगास। ਕਿਹਦੇ ਬਾਰੇ ਜੀ? वजीर ਜੀ ਇਹ ਨਾ ਮੈਂ ਜੀ ਥੋੜਾ ਜਿਹਾ ਨਾ ਇਹਦੇ ਬਾਰੇ ਸੋਚ ਰਿਹਾ ਸੀ ਕਿ ਜਿਵੇਂ ਅਸੀਂ ਹੁਣ ਇੱਥੇ ਅਰਥ ਕਰ ਦੇਂਗੇ, हाँ जी ਕਈ ਵਾਰੀ ਤੁਸੀਂ ਜਿਹੜੇ ਪਹਿਲੀ ਲਾਈਨ ਨੂੰ ਲੈਣੀ ਹੈਗੀ, ਯੂ ਡੋਂਟ ਮੇਕ ਦਾ ਫੁੱਲ ਕਨਸੈਪਟ ਆਫ ਇਟ। ਕਈ ਵਾਰੀ ਥੋੜੀ ਜਿਹੀ ਟੁੱਟੇ ਤੁਹਾਨੂੰ ਆਪਣੇ ਆਪ ਉਦੋਂ ਹਰ ਸੁਝਦੇ ਨਹੀਂ ਕਿ ਕੀ ਕਿਹਾ ਹੈ, ਕਿ ਇਹ ਵੁਡਨਟ ਬੀ ਬੈਟਰ ਕਿ ਤੁਸੀਂ ਕਹੋ ਕਿ ਇਹ ਸ਼ਬਦ ਅਸੀਂ ਅਗਲੇ ਵੀਕ ਕਰਾਂਗੇ, ਸਾਡੇ ਤੋਂ ਇੱਕ ਬੰਦਾ ਇਹ ਜਿੱਥੇ ਤੇ ਰਹੋ ਜਾਂ ਇਹਨੂੰ ਸ਼ਬਦ ਨੂੰ 2 ਜਾਂ ਜਿੰਨੇ ਹਿੱਸੇ 'ਚ ਵੰਡ ਹੁੰਦਾ ਉਹਨਾਂ 'ਚ ਵੰਡ ਕੇ ਕਿ ਤੂੰ ਇਹਦੀ ਵਿਆਖਿਆ ਤੱਕ ਇਹਦੇ ਅਰਥ ਪਹਿਲਾਂ ਉਹ ਪੜ੍ਹ ਲਵੇ, ਤਾਂ ਕਿ ਉਹ ਸਿਮੂਲੇਟ ਕਰ ਲਵੇ ਆਪਣੇ 'ਚ ਕਿ ਇਹਦੇ ਅਰਥ ਹੋਣੇ ਕੀ ਚਾਹੀਦੇ ਨੇ। ਹੁਣ ਅਸੀਂ ਜਿਹੜੇ ਲਫ਼ਜ਼ੀ ਅਰਥ ਕਰ ਦਿੰਦੇ ਨੇ ਉਹ ਕਈ ਵਾਰੀ ਪਿੱਛੇ ਜਾ ਕੇ ਬਿਲਕੁਲ ਗਲਤ ਹੋ ਜਾਂਦੇ ਨੇ। ਮੈਂ ਤੁਹਾਡੇ ਨਾਲ 100% ਐਗਰੀ ਹਾਂ, ਪਰ ਥੋੜਾ ਜਿਹਾ ਸਾਡਾ ਆਬਜੈਕਟਿਵ ਆਫ ਦਿਸ ਕਲਾਸ ਵਾਸ ਕਿ ਅਸੀਂ ਸਾਰੇ ਇਨਵੋਲਵ ਹੋਈਏ। ਵੈਸੇ ਤੇ ਸਾਰਿਆਂ ਨੂੰ ਪਤਾ ਕਿ ਕਿਹੜੇ ਸ਼ਬਦ ਅਸੀਂ ਪੜ੍ਹਨੇ ਨੇ, ਕਿਉਂਕਿ ਜਦੋਂ ਅਸੀਂ ਕਹਿੰਦੇ ਆ ਕਿਹੜਾ ਰਾਗ ਪੜ੍ਹਨਾ, ਉਹ ਕਿਤਾਬਾਂ ਸਾਰਿਆਂ ਕੋਲ ਹੈ, ਔਰ ਉਸ ਕਿਤਾਬ ਦੇ ਵਿੱਚ ਜਿਹੜੇ ਸ਼ਬਦ ਨੇ ਉਹੋ ਹੀ ਅਸੀਂ ਇੱਥੇ ਪੜ੍ਹਦੇ ਹਾਂ। ਕਿਤਾਬ ਦੇ ਵਿੱਚ ਸ਼ਬਦ ਵੀ ਹੈ ਨੇ ਤੇ ਕਿਤਾਬ ਦੇ ਵਿੱਚ ਅਰਥ ਵੀ ਹੈ ਨੇ। ਹੁਣ ਅਗਰ ਮੈਂ ਤੁਹਾਡੇ ਕੁਐਸਚਨ ਤੇ ਆਵਾਂ, ਹੁਣ ਪ੍ਰੋਬਲਮ ਸਿਰਫ ਇਹ ਹੈ ਕਿ ਮੇਰੇ ਖਿਆਲ ਵਿੱਚ ਸਿਰਫ ਨਵਤੇਜ ਜਾਂ ਗੁਰਦੀਪ ਜਾਂ ਪਰਮਜੀਤ ਹੋ ਸਕਦਾ, ਬਾਕੀ ਵਿੰਦਰ ਕੈਲਾਸ਼ ਬਬਲੀ ਦਵਿੰਦਰ ਵੀ ਘਰ ਕੁਝ ਹੋਮਵਰਕ ਕਰਦੇ ਹੋਣ। ਮੈਂ ਨਹੀਂ ਕਹਿ ਰਿਹਾ ਕਿ ਨਹੀਂ ਕਰਦੇ, ਮੈਂ ਕਿਸੇ ਦੇ ਨੈਗੇਟਿਵ ਨਹੀਂ ਬੋਲ ਰਿਹਾ, ਪਰ ਕੁਝ ਤੇ ਡੈਫੀਨੇਟਲੀ ਉਸ ਸ਼ਬਦ ਪੜ੍ਹ ਕੇ ਆਉਂਦੇ ਨੇ ਜਿਨ੍ਹਾਂ ਦਾ ਤੁਸੀਂ ਦੇਖ ਸਕਦੇ ਹੋ ਕਿ ਨਵਤੇਜ ਤੇ ਗੁਰਦੀਪ ਪਰਮਜੀਤ ਜਾਂ ਮਹਿੰਦਰ ਵੀ ਬੜੀ ਐਫਰਟ ਕਰਦਾ। ਕੈਲਾਸ਼ ਪਿਛਲੇ ਵੀਕ ਤੱਕ ਦਵਿੰਦਰ ਦੇ ਟ੍ਰਾਂਸਲੇਸ਼ਨ ਬਹੁਤ ਵਧੀਆ ਸਨ, ਅੱਜ ਉਹ ਥੋੜੇ ਜਿਹੇ ਠੰਡੇ ਨੇ, ਅੱਜ ਉਹ ਸ਼ਾਇਦ ਉਹਨਾਂ ਦਾ ਧਿਆਨ ਕਿਧਰੇ ਹੋਰ ਹੈ, ਪਰ ਕੋਈ ਡਰ ਨਹੀਂ। ਵਜ਼ੀਰ ਜੀ ਤੁਹਾਡੀ ਸਲਾਹ ਸਿਰ ਮੱਥੇ ਤੇ ਹੈ, ਪਰ ਇਸੇ ਕਰਕੇ ਮੈਂ ਤੁਹਾਡੇ ਤੋਂ ਸ਼ੁਰੂ ਕਰਦਾ ਕਿ ਤੁਹਾਡੇ ਤੋਂ ਉਹ ਸਿੱਖ ਲੈਣ, ਕਿਉਂਕਿ ਤੁਹਾਡਾ ਠੀਕ ਹੈ, ਤੁਹਾਡੀ ਉਂਝ ਵੀ ਨੌਲੇਜ ਬਹੁਤ ਹੈ, ਤੇ ਤੁਸੀਂ ਅਗਰ ਨਾਮ ਵੀ ਤੁਹਾਡੇ ਸਾਹਮਣੇ ਸ਼ਬਦ ਹੋਵੇ ਤਾਂ ਵੀ ਤੁਸੀਂ ਉਹਦਾ ਮੀਨਿੰਗ ਕਰ ਸਕਦੇ ਹੋ, ਨਾਮ ਵੀ ਪੜ੍ਹਿਆ ਹੋਵੇ। ਲੇਕਿਨ ਅਗਰ ਬਾਕੀ ਗੁਰਦੀਪ ਨੇ, ਪਰਮਜੀਤ ਨੇ, ਦਵਿੰਦਰ ਨੇ, ਕੈਲਾਸ਼ ਨੇ, ਬਬਲੀ ਨੇ, ਮਹਿੰਦਰ ਨੇ, ਨਵਤੇਜ ਨੇ ਅਗਰ ਮੀਨਿੰਗ ਕਰਨਾ ਹੈ, ਤੇ ਜੇ ਉਹਨਾਂ ਨੇ ਪੜ੍ਹਿਆ ਹੋਏਗਾ
ਤੇ ਉਹ ਸਰਟਨਲੀ ਬਹੁਤ ਅੱਛਾ ਉਹਦਾ ਮੀਨਿੰਗ ਕਰ ਸਕਦੇ ਨੇ। ਔਰ ਮੈਂ ਵੀ ਕਈ ਵਾਰੀ ਇਹ ਮਹਿਸੂਸ ਕਰਦਾ ਵੀ ਇਹ ਮੀਨਿੰਗ ਟਾਈਮ, ਕਿਉਂਕਿ ਟਾਈਮ ਵੀ ਸਾਡੇ ਕੋਲ ਲਿਮਿਟਡ ਹੁੰਦਾ, ਕਿ ਟਾਈਮ ਦੇ ਮੁਤਾਬਕ ਇਹ ਮੀਨਿੰਗ ਅੱਧਾ ਹੀ ਰਹਿ ਗਿਆ ਔਰ ਅਸੀਂ ਅਗਲੇ ਤੇ ਚਲੇ ਗਏ ਹਾਂ। ਮੈਂ ਆਈ ਡੂ ਫੀਲ ਦੈਟ, ਔਰ ਕੋਸ਼ਿਸ਼ ਕਰਾਂਗੇ ਕਿ ਇਹਨੂੰ ਥੋੜਾ ਜਿਹਾ ਵਿਆਖਿਆ ਨੂੰ ਹੋਰ ਅਸੀਂ ਡੀਪਲੀ ਲਿਜਾ ਸਕੀਏ। ਕਿਉਂਕਿ ਜੇ ਇੱਕ ਲਾਈਨ ਦਾ ਮਤਲਬ ਉਦੋਂ ਕਰਦੇ ਉਹਦਾ ਐਂਡ ਤੇ ਜਾ ਕੇ ਬਿਲਕੁਲ ਉਲਟਾ। ਨਹੀਂ ਉਹ ਠੀਕ ਹੈ, ਪਰ ਹੁਣ ਦੇਖੋ ਅੱਜ ਤੇ ਹੈਵੀ ਸ਼ਬਦ ਸਿਰਫ 3 ਨੇ, ਕਈ ਰਾਗਾਂ ਦੇ ਵਿੱਚ ਸ਼ਬਦ ਵੀ 4-5 ਸਨ, ਔਰ ਇਹ ਛੋਟੇ ਛੋਟੇ ਸ਼ਬਦ ਨੇ, ਕੋਈ ਇਹਨਾਂ ਵਿੱਚ ਮੁਸ਼ਕਿਲ ਵਰਡ ਹੈ ਹੀ ਨਹੀਂ। ਪਰ ਠੀਕ ਹੈ, ਵਿਲ ਟੇਕ ਯੂਰ ਪੁਆਇੰਟ, ਔਰ ਅੱਗੋਂ ਤੋਂ ਡਿਊਟੀਆਂ ਲਾ ਦਿਆ ਕਰਾਂਗੇ। ਇੱਕ ਚੀਜ਼ ਮੇਰੇ ਸੁਣ ਲਓ, ਰਿਕਵੈਸਟ ਹੈ ਸਾਰਿਆਂ ਨੂੰ, ਗੁਰਦੀਪ ਜੀ, ਪਰਮਜੀਤ, ਦਵਿੰਦਰ, ਕੈਲਾਸ਼, ਬਬਲੀ, ਮਹਿੰਦਰ, ਨਵਤੇਜ, ਕਿ ਅਗਰ ਤੁਹਾਡੇ ਕੋਲ ਬੁੱਕ ਹੈ, ਬੁੱਕ ਦੇ ਵਿੱਚ 3 ਜਾਂ 4 ਸ਼ਬਦ ਹੀ ਹੁੰਦੇ ਨੇ ਉਸ ਰਾਗ ਦੇ, ਤੁਸੀਂ ਅਗਰ ਉਸ ਬੁੱਕ ਦੇ ਵਿੱਚੋਂ ਉਹ ਸ਼ਬਦ ਦੇਖ ਲਓ, ਜੇ ਤੁਹਾਨੂੰ ਉਹਦੇ ਵਿੱਚ ਸਮਝ ਆ ਜਾਂਦਾ, ਕਿਉਂਕਿ ਉਸ ਸ਼ਬਦ ਦੇ ਇੰਡੀਵਿਜੂਅਲ ਅੱਖਰਾਂ ਦੇ ਮੀਨਿੰਗ ਵੀ ਹੈ ਨੇ, ਤੇ ਟ੍ਰਾਂਸਲੇਸ਼ਨ ਹੈ ਨਾ ਕਿਤਾਬ ਦੇ, ਤੁਸੀਂ ਜੇ ਉਹ ਸ਼ਬਦ ਦੇ ਐਂਡ ਤੇ ਦੇਖੋਗੇ ਇੰਡੀਵਿਜੂਅਲ ਵਰਡਸ ਦੇ ਵੀ ਹੈ ਨੇ। ਪਰ ਮੈਂ ਸਮਝਦਾ ਤੁਹਾਨੂੰ ਜ਼ਿੰਦਗੀ ਵਿੱਚ ਹੋਰ ਬਹੁਤ ਕੰਮ ਨੇ, ਔਰ ਉਹ ਇੱਕ ਟਾਈਮ ਕੱਢਣਾ ਕੋਈ ਇੰਨਾ ਆਸਾਨ ਨਹੀਂ ਹੈ। ਲੈਕਚਰ ਤਿਆਰ ਕਰਨ ਵਾਸਤੇ ਵੀ ਮੈਨੂੰ ਵੀ ਪਤਾ ਕਿ ਕਿੰਨੇ ਆਵਰ ਦੀ ਮੇਰੀ ਇਨਪੁਟ ਹੁੰਦੀ ਹੈ, ਔਰ ਨੈਚੁਰਲੀ ਤੁਸੀਂ ਇੱਥੇ ਆਉਂਦੇ ਹੋ, ਗਿਆਨ ਲੈਣ ਆਉਂਦੇ ਹੋ, ਤੇ ਜੇ ਤੁਹਾਨੂੰ ਤੇ ਡਿਊਟੀ ਲਗਾਤੀ ਜਾਏ ਵੀ ਪਹਿਲਾਂ ਪੜ੍ਹ ਕੇ ਆਓ, ਜਾਂ ਸ਼ਾਇਦ ਤੁਸੀਂ ਕਹੋ ਜੀ ਚਲੋ ਅੱਜ ਨਹੀਂ ਜਾਂਦੇ, ਅੱਜ ਤੁਸੀਂ ਪੜ੍ਹਿਆ ਕੋਈ ਨਹੀਂ, ਸੋ ਇਹ ਐਸੀ ਕੋਈ ਮਜਬੂਰੀ ਨਹੀਂ ਹੈ। ਜੇ ਤੁਸੀਂ ਪੜ੍ਹ ਕੇ ਆ ਸਕੋ ਤੇ ਮੋਸਟ ਵੈਲਕਮ ਹੈ। ਵੈਸੇ ਅਸੀਂ ਇੱਥੇ ਹਾਂ ਤੁਹਾਡੀ ਹੈਲਪ ਕਰਨ ਵਾਸਤੇ। ਮੈਂ ਪੜ੍ਹ ਕੇ ਆਨੀ, ਮੈਨੂੰ ਤਾਂ ਯਾਦ ਨਹੀਂ ਰਹਿੰਦਾ, ਭੁੱਲ ਜਾਂਦਾ। ਕੋਈ ਗੱਲ ਨਹੀਂ, ਕੋਈ ਇਮਤਿਹਾਨ ਨਹੀਂ ਹੈ, ਕੋਈ ਕੁਛ ਨਹੀਂ ਅਸੀਂ ਤੁਹਾਨੂੰ ਕਹਿ ਰਹੇ, ਕਿਉਂਕਿ ਵਜ਼ੀਰ ਦਾ ਇੱਕੋ ਛੋਟਾ ਜਿਹਾ ਮੇਰਾ ਖਿਆਲ ਹੈ, ਵਜ਼ੀਰ ਜੀ ਦਾ ਜੋ ਮੇਨ ਉਹਨਾਂ ਦੇ ਮਨ ਵਿੱਚ ਹੈ, ਤੇ ਚੂੰਕਿ ਗੁਰਬਾਣੀ ਹੈ, ਥੋੜਾ ਹੋਮਵਰਕ ਕਰ ਲਓ। ਕੋਸ਼ਿਸ਼ ਇਹ ਹੋਵੇ ਕਿ ਉਹਦਾ ਮਤਲਬ ਠੀਕ ਨਿਕਲੇ, ਠੀਕ ਦੱਸਿਆ ਜਾਏ, ਕਿ ਅਸੀਂ ਜਲਦੀ ਵਿੱਚ ਉਸ ਮੀਨਿੰਗ ਨੂੰ ਗਲਤ ਨਾ ਕਹਿ ਜਾਈਏ। ਸਾਨੂੰ ਸਮਝਣਾ ਚਾਹੀਦਾ ਮਤਲਬ ਪਹਿਲੇ, ਮਤਲਬ। ਔਰ ਅਗਰ ਸੋ ਤੁਹਾਨੂੰ ਕੋਈ ਬੰਦਸ਼ ਨਹੀਂ, ਤੁਸੀਂ ਪੜੋ ਜਾਂ ਨਾ ਪੜੋ, you all are doing very well, you all are trying, and that is what is the objective of this gathering. So please take that with you, and thank you very much, Wazir ji. Can you please start? हाँ जी। फूटो आंडा भरम कहा मने प्यो प्रगास, कि भरम दा दुबदा दा इल्यूजन दा आंडा फुट गया, मन ओ नाश हो गया। मने प्यो प्रगास, ते मेरे मन विच चानना हो गया जदों भरम दा आंडा फुट गया, भरम दा आंडा फुट गया। काटी बेरी पगे ते गुर कीनी बंद खलास, जिहड़ी मेरे पैरां च बेड़ी पई हुई सी, पगे की पैरां च बेड़ी पई हुई सी, ओह कट्टी गई, गुरु कीनी बंद खलास, गुरु ने मेरी बंद खलासी, आजादी ठीक है। नवतेज, आज रेडी? हाँ जी। ਇਹਦੇ ਬਾਅਦ ਮਹਿੰਦਰ ਜੀ ਤੁਹਾਡਾ, ਤੁਸੀਂ ਤਿਆਰ ਰਹਿਣਾ, ਫਿਰ ਬਬਲੀ, ਫਿਰ ਕੈਲਾਸ਼, ਫਿਰ ਦਵਿੰਦਰ, ਫਿਰ ਗੁਰਦੀਪ, ਤੇ ਫਿਰ ਲਾਸਟ ਪਰਮਜੀਤ। ਹਾਂਜੀ। ਇੱਥੇ ਗੁਰੂ ਜੀ ਕਹਿੰਦੇ ਆਵਣ ਜਾਣ ਰਹਿਓ, ਸੋ ਕਹਿੰਦੇ ਕਿ ਜਿਹੜਾ ਮੇਰਾ ਆਉਣ ਜਾਣ ਦਾ ਚੱਕਰ ਸੀਗਾ, ਜਿਸ ਨੂੰ ਆਪਾਂ ਰੀਇਨਕਾਰਨੇਸ਼ਨ ਕਹਿੰਦੇ ਆ, ਉਹ ਹੁਣ ਖਤਮ ਹੋ ਗਿਆ, ਕਿਉਂਕਿ ਹੁਣ ਜਿੱਦਾਂ ਡਾਕਟਰ ਵਜ਼ੀਰ ਨੇ ਕਿਹਾ ਕਿ ਹੁਣ ਜਿਹੜਾ ਮੇਰਾ ਭਰਮ ਸੀਗਾ, ਉਹ ਮੇਰਾ ਭਰਮ ਸਾਰਾ ਗਿਆ, ਤੇ ਹੁਣ ਮੇਰਾ ਆਉਣ ਜਾਣ ਦਾ ਚੱਕਰ ਮਿਟ ਗਿਆ। ਫਿਰ ਰਹਾਉ ਵਾਲੀ ਲਾਈਨ ਦੇ ਵਿੱਚ ਕਹਿੰਦੇ ਨੇ, ਤਪਤ ਕਹਾੜਾ ਬੁੱਝ ਗਿਆ, ਗੁਰ ਸੀਤਲ ਨਾਮ ਦਿਓ। ਤੇ ਕਹਿੰਦੇ ਕਿ ਜਿਹੜਾ ਤਪਤ, ਜਿੱਦਾਂ ਆਪਣੇ ਜਿਹੜੀ ਬਹੁਤ ਜਿੱਦਾਂ ਚੀਜ਼ ਬਹੁਤ ਗਰਮ ਹੋਵੇ, ਉਬਲਦੀ ਚੀਜ਼ ਹੋਵੇ ਇਨਸਾਨ ਦੇ ਅੰਦਰ, ਕਹਿੰਦੇ ਏਦਾਂ ਐਗਜ਼ਾਮਪਲ ਦਿੰਦੇ ਪਏ ਨੇ, ਜਿਹੜੇ ਅੰਦਰ ਮੇਰੇ ਅੰਦਰ ਬੜਾ ਆਪਣੀ ਗਰਮੀ ਜਿਹੜੀ ਅੰਦਰ ਸੀ, ਹੁਣ ਠੰਡ ਪੈ ਗਈ ਮੇਰੇ ਅੰਦਰ, ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੇ ਨਾਮ ਦੇ ਰਾਹੀਂ, ਕਿ ਨਾਮ ਦੇ ਰਾਹੀਂ ਮੈਨੂੰ ਹੁਣ ਠੰਡ, ਮੇਰੇ ਨਾਮ ਦੇ ਰਾਹੀਂ ਮੈਨੂੰ ਹੁਣ ਠੰਡ ਸੂਦਿੰਗ ਮਿਲ ਗਈ, ਮੈਨੂੰ ਸੀਤਲ ਹੋ ਗਿਆ ਮੇਰਾ ਮਨ। ਇਧਰੇ ਬੈਕਗ੍ਰਾਉਂਡ ਆਵਾਜ਼ ਹੈ ਕਿਸੇ ਦੇ, ਕਾਰਾਂ ਨੂੰ ਬੰਦ ਕਰ ਲਓ। ਉਹ ਜੋ ਨਵਤੇਜ ਨੇ ਦੱਸਿਆ ਕਿ ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ, ਸਾਡੇ ਸਾਰਿਆਂ ਦੇ ਜੀਵਨ ਦੇ ਵਿੱਚ ਜਿਹੜੀ ਇਹ ਤ੍ਰਿਸ਼ਨਾ ਨਾ, ਤ੍ਰਿਸ਼ਨਾ ਦੀ ਅੱਗ, ਉਹ ਹਰ ਵੇਲੇ ਭਖਦੀ ਰਹਿੰਦੀ ਹੈ। ਉਹਦੇ ਨਾਲ ਹੀ ਅਸੀਂ ਸੜ ਕੇ ਕਈ ਵਾਰੀ ਸੁਆਹ ਹੋ ਜਾਂਦੇ ਹਾਂ ਕਿ ਇਹ ਨਹੀਂ ਮਿਲਿਆ ਯਾਰ, ਮੈਂ ਕੀ ਕਰਾਂ, ਮੇਰੀ ਜ਼ਿੰਦਗੀ ਕੁਛ ਨਹੀਂ, ਮੈਂ ਜੀ ਕੀ ਕਰਕੇ ਕੀ ਕਰਨਾ,
ਮੇਰੀ ਸਹੇਲੀ ਕੋਲ ਤੇ ਹੈ, ਮੇਰੇ ਦੋਸਤ ਕੋਲ ਹੈ, ਪਰ ਮੇਰੇ ਕੋਲ ਕੁਝ ਨਹੀਂ। ਪਰ ਜੇ ਤੁਹਾਨੂੰ ਇਹ ਪਤਾ ਲੱਗ ਜਾਏ ਕਿ ਇਹ ਜੀਵਨ ਜਿਹੜਾ ਵਾਹਿਗੁਰੂ ਨੇ ਦਿੱਤਾ, ਜੋ ਦਿੱਤਾ, ਉਹਦੇ ਵਿੱਚ ਸ਼ਾਂਤ ਰਹੋ। ਜੋ 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 ਤੁਹਾਡੇ ਕਰਮ ਨੇ, ਹਰ ਚੀਜ਼ ਤੁਹਾਨੂੰ ਕਰਮਾਂ ਦੇ ਹਿਸਾਬ ਹੀ ਮਿਲਣੀ ਹੈ। ਕਈ ਵਾਰੀ ਮੈਨੂੰ ਯਾਦ ਹੈ, ਕਈ ਐਗਜ਼ਾਮਪਲਾਂ ਮੈਂ ਤੁਹਾਨੂੰ ਦੇ ਸਕਦਾ। ਤੁਸੀਂ ਕੋਈ ਕੰਮ ਸ਼ੁਰੂ ਕਰਦੇ ਹੋ, ਅਸੀਂ ਪੰਜਾਬੀ ਦੀਆਂ ਕਲਾਸਾਂ ਕੀਤੀਆਂ ਤੇ ਕਿਸੇ ਨੇ ਕਿਹਾ ਜੀ ਫਲਾਣੀ ਜਗ੍ਹਾ ਵੀ ਪੰਜਾਬੀ ਦਾ ਸਕੂਲ ਖੁੱਲ ਗਿਆ, ਫਲਾਣੀ ਜਗ੍ਹਾ ਵੀ ਖੁੱਲ ਗਿਆ। ਮੇਰਾ ਇੱਕੋ ਜਵਾਬ ਹੁੰਦਾ ਸੀ, ਤੁਹਾਡੀ ਤਕਦੀਰ ਵਿੱਚ ਜੋ ਲਿਖਿਆ ਕੋਈ ਲੈ ਕੇ ਜਾ ਨਹੀਂ ਸਕਦਾ। ਤੁਸੀਂ ਆਪਣਾ ਕੰਮ ਕਰਦੇ ਰਹੋ, ਅਗਲੇ ਨੂੰ ਅਗਲਾ ਕੰਮ ਕਰਦੇ ਰਹੋ, ਸਭ ਹੀ ਕੰਟਰੀਬਿਊਟ ਕਰ ਰਹੇ ਹੋ। So they all are contributing, ਕੋਈ ਗਲਤ ਕੰਮ ਨਹੀਂ ਕਰ ਰਿਹਾ। that is their own contribution। ਜਿੰਨਾ ਸਾਡੀ ਕਿਸਮਤ 'ਚ ਲਿਖਿਆ ਉਹਨਾਂ ਸਾਨੂੰ ਮਿਲ ਜਾਏਗਾ, ਜਿੰਨਾ ਉਹਨਾਂ ਦੀ ਕਿਸਮਤ 'ਚ ਲਿਖਿਆ ਉਹ ਉਹਨਾਂ ਨੂੰ ਮਿਲ ਜਾਏਗਾ। ਮਹਿੰਦਰ ਨੈਕਸਟ। ਜੀ, ਜਬ ਤੇ ਸਾਧੂ ਸੰਗ ਪਿਆ ਤਾਂ ਛੋੜ ਗਏ ਨਿਗਹਾਰ। ਜਦੋਂ ਮੈਂ ਸਾਧੂਆਂ ਦੀ ਸੰਗਤ ਕੀਤੀ ਆ ਹੈ, ਉਸ ਤੋਂ ਬਾਅਦ ਜਬ ਤੇ ਸਾਧੂਆਂ ਦੀ ਮੈਂ ਸੰਗਤ ਕੀਤੀ ਆ, ਚੰਗੇ ਬੰਦਿਆਂ ਦੀ, ਅੱਛੇ ਬੰਦਿਆਂ ਦੀ ਸੰਗਤ ਕੀਤੀ ਆ, ਉਸ ਤੋਂ ਬਾਅਦ ਮੇਰੇ ਸਾਰੇ ਜਿਹੜੇ ਗੁਨਾਹ ਉਹ ਮਿਟ ਗਏ ਹਨ। ਚਲੋ ਅੱਗੇ। ਜਿਸ ਕੀ ਅਟਕ ਸੇ ਛੁਟੀ ਤਾਂ करे कुटार, जिसकी अटक तिसको छुटी। नहीं डॉक्टर जी, ਜਿਹਨੇ ਸਾਨੂੰ ਫੜਿਆ ਸੀ ਉਹਨੇ ਸਾਨੂੰ ਛੱਡ ਦਿੱਤਾ। जिसकी अटक छुटी, ਜਿਹੜੇ ਗੁਨਾਹ ਨੇ ਸਾਨੂੰ ਫੜਿਆ ਸੀਗਾ ਤੇ ਉਹ ਤੋਂ ਗੁਨਾਹ ਤੋਂ ਅਸੀਂ ਤੇਰੇ ਰੱਬ ਦਾ ਨਾਮ ਲੈਣ ਦੇ ਉਹ ਤੋਂ ਗੁਨਾਹ ਤੋਂ ਛੁਟਕਾਰਾ ਪਾ ਲਿਆ ਹੈ। ਕਿ ਦੇਖੋ ਜੇ ਤੁਸੀਂ ਹੁਣ ਭੈੜੇ ਕਰਮ ਛੱਡ ਦਿੱਤੇ ਨੇ ਤੇ ਜੋ ਮਰਜ਼ੀ ਆਪਣਾ ਧਰਮ ਰਾਜ ਜੋ ਕਰਦਾ ਮਰਜ਼ੀ ਕਰਦਾ ਫਿਰੇ, ਜਿਹੜਾ ਵਾਚ ਡੌਗ ਹੈ ਸਾਰਿਆਂ ਦਾ। ਜੇ ਅਸੀਂ ਆਪਣੇ ਆਪ ਨੂੰ ਸੁਧਾਰ ਲਿਆ, ਅਸੀਂ ਨੇਕ ਹੋ ਗਏ ਹਾਂ ਤੇ ਹੋ ਗਏ ਹਾਂ। ਹੁਣ ਤੇ ਉਹ ਕੁਝ ਨਹੀਂ ਕਰ ਸਕਦਾ ਨਾ। ਸੋ ਉਹ ਕਹਿ ਰਹੇ ਨੇ ਜਿਸ ਕੀ ਅਟਕ ਤਿਸ ਸੇ ਛੁੱਟੀ ਤਾਂ ਕਹੂੰ। ਕੋਟਵਾਰ ਮੀਨਸ ਵਾਚਮੈਨ, ਜਿਹੜਾ ਤੁਹਾਨੂੰ ਫੜਨ ਨੂੰ ਤਿਆਰ ਸੀ, ਜਿਹੜਾ ਤੁਹਾਡਾ ਨਿਗਾਹ ਜਾਂ ਦੇਖ ਰਿਹਾ ਸੀ ਤੁਹਾਨੂੰ। ਵਾਚਮੈਨ ਆਫ ਦੀ ਡੈਥ ਡੂ ਵੀ ਨੋ। ਹੁਣ ਮੈਨੂੰ ਕੀ ਕਰ ਸਕਦਾ। ਬਬਲੀ। चुका नहीं, हाँ जी ये ठीक है। हाँ जी, चुका पारा करम का होए न कर्मा। ਜਿਹੜੇ ਜਿਹੜੇ ਕਰਮ ਹੈਗੇ ਨੇ ਉਹ ਤੁਸੀਂ ਆਪਣੇ ਕਰਮਾਂ ਤੋਂ ਫ੍ਰੀ ਹੋ ਜਾਂਦੇ ਹੋ। ਨਹੀਂ ਠੀਕ ਹੈ। ਚੁਕਾ ਮੀਨਸ ਰਿਮੂਵ। ਹਾਂਜੀ, ਨੈ ਕਰਮਾ। ਐਂਡ ਸਾਗਰ ਤੇ ਕੰਡੇ ਚੜੇ ਗੁਰ ਕੀ ਨੇ ਧਰਮਾ। ਕਿ ਤੁਸੀਂ ਸਾਰੀ ਵਰਲਡ ਦਾ ਸਾਗਰ ਤੁਸੀਂ ਪਾਰ ਕਰ ਲਿੱਤਾ ਹੈ, ਦੂਸਰੇ ਪਾਸੇ ਪਹੁੰਚ ਗਏ ਹੋ। ਇਹ ਕੁਝ ਮਤਲਬ ਹੋਏਗਾ। ਸਾਗਰ ਤੇ ਕੰਡੇ ਚੜੇ ਗੁਰ ਕੀ ਨੇ ਧਰਮਾ। ਜੇ ਤੁਹਾਨੂੰ ਆਪਣੇ ਧਰਮ ਦੇ I can't explain very well, I don't know. ਦਿਮਾਗ ਹੀ ਜਾਂਦਾ ਹੈ ਕਿ confused, you know। ਤੁਸੀਂ ਅਗਰ ਆਪਣੇ ਬੁਰੇ ਕਰਮ ਛੱਡ ਦਿੱਤੇ ਨੇ, ਹਾਂ ਛੱਡ, ਤੁਸੀਂ ਅੱਛੇ ਕਰਮ ਲੱਗ ਪਏ ਹੋ ਤੇ ਨੈਚੁਰਲੀ ਤੁਸੀਂ ਹੁਣ ਸਾਗਰ ਪਾਰ ਕਰੋਗੇ ਕਿਉਂਕਿ ਧਰਮ ਦੀ ਰਾਹ ਤੇ ਚੱਲ ਪਏ ਹੋ। ਤੁਹਾਡਾ ਜੀਵਨ ਜਿਹੜਾ ਉੱਤੇ ਨੇ, ਹੁਣ ਤੁਸੀਂ ਸਤਵ ਗੁਣ ਤੇ ਚੱਲਣ ਲੱਗ ਪਏ ਹੋ। ਤੁਸੀਂ ਤਮਸ ਮਾਰਗ ਛੱਡ ਦਿੱਤਾ, ਜਿਹੜਾ ਡਾਰਕਨੈਸ ਦਾ ਮਾਰਗ ਸੀ। ਹੁਣ ਤੁਸੀਂ ਸੱਚਾਈ ਦੇ ਮਾਰਗ ਤੇ ਚੱਲੇ ਹੋ ਤੇ ਨੈਚੁਰਲੀ ਹੁਣ ਤੁਸੀਂ ਵਰਲਡ ਓਸ਼ਨ ਕ੍ਰਾਸ ਕਰ ਗਏ ਹੋ ਜਾਂ ਕਰ ਜਾਓਗੇ। ਕੈਲਾਸ਼। ਹਾਂਜੀ, ਇਟਸ ਕਮਿੰਗ ਫਰਮ ਦ ਪ੍ਰੀਵੀਅਸ ਲਾਈਨ। ਜੇ ਕਹਿੰਦੇ ਕਿ ਜਦੋਂ ਮੇਰਾ ਸਾਰਾ ਮੇਰੇ ਭੈੜੇ ਕਰਮ ਮੇਰੇ ਮੁੱਕ ਗਏ ਤੇ ਹੁਣ ਮੇਰਾ ਪਰਪਸ ਆਫ ਲਾਈਫ ਹੈ ਕਿ ਮੈਂ ਹਮੇਸ਼ਾ ਸੱਚਾਈ ਤੇ ਜੀਵਾਂ ਤੇ ਸੱਚਾਈ ਨੂੰ ਹੀ ਆਪਣਾ ਜੀਵਨ ਦਾ ਲਕਸ਼ ਬਣਾਵਾਂ ਤੇ ਉਹੀਓ ਮੇਰੀ ਦੌਲਤ ਹੈ ਤੇ ਉਹੀਓ ਮੇਰੀ ਸੱਚੀ ਆਈਡੈਂਟੀਟੀ। ਫਿਰ ਬੋਲੋ। ਮੈਂ ਤੇ ਹਾਂਜੀ ਸੱਚ ਪੂੰਜੀ ਸੱਚ ਬਖਸ਼ਾ। ਉਹ ਕਹਿੰਦੇ ਕਮਿੰਗ ਫਰਮ ਦ ਪ੍ਰੀਵੀਅਸ ਲਾਈਨ, ਜਦੋਂ ਮੇਰੇ ਕਰਮ ਸਾਰੇ ਮੇਰੇ ਭੈੜੇ ਕਰਮ ਮੁੱਕ ਗਏ ਨੇ, ਉਸ ਤੋਂ ਬਾਅਦ ਮੇਰੀ ਲਾਈਫ ਸੱਚਾਈ ਤੇ ਬੇਸਡ ਹੈ। ਮੇਰਾ ਸੱਚ ਹੀ ਮੇਰੇ ਜੀਣਾ ਤੇ ਸੱਚ ਹੀ ਮੇਰੇ ਲਾਈਫ ਹੈ ਤੇ ਮੈਂ ਆਪਣਾ ਜੀਵਨ ਦੇ ਵਿੱਚ ਲਕਸ਼ ਬਣਾਵਾਂ ਕਿ ਮੈਂ ਹਮੇਸ਼ਾ ਸੱਚਾਈ ਤੇ ਹੀ ਚੱਲਾਂ। ਬਿਲਕੁਲ ਠੀਕ ਹੈ। ਵੈਰੀ ਗੁੱਡ, ਵੈਲ ਡਨ। ਹੁਣ ਤੁਸੀਂ ਅਗਰ ਸਾਰਾ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਧਿਆਨ ਨਾਲ ਦੇਖੋ ਕਿ ਤੁਸੀਂ ਗੁਰਬਾਣੀ ਪੜ੍ਹ ਰਹੇ ਹੋ। ਗੁਰਬਾਣੀ ਪੜ੍ਹਨ ਦੇ ਨਾਲ ਜੋ ਵੀ ਤੁਹਾਡੇ ਮਨ ਦੇ ਵਿੱਚ ਅਵਿਸ਼ਵਾਸ ਸੀ, ਤੁਹਾਡੇ ਮਨ ਦੇ ਵਿੱਚ ਭਰਮ ਸਨ, ਉਹ ਜਿਸ ਵੇਲੇ ਟੁੱਟਦੇ ਨੇ ਤੇ ਫਿਰ ਜਿਹੜੇ ਤੁਹਾਡੇ ਤੁਸੀਂ ਕੀਤੇ ਗੁਨਾਹ ਨੇ
ਉਹ ਨੈਚੁਰਲੀ ਗੁਨਾਹ ਹੀ ਦੌੜ ਜਾਣਗੇ ਨਾ, ਤੁਹਾਡੇ ਛੱਡ ਜਾਣਗੇ ਨਾ ਤੁਹਾਡਾ ਸਰੀਰ, ਤੇ ਹੁਣ ਉੱਥੇ ਵਿੱਚ ਅੱਛਾਈ ਆ ਜਾਏਗੀ, ਉੱਥੇ ਨੇਕੀ ਆ ਜਾਏਗੀ। ਤੁਸੀਂ ਜਿਸ ਵੇਲੇ ਉਹ ਕਹਿੰਦੇ ਨੇ ਇੱਕ ਵੀ ਨੇਕੀ ਕਰੋਗੇ, ਅਗਲੇ ਸ਼ਬਦ ਵਿੱਚ ਆਏਗਾ, ਇੱਕ ਵੀ ਨੇਕੀ ਤੁਹਾਡੇ ਹਜ਼ਾਰਾਂ ਗੁਨਾਹਾਂ ਨੂੰ ਧੋ ਸਕਦੀ ਹੈ। So you will see that in a minute. Devinder, last ਸ਼ਬਦ। ਉਹ ਮਾਰੂ ਮਹੱਲਾ ਪੰਜਵਾਂ, ਮਾਰੂ ਦੇ ਸ਼ਬਦ ਮਹੱਲੇ ਪੰਜਵੇਂ। ਮਾਰੂ ਮਹੱਲਾ ਨੌਵਾਂ। ਕਿਹੜਾ ਪੇਜ ਹੈ ਡਾਕਟਰ ਜੀ? ਨਹੀਂ ਡਾਕਟਰ ਜੀ, ਇੱਕ ਛੱਡ ਕੇ 1003 ਮਾਰੂ ਮਹੱਲਾ ਪੰਜਵਾਂ, ਘਰ ਚੌਥਾ। ਮਾਰੂ ਮਹੱਲੇ ਨੌਵੇਂ ਤੇ ਜਾਓ ਪਹਿਲਾਂ। ਅੱਛਾ ਜੀ, ਪੇਜ 1008, ਪੇਜ 1008। 1008। ਅੱਛਾ। ਮਾਰੂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਾਰੂ ਮਹੱਲਾ ਨੌਵਾਂ। ਹਰ ਕੋ ਨਾਮ ਸਦਾ ਸੁਖਦਾਈ। ਹਰ ਕੋ ਨਾਮ, ਉਹ ਪਰਮਾਤਮਾ ਦਾ ਨਾਮ ਜਿਹੜਾ ਹਰੀ, ਹਰ ਸਭ ਦੇ ਦੁੱਖ ਹਰਨ ਵਾਲਾ, ਉਸ ਦਾ ਨਾਮ ਹਮੇਸ਼ਾ ਹੀ ਸੁਖਦਾਈ ਹੁੰਦਾ ਹੈਗਾ ਆ। ਜਾ ਕੋ ਸਿਮਰ ਅਜਾਮਲ ਉਧਰਿਓ, ਜਿਸ ਨੂੰ ਅਜਾਮਲ ਇੱਕ ਹੋਇਆ ਕਿ ਜਿਸ ਦੇ ਉਸਨੇ ਬਹੁਤ ਪਰਮਾਤਮਾ ਨੂੰ ਸਿਮਰਿਆ ਤੇ ਸਿਮਰ ਕੇ ਉਧਰਿਓ ਗਨਕਾ ਹੋ ਗਤ ਪਾਈ, ਤੇ ਉਹ ਵੱਡਾ ਬਣ ਗਿਆ, ਤੇ ਗਨਕਾ ਜਿਹੜੀ ਸੀਗੀ ਉਹ ਵੀ ਮਾੜੇ ਕੰਮ ਕਰਦੀ ਸੀਗੀ, ਉਸਨੇ ਵੀ ਗਤ ਪਾ ਲਈ। ਅੱਛਾ, ਹੁਣ ਤੁਸੀਂ ਇਹ ਦੱਸੋ ਕਿ ਅਜਾਮਲ ਕੌਣ ਸੀ, ਗਨਕਾ ਕੌਣ ਸੀ? ਅਜਾਮਲ ਬਾਰੇ ਦੱਸੋ। ਤੁਸੀਂ ਸਾਰਿਆਂ ਨੂੰ ਸਮਝਾਉਣਾ ਹੈ, ਮੈਨੂੰ ਨਹੀਂ, ਸਾਰਿਆਂ ਨੂੰ ਦੱਸਣਾ ਕਿ ਅਜਾਮਲ ਕੌਣ ਸੀ। ਹਾਂਜੀ, ਅਜਾਮਲ ਸੀਗਾ ਉਹ ਅੱਛਾ ਬੰਦਾ ਸੀਗਾ, ਪਰ ਪੜਦਾ ਉਸਨੂੰ ਆਪਣੇ ਗੁਰੂ ਦੇ ਕੋਲ ਪੜਦਾ ਸੀਗਾ, ਪਰ ਗੁਰੂ ਨੇ ਕਿਹਾ ਕਿ ਤੂੰ ਅੱਜ ਉਸ ਪਾਸੇ ਨਹੀਂ ਜਾਣਾ ਜਿੱਥੋਂ ਦੀ ਤੂੰ ਪਹਿਲਾਂ ਜਾਂਦਾ ਆ। ਪਰ ਉਹ ਜਦੋਂ ਜਾਂਦਾ ਸੀਗਾ ਉਹ ਦੂਸਰੇ ਪਾਸੇ ਦੀ ਚਲੇ ਗਿਆ, ਤੇ ਉਹ ਕਿਸੇ ਉਸ ਜਗ੍ਹਾ ਤੇ ਚਲੇ ਗਿਆ ਜਿੱਥੇ ਉਹਨੂੰ ਨਹੀਂ ਜਾਣਾ ਚਾਹੀਦਾ ਸੀਗਾ, ਤੇ ਉੱਥੇ ਜਾ ਕੇ ਫਿਰ ਉਹ ਮਾੜੇ ਕੰਮ ਕਰਨ ਲੱਗ ਪਿਆ। ਤੇ ਫਿਰ ਉਸਦੇ ਜਿਸ ਤਰ੍ਹਾਂ ਵੀ ਬੱਚੇ ਵੀ ਪੈਦਾ ਹੋਏ, ਤੇ ਉਸਨੇ ਆਪਣੇ ਬੇਟਿਆਂ ਦੇ ਨਾਮ, ਫਿਰ ਉਸਨੇ ਕਿਹਾ, ਉਹ ਬਹੁਤ ਦੁਖੀ ਹੋਇਆ, ਤੇ ਇੱਕ ਸਾਧੂ ਨੇ ਉਹਨਾਂ ਨੂੰ ਆ ਕੇ ਕਿਹਾ ਕਿ ਤੁਸੀਂ ਸਾਡੇ, ਉਹਨਾਂ ਦੇ ਬੱਚੇ ਹੋਏ, ਫਿਰ ਇੱਕ ਬੱਚੇ ਦਾ ਨਾਮ ਉਹਨਾਂ ਨੇ ਨਾਰਾਇਣ ਰੱਖਿਆ, ਤੇ ਉਹ ਫਿਰ ਜਦੋਂ ਐਂਡ ਦੇ ਵਿੱਚ ਉਹ ਪੂਰਾ ਹੋਇਆ, ਉਹਨਾਂ ਨੇ ਲਾਸਟ ਟਾਈਮ ਆਇਆ ਉਹਨਾਂ ਦਾ, ਤੇ ਉਹਨਾਂ ਨੇ ਅਜਾਮਲ ਨੇ ਆਪਣੇ ਬੇਟੇ ਦਾ ਨਾਮ ਨਾਰਾਇਣ ਕਿਹਾ, ਤੇ ਤਾਂ ਫਿਰ ਉਹ ਆਪਣੀ ਗੱਤ ਪਾ ਲਈ ਉਹਨੇ। ਨਾਰਾਇਣ ਹਿੰਦੂ ਧਰਮ ਦੇ ਮੁਤਾਬਕ ਵਿਸ਼ਨੂੰ ਜੀ ਦਾ ਨਾਮ ਹੈ, ਅਲਟੀਮੇਟ ਨਾਮ ਹੈ ਵਾਹਿਗੁਰੂ ਦਾ, ਉਹਨਾਂ ਦੇ ਧਰਮ ਦੇ ਮੁਤਾਬਕ। ਜੋ ਦਵਿੰਦਰ ਨੇ ਕਿਹਾ ਹੈ ਉਹ ਬਿਲਕੁਲ ਠੀਕ ਕਹਾਣੀ ਹੈ। ਬਈ ਇੱਕ ਬੜਾ ਲਾਇਕ ਸੀ, ਪਾਠਸ਼ਾਲਾ ਜਾਂਦਾ ਸੀ, ਸਕੂਲ ਜਾਂਦਾ ਸੀ, ਬਹੁਤ ਅੱਛੀ ਤਰ੍ਹਾਂ ਪੜ੍ਹਦਾ ਸੀ। ਉਸ ਰਸਤੇ ਦੇ ਵਿੱਚ, ਸਕੂਲ ਜਾਣ ਦੇ ਕਈ ਰਸਤੇ ਹੋਣਗੇ, ਇੱਕ ਰਸਤੇ ਦੇ ਵਿੱਚ ਉਹ ਪ੍ਰੋਸਟੀਟਿਊਸ਼ਨਾਂ ਦੇ ਘਰ ਵੀ ਸਨ, ਤੇ ਉਹਨੂੰ ਪਾਠਸ਼ਾਲਾ ਦੇ ਟੀਚਰ ਨੇ ਸਮਝਾਇਆ ਹੋਇਆ ਸੀ ਵੀ ਤੂੰ ਉਸ ਪਾਸਿਓਂ ਨਹੀਂ ਆਉਣਾ, ਤੇ ਤੂੰ ਇਸ ਦੂਜੇ ਰਸਤੇ ਤੇ ਜਾ। ਤੇ ਸਾਰੀ ਛੋਟੀ ਉਮਰ ਦੇ ਵਿੱਚ ਉਸੇ ਰਸਤੇ ਤੇ ਆਉਂਦਾ ਰਿਹਾ ਜਿਸ ਰਸਤੇ ਤੇ ਉਹਦੇ ਟੀਚਰ ਨੇ ਕਿਹਾ ਸੀ। ਪਰ ਜਿਸ ਤਰ੍ਹਾਂ ਤੁਹਾਨੂੰ ਪਤਾ, ਦੀ ਸਟੋਰੀ ਆਫ ਦੀ ਬਾਈਬਲ, ਦੀ ਸਟੋਰੀ ਆਫ ਕ੍ਰੀਏਸ਼ਨ, ਐਡਮ ਤੇ ਮੈਰੀ ਦੀ ਤੁਹਾਨੂੰ ਸਟੋਰੀ ਆਉਂਦੀ ਸਾਰੀ। ਜਿਹੜੀ ਚੀਜ਼ ਤੁਹਾਨੂੰ ਮਨਾ ਕੀਤੀ ਜਾਏ ਉਹ ਤੁਸੀਂ ਕਰਨ ਦੀ ਕੋਸ਼ਿਸ਼ ਕਰਦੇ ਹੋ। ਅਜਾਮਲ ਨੂੰ ਸਮਝ ਆਈ, ਉਹਨੇ ਕਿਹਾ ਕਿ ਮੇਰਾ ਗੁਰੂ ਕਿਉਂ ਕਹਿੰਦਾ ਕਿ ਮੈਂ ਉੱਧਰੋਂ ਨਾ ਜਾਵਾਂ, ਐਨ ਉਹਨੇ ਗੁਰੂ ਦੀ ਅਵੱਗਿਆ ਕੀਤੀ, ਉਹਦੋਂ ਗਿਆ। ਪਹਿਲੇ ਉਹਨੇ, ਚਲੋ ਕਹਾਣੀ ਤਾਂ ਬੜੀ ਲੰਬੀ ਚੌੜੀ ਹੈ, ਬਟ ਐਨੀਵੇ ਉੱਥੇ ਬੁਰੀਆਂ ਔਰਤਾਂ ਸਨ, ਔਰ ਉਹ ਫਿਰ ਬੁਰੀ ਔਰਤ ਦੀ ਸੰਗਤ ਵਿੱਚ ਪੈ ਗਿਆ, ਔਰ ਜੋ ਉਹਨਾਂ ਨੇ ਦਵਿੰਦਰ ਨੇ ਕਿਹਾ, ਫਿਰ ਉੱਥੇ ਉਹਦੇ ਬੁਰੀ ਸੰਗਤ ਦੇ ਨਾਲ ਉਹਦੇ ਬੱਚੇ ਵੀ ਪੈਦਾ ਹੁੰਦੇ ਨੇ। ਪਰ ਜਦੋਂ ਤੁਸੀਂ ਗਲਤੀ ਕਰ ਲੈਂਦੇ ਹੋ ਨਾ, ਫਿਰ ਆਈ ਥਿੰਕ there reaches a time in your life when you realize ਕਿ ਜੋ ਮੈਂ ਕੀਤਾ ਉਹ ਠੀਕ ਨਹੀਂ ਸੀ, ਪਰ ਕਈ ਵਾਰੀ then it is too late। ਅਜਾਮਲ ਨੂੰ ਵੀ ਜਦੋਂ ਇਹ ਗਿਆਤ ਹੋਇਆ ਕਿ ਮੈਂ ਜੋ ਕੁਛ ਕੀਤਾ, ਮੈਂ ਤੇ ਐਡੀ ਵੱਡੀ ਉੱਚ ਬ੍ਰਾਹਮਣ ਖਾਨਦਾਨ ਦਾ ਸਾਂ, ਮੇਰੇ ਮਾਂ-ਬਾਪ ਹਰ ਵੇਲੇ ਵਾਹਿਗੁਰੂ ਦੀ ਬੰਦਗੀ ਕਰਦੇ ਸਨ, ਔਰ ਮੈਂ ਕੀ ਕੁਕਰਮ ਕਰ ਬੈਠਾ।
ਤਾਂ ਫਿਰ ਉਹ ਕਹਿੰਦੇ ਨੇ ਉਹਦੀ ਜ਼ਿੰਦਗੀ ਦੇ ਵਿੱਚ ਇੱਕ ਸਾਧੂ ਆਉਂਦਾ ਹੈ ਤੇ ਉਹ ਉਹਨੂੰ ਇਹ ਗਿਆਨ ਦਿੰਦਾ ਕਿ ਭਗਵਤ ਗੀਤਾ ਦੇ ਮੁਤਾਬਕ ਜੇ ਆਖਰੀ ਵੇਲੇ ਤੁਹਾਡੀ ਜ਼ਬਾਨ ਤੇ ਤੁਹਾਡੀ ਰੂਹ ਤੇ ਵਾਹਿਗੁਰੂ ਦਾ ਨਾਮ ਹੋਏਗਾ ਤੇ ਤੁਸੀਂ ਫਿਰ ਵੀ ਵਾਹਿਗੁਰੂ ਤੁਹਾਨੂੰ ਤਾਰ ਦੇਗਾ, ਤੁਹਾਨੂੰ ਬਚਾ ਲਏਗਾ। ਸੋ ਉਹਦੇ ਕਾਫੀ ਬੱਚੇ ਸਨ। ਇੱਕ ਬੱਚੇ ਦਾ ਨਾਮ, ਕਈ ਕਹਿੰਦੇ ਨੇ ਵੱਡੇ ਬੱਚੇ ਦਾ ਨਾਮ, ਕਈ ਕਹਿੰਦੇ ਨੇ ਛੋਟੇ ਬੱਚੇ ਦਾ ਨਾਮ, ਡਜ਼ਨਟ ਮੈਟਰ। ਇੱਕ ਬੱਚੇ ਦਾ ਨਾਮ ਉਹਨੇ ਨਾਰਾਇਣ ਰੱਖਿਆ। ਸੋ ਵੈਨ ਹੀ ਵਾਸ ਅਬਾਊਟ ਟੂ ਡਾਈ, ਫਿਰ ਉਹਨੇ ਚੀਕਾਂ ਮਾਰ ਮਾਰ ਕੇ ਨਾਰਾਇਣ 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 ਆਪਣੇ ਵੱਲੋਂ ਬੱਚੇ ਨੂੰ ਬੁਲਾਇਆ। ਵੱਡੇ ਕਹਿੰਦੇ ਨੇ ਕਿ ਲਾਰਡ ਵਿਸ਼ਨੂੰ ਦੈਨ ਮੈਨੀਫੈਸਟਡ, ਉਹ ਆਏ ਨੇ, ਫਿਰ ਉਹਨਾਂ ਨੇ ਉਹਦੇ ਸਿਰ ਤੇ ਹੱਥ ਰੱਖਿਆ ਔਰ ਕਈ ਤੇ ਕਹਿੰਦੇ ਨੇ ਉਹਨੂੰ ਦੁਬਾਰਾ ਜਵਾਤਾ ਔਰ ਉਹਨੇ ਫਿਰ ਅੱਛੀ ਜ਼ਿੰਦਗੀ ਬਸਰ ਕੀਤੀ ਹੈ ਤੇ ਕਈ ਕਹਿੰਦੇ ਨੇ ਉਹਨੂੰ ਫਿਰ ਉੱਥੋਂ ਮੁਕਤੀ ਮਿਲ ਗਈ ਹੈ। ਦੂਸਰੀ ਇਹਨਾਂ ਨੇ ਕਹਾਣੀ ਕਹੀ, ਗਨਿਕਾ ਜਿਹੜੀ ਸੀਗੀ ਉਹ ਵੀ ਇੱਕ ਪ੍ਰੋਸਟੀਟਿਊਟ ਸੀਗੀ ਤੇ ਉਸਨੇ ਸਾਰਾ ਬਹੁਤ ਇਹੀ ਕੰਮ ਕਰਦੀ ਸੀਗੀ। ਇੱਕ ਦਿਨ ਉਹਨਾਂ ਦੇ ਕੋਲ ਇੱਕ ਸਾਧੂ ਆਇਆ ਤੇ ਸਾਧੂ ਨੂੰ ਉਹਨੇ ਅੰਦਰ ਬੁਲਾ ਕੇ ਤਾਂ ਉਸਨੂੰ ਉਸਦੇ ਨਾਲ ਪੂਰੇ ਕੰਮ ਕਰਨੇ ਨੂੰ ਕਿਹਾ, ਪਰ ਸਾਧੂ ਨੇ ਉਸਨੂੰ ਇੱਕ ਤੋਤਾ ਦਿੱਤਾ ਸੀਗਾ ਤੇ ਤੋਤੇ ਨੇ ਉਸਨੂੰ ਸਿਖਾ ਲਿਆ ਕਿ ਵਾਹਿਗੁਰੂ ਦਾ ਨਾਮ ਸਿਖਾ ਲਿਆ, ਚਾਹੇ ਕੁਛ ਵੀ, ਰਾਮ ਰਾਮ ਸਿਖਾ ਲਿਆ। ਤੇ ਜਦੋਂ ਗਨਕਾ ਵੀ ਉਹਦੇ ਨਾਲ ਹੀ ਫਿਰ ਰਾਮ ਰਾਮ ਕਰਨ ਲੱਗ ਪਈ ਤੇ ਫਿਰ ਉਹ ਉਹਦੇ ਨਾਲ ਹੀ ਤਰ ਗਈ। ਜੋ ਰਾਮ ਕਿਹਾ ਉਹ ਵੀ ਕਹਾਣੀ ਹੈ ਕਿ ਵੀ ਗਨਕਾ ਇੱਕ ਪ੍ਰੋਸਟੀਟਿਊਟ ਸੀ। ਉਹ ਬਚਪਨ ਤੋਂ ਹੀ ਉਹਨੂੰ ਹੋਰ ਕੋਈ, ਸ਼ਾਇਦ ਉਹਦੇ ਜੀਵਨ ਦੇ ਵਿੱਚ ਕਿਸੇ ਨੇ ਉਹਨੂੰ ਹੋਰ ਕੋਈ ਪ੍ਰੋਫੈਸ਼ਨ ਦੱਸਿਆ ਹੀ ਨਹੀਂ ਸੀ। ਹੋ ਸਕਦਾ ਬਾਈ ਹਾਰਟ ਉਹ ਠੀਕ ਹੋਵੇ, ਲੇਕਿਨ ਫਿਜ਼ੀਕਲੀ ਉਹ ਸਾਰੀ ਜ਼ਿੰਦਗੀ ਆਪਣਾ ਜਿਸਮ ਵੇਚਦੀ ਰਹੀ ਹੈ। ਫਿਰ ਇੱਕ ਰਾਤ ਬਹੁਤ ਕਹਿੰਦੇ ਨੇ ਤੂਫਾਨ ਸੀ, ਕੋਈ ਦਰਵਾਜ਼ੇ ਤੇ ਨੌਕ ਹੁੰਦੀ ਹੈ ਤੇ ਇੱਕ ਸਾਧੂ ਖੜਾ ਹੁੰਦਾ। ਸਾਧੂ ਨੂੰ ਨਹੀਂ ਸੀ ਪਤਾ ਪ੍ਰੋਸਟੀਟਿਊਸ਼ਨ ਦਾ ਘਰ ਹੈ ਤੇ ਉਹਨੇ ਕਿਹਾ ਉਹਨੂੰ ਕਿ ਬਹੁਤ ਬਾਰਿਸ਼ ਹੈ, ਮੈਂ ਅੰਦਰ ਆ ਸਕਦਾ ਤੇ ਉਹਨੇ ਇਹੀ ਸਮਝਿਆ ਗਨਕਾ ਨੇ ਵੀ ਮੇਰਾ ਕੋਈ ਗਾਹਕ ਆਇਆ ਤੇ ਉਹਨੇ ਕਿਹਾ ਹਾਂ ਕਿਉਂ ਨਹੀਂ, ਇਹ ਤੇ ਹੈ ਹੀ ਤੁਹਾਡੇ ਲੋਕਾਂ ਵਾਸਤੇ ਆ। ਐਨੀਵੇ ਦੈਨ ਉਹਨੂੰ ਪੁੱਛਿਆ ਤੂੰ ਕਿੰਨੇ ਪੈਸੇ ਦੇਏਗਾ, ਜੋ ਵੀ ਕੁਛ। ਉਹਨੇ ਕਿਹਾ ਕਿ ਮੈਂ ਇਸ ਕੰਮ ਲਈ ਇੱਥੇ ਨਹੀਂ ਆਇਆ, ਮੈਂ ਤੇ ਇੱਕ ਸਾਧੂ ਹਾਂ ਔਰ ਉਹਦੇ ਕੋਲ ਇੱਕ ਤਰ੍ਹਾਂ ਦੱਸਿਆ ਰਵਿੰਦਰ ਨੇ, ਉਹਦੇ ਕੋਲ ਇੱਕ ਤੋਤਾ ਸੀ, ਇੱਕ ਪੈਰਟ ਸੀ ਔਰ ਉਹਨੇ ਗਨਕਾ ਨੂੰ ਕਹਾਣੀ ਸੁਣਾਈ ਕਿ ਮੈਂ ਵੀ ਇਹਦੇ ਕਿ ਮੇਰਾ ਜਿਹੜਾ ਤੋਤਾ ਹਰ ਵੇਲੇ ਰਾਮ ਰਾਮ ਕਰਦਾ, ਜਿਸ ਕਰਕੇ ਮੇਰੀ ਲਗਨ ਲੱਗ ਗਈ ਹੈ ਵਾਹਿਗੁਰੂ ਦੇ ਨਾਲ। ਤੇ ਜਿਸ ਵੇਲੇ ਸਵੇਰੇ ਤੂਫਾਨ ਖਤਮ ਹੋ ਜਾਂਦਾ, ਜਾਣ ਲੱਗਦਾ, ਫਿਰ ਗਨਕਾ ਬੈਗਸ ਦੀ ਸਾਧੂ ਕਿ ਇਹ ਤੋਤਾ ਤੋਂ ਮੈਨੂੰ ਦੇ ਦੇ ਤੇ ਸ਼ਾਇਦ ਮੇਰੀ ਜ਼ਿੰਦਗੀ ਵਿੱਚ ਕੁਛ ਉਧਾਰ ਆ ਜਾਏਗਾ। ਤੇ ਉਹ ਤੋਤਾ ਰਾਮ ਰਾਮ ਕਰਦਾ ਸੀ ਤੇ ਉਹ ਐਸ ਤੇ ਗੁਰਬਾਣੀ ਸੀ ਕਿ ਉਹ ਤੋਤੇ ਨੇ ਉਹਦਾ ਆਵਾਜ਼ ਸੁਣ ਕੇ, ਉਹਦਾ ਰਾਮ ਰਾਮ ਸੁਣ ਕੇ ਸ਼ਾਇਦ ਉਹ ਆਪ ਵੀ ਕਹਿਣ ਲੱਗ ਪਈ ਹੋਏਗੀ, ਲੇਕਿਨ ਪਰਮਾਤਮਾ ਨੇ ਉਹਨੂੰ ਬਖਸ਼ ਦਿੱਤਾ ਸੀ। ਹਾਂਜੀ, ਨੈਕਸਟ ਲਾਈਨ। पंचाली को राज सभा में राम नाम सुध आई। पंचाली जो कि पंडितां दी वाइफ सीगी। पंडितां दी नहीं, ਉਹ ਪਾਂਡੂਆਂ ਦੀ ਵਾਈਫ ਸੀਗੀ। ਤੇ ਉਹ ਪੰਚਾਲੀ ਨੂੰ ਜਦੋਂ ਰਾਜ ਸਭਾ ਦੇ ਵਿੱਚ ਉਹਨਾਂ ਦੇ ਕੱਪੜੇ ਲਾਏ ਗਏ ਤਾਂ ਫਿਰ ਉਹਨਾਂ ਨੂੰ ਫਿਰ ਬਹੁਤ ਤਕਲੀਫ ਹੋਈ ਤੇ ਉਸਨੇ ਰਾਮ ਦਾ ਨਾਮ ਜਪਿਆ ਤੇ ਉਸ ਨੂੰ ਸੁੱਧ ਆਈ ਕਿ ਮੈਂ ਰਾਮ ਦਾ ਨਾਮ ਜਪਣ ਲੱਗ ਪਈ। ਤਾਂ ਕੋ ਦੁੱਖ ਹਰਿਓ ਕਰੁਣਾ ਮੈਂ ਆਪਣੀ ਪੈਜ बढ़ाई। ਤੇ ਉਹ ਪਰਮਾਤਮਾ ਦਾ ਨਾਮ ਰਾਮ ਨਾਮ ਜਪਦੀ ਤੇ ਉਸਦੇ ਸਾਰੇ ਦੁੱਖ ਹਰ ਗਏ। ਉਹ ਪਰਮਾਤਮਾ ਨੇ ਹਰ ਲਏ ਤੇ ਆਪਣੀ ਪੈਜ ਉਹਨੂੰ ਵਡਿਆਈ ਦਿੱਤੀ। ਫਿਰ ਇਹ ਤੁਹਾਨੂੰ ਸਾਰਿਆਂ ਨੂੰ ਕਹਾਣੀ ਆਉਂਦੀ ਹੈ, ਸੋ ਵੀ ਵਿਲ ਨਾਟ ਗੋ ਇਨ ਡਿਟੇਲ ਆਫ ਦੈਟ। ਅੰਦਰ ਸਭਾ ਸ਼ਾਸਨ ਮੱਥੇ ਵਾਲ ਦਰੋਪਤੀ ਦੀ ਦਰੋਪਤੀ ਨੂੰ ਜਦੋਂ ਵਸਤਰਹੀਣ ਕਰਨ ਲੱਗੇ ਸਨ ਤੇ ਉਹਨੇ ਕ੍ਰਿਸ਼ਨ ਨੂੰ ਪੁਕਾਰਿਆ ਸੀ ਤੇ ਫਿਰ ਕ੍ਰਿਸ਼ਨ ਨੇ ਉਹਨੂੰ ਉਹਦੀ ਪੈਜ ਬਚਾਈ ਸੀ। ਗੁਰੂ ਦੇਖੋ, ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹੋ ਤੇ ਇੱਕ ਇਹ ਸ਼ਬਦ ਪੜ੍ਹਦੇ ਹੋ ਤੇ ਜ਼ਰੂਰੀ ਹੈ ਕਿ ਤੁਹਾਨੂੰ ਪਤਾ ਹੋਵੇ ਗਨਕਾ ਕੌਣ ਹੈ, ਤੁਹਾਨੂੰ ਪਤਾ ਹੋਵੇ ਜਮਲ ਕੌਣ ਹੈ, ਤੁਹਾਨੂੰ ਪਤਾ ਹੋਵੇ ਦ੍ਰੋਪਦੀ ਕੌਣ ਹੈ। ਮਤਲਬ ਜਦ ਤੱਕ ਤੁਹਾਨੂੰ ਇਹਨਾਂ ਦੇ ਬਾਰੇ ਪੰਚਾਲੀ ਕੌਣ ਹੈ, ਪੰਚਾਲੀ ਦਾ ਪੰਚ ਦਾ ਵਰਡ ਹੀ ਮਤਲਬ ਹੈ ਕਿ ਪੰਜਾਂ ਦੀ ਵਹੁਟੀ ਸੀ, 5 ਬੰਦਿਆਂ ਦੀ ਇੱਕ ਵਾਈਫ ਸੀ। ਇਹਦੀ ਕਹਾਣੀ ਫਿਰ ਕਦੀ ਪੂਰੀ ਕਰਾਂਗੇ, ਇੰਨਾ ਟਾਈਮ ਤਾਂ ਨਹੀਂ ਹੈ। ਪਰ ਜਦ ਤੱਕ ਸਾਨੂੰ ਇਹ ਬੈਕਗਰਾਉਂਡ ਨਹੀਂ ਸਮਝ ਆਏਗੀ ਅਸੀਂ ਸ਼ਬਦ ਨਹੀਂ ਸਮਝ ਸਕਾਂਗੇ। ਇੱਥੇ ਗੁਰੂ ਤੇਗ ਬਹਾਦਰ ਇਹੀ ਕਹਿ ਰਹੇ ਨੇ ਕਿ ਜਿੱਥੇ ਜਿੱਥੇ ਵੀ ਈਵਨ ਭੈੜੇ ਬੰਦੇ ਸਨ ਜਿਹੜੇ ਲਾਈਫ ਦੇ ਵਿੱਚ, ਪਰ ਜਦੋਂ ਉਹਨਾਂ ਨੇ ਆਪਣੇ ਹਿਰਦੇ ਨਾਲ, ਹੁਣ ਇਹ ਕੈਲਾਸ਼ ਸਮਝਣ ਦੀ ਲੋੜ ਹੈ, ਬਹੁਤ ਵੱਡਾ ਸਬਜੈਕਟ ਹੈ, ਅੱਜ ਨਹੀਂ ਕਰ ਸਕਦੇ। ਹਿਰਦੇ ਨਾਲ, ਵਾਟ ਇਜ਼ ਹਿਰਦਾ,
what is soul? ਕਈ ਵਾਰੀ ਤੁਸੀਂ ਕਹਿੰਦੇ ਹੋ I love you ਤੇ ਅਗਲਾ ਤੁਹਾਨੂੰ ਪੁੱਛਦਾ ਹੋਰ ਕਿੰਨੀ ਕੁ ਵਾਰੀ ਵਰਡ ਕਹਿ ਚੁੱਕੇ ਹੋ? ਪਰ ਜਦੋਂ ਤੁਸੀਂ ਕਹਿੰਦੇ ਹੋ ਕਿ ਮੈਂ ਤੈਨੂੰ ਆਪਣੀ ਰੂਹ ਦੇ ਨਾਲ ਪਿਆਰ ਕਰਦਾ, ਦਿਲ ਦੇ ਨਾਲ, ਰੂਹ ਦੇ ਨਾਲ ਜਿਸ ਤੁਸੀਂ ਕਹਿੰਦੇ ਹੋ ਮੈਂ ਤੈਨੂੰ ਰੂਹ ਨਾਲ ਪਿਆਰ ਕਰਦਾ, that means ਸਰੀਰ ਤਾਂ ਮਰ ਜਾਏਗਾ। ਅੱਜ ਮੈਂ ਕਿਸੇ ਨੂੰ ਕਹਿਣਾ I love you ਤੇ ਮੈਂ ਤੇ ਅੱਜ ਤੇ ਖਤਮ ਹੋ ਜਾਣਾ ਕਿਸੇ ਦਿਨ, ਤੇ ਮੇਰਾ ਲਵ ਵੀ ਖਤਮ ਹੋ ਗਿਆ। ਪਰ ਜਦੋਂ ਮੈਂ ਕਹਿਣਾ ਮੈਂ ਤੈਨੂੰ ਰੂਹ ਦੇ ਨਾਲ ਚਾਹੁੰਦਾ, ਰੂਹ ਤਾਂ ਨਹੀਂ ਮਰਦੀ ਨਾ, ਇਹਦਾ ਮਤਲਬ ਹੈ ਉਹ ਪਿਆਰ ਜਿਹੜਾ ਹੈ ਉਹ ਇਟਰਨਲ ਹੈ। ਤੇ ਸਾਰੀ ਗੁਰਬਾਣੀ ਦੇ ਵਿੱਚ ਜਿਹੜਾ ਆਦ ਸੱਚ ਜੁਗਾਦ ਸੱਚ ਹੈ ਵੀ ਵਾਹਿਗੁਰੂ ਇਜ਼ ਲਵ ਐਂਡ ਲਵ ਇਜ਼ ਵਾਹਿਗੁਰੂ, ਟਰੂਥ ਇਜ਼ ਲਵ ਐਂਡ ਲਵ ਇਜ਼ ਟਰੂਥ। ਜਿਹਨੇ ਰੂਹ ਦਾ ਮਤਲਬ ਸਮਝ ਲਿਆ, ਪਿਆਰ ਦਾ ਮਤਲਬ ਸਮਝ ਲਿਆ, ਵਾਹਿਗੁਰੂ ਦਾ ਮਤਲਬ ਸਮਝ ਲਿਆ, ਤੇ ਉਹਨੂੰ ਵਾਹਿਗੁਰੂ ਮਿਲੇਗਾ ਹੀ ਮਿਲੇਗਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਸਾਨੂੰ ਆਪਣੇ ਰੂਹ ਦੇ ਨਾਲ ਜੋੜਨਾ ਚਾਹੀਦਾ। ਵੀ ਵਿਲ ਟਰਾਈ ਟੂ ਡਿਫਰੈਂਸ਼ੀਏਟ ਕਿ ਜਿਹੜੀਆਂ ਡਿਫਰੈਂਟ ਸਾਡੇ ਅੰਦਰ ਬੋਡੀਜ਼ ਨੇ ਉਹ ਕਿਹੜੀਆਂ ਨੇ ਔਰ ਕਿਹੜੀ ਬੋਡੀ ਕਿਹੜਾ ਕੰਮ ਕਰਦੀ ਹੈ। ਮੇਬੀ ਨੈਕਸਟ ਵੀਕ ਜਦੋਂ ਅਸੀਂ ਮਿਲਾਂਗੇ ਨਿਊ ਈਅਰ ਦੇ ਵਿੱਚ we'll be able to expand that। ਦੱਸੋ ਭਾਈ ਸਾਹਿਬ, ਇਹ ਗਨਿਕਾ ਤੇ ਅਜਾਮਲ ਦਾ ਕਿੰਨੀ ਵਾਰੀ ਨਾਮ ਆਇਆ ਗੁਰੂ ਗ੍ਰੰਥ ਸਾਹਿਬ ਵਿੱਚ? ਹਾਂਜੀ ਬਹੁਤ ਵਾਰੀ ਆਇਆ, ਬਹੁਤ ਵਾਰੀ ਆਇਆ ਨਾ। ਚਲੋ ਗੁਰਦੀਪ ਨੈਕਸਟ। ਜੀ ਜੈ ਨਰ ਜਸ ਕਿਰਪਾ ਨਿਧ ਗਾਇਓ, ਤਾਂਕੋ ਪਇਓ ਸਹਾਈ, ਉਹ ਨਾਨਕ ਮੈਂ ਇਹੀ ਭਰੋਸਾ ਗਈ ਆਨ ਸਰਨਾਈ। ਤੁਸੀਂ ਸਿਰਫ ਇੱਕ ਲਾਈਨ ਕਰੋ, ਲਾਸਟ ਲਾਈਨ ਫਿਰ। ਹਾਂਜੀ, ਮਹਾਰਾਜ ਕਹਿੰਦੇ ਆ ਵੀ ਜਿਹੜਾ ਵੀ ਉਹਦੇ ਕਿਰਪਾ ਨਿਧ ਕਿਰਪਾ ਦਾ ਜਿਹੜਾ ਭੰਡਾਰ ਆ ਉਹਦੇ ਗੁਣ ਗਾਉਂਦਾ ਆ, ਉਹਦਾ ਜਸ ਗਾਉਂਦਾ ਆ, ਉਹਨੂੰ ਸਿਮਰਦਾ, ਉਹਨੂੰ ਯਾਦ ਕਰਦਾ ਆ, ਉਹਦਾ ਸਹਾਈ ਆਪ ਹੀ ਮਹਾਰਾਜ ਕਰਦਾ ਆ। ਪਰਮਜੀਤ ਲਾਸਟ ਲਾਈਨ, ਕੌਣ ਨਾਨਕ ਮੈਂ ਇਹੀ ਭਰੋਸੇ ਗਈ ਆਨ ਸਰਨਾਈ। ਹਾਂਜੀ, ਅਸੀਂ ਮਸਟ ਪ੍ਰੇ ਕਰੀਏ, ਅਸੀਂ ਮਸਟ ਪ੍ਰੇ ਕਰੀਏ ਤੇ ਵਾਹਿਗੁਰੂ ਦਾ ਨਾਮ ਲਈਏ। ਸਹਾਈ, ਉਹਦਾ ਸਹਾਈ ਆ, ਮਤਲਬ ਉਹੀ ਸਾਨੂੰ ਸਾਥ ਦੇਣਾ ਆ ਜ਼ਿੰਦਗੀ ਦੇ ਵਿੱਚ। ਬਿਲਕੁਲ ਠੀਕ ਹੈ। ਕੌਣ ਨਾਨਕ ਮੈਂ ਇਹੀ ਭਰੋਸੇ, ਮੇਰੀ ਜ਼ਿੰਦਗੀ ਦੇ ਵਿੱਚ ਤਾਂ ਇੱਕੋ ਟਰੂਥ ਹੈ, ਮੈਂ ਇੱਕੋ ਮੈਨੂੰ ਭਰੋਸਾ ਹੈ ਕਿ ਅੰਤ ਦੇ ਵਿੱਚ ਅਗਰ ਕੋਈ ਮੇਰਾ ਦੋਸਤ ਹੈ, ਅੰਤ ਵਿੱਚ ਜਿਹਨੇ ਆ ਕੇ ਮੇਰੀ ਮਦਦ ਕਰਨੀ ਹੈ, ਜਿਹਨੇ ਮੈਨੂੰ ਇਸ ਭਵ ਸਾਗਰ ਤੋਂ ਬਚਾਉਣਾ ਹੈ, ਉਹ ਮੇਰਾ ਵਾਹਿਗੁਰੂ ਹੈ। ਇੱਥੇ ਅਸੀਂ ਅੱਜ ਦੀ ਕਲਾਸ ਖਤਮ ਕਰਦੇ ਹਾਂ ਤੇ ਮੈਂ ਇੱਥੇ ਸਟਾਪ ਕਰ ਦੇਣਾ ਰਿਕਾਰਡਿੰਗ।